ਲਓ ਜੀ, ਅਸੀਂ ਫੇਰ ਆ ਗਏ ਹਾਂ। ਟਾਈਮ ਉਹੀ ਆ, ਚੈਨਲ ਵੀ ਉਹੀ ਆ, ਪ੍ਰੋਗਰਾਮ ਵੀ ਉਹੀ ਆ, ਬੰਦਾ ਮੇਰੇ ਨਾਲ ਵਾਲਾ ਵੀ ਉਹੀ ਆ। ਕਿਉਂ ਵਾਟ ਸਾਹਿਬ? ਬਿਲਕੁਲ। ਸਤਿ ਸ਼੍ਰੀ ਅਕਾਲ ਸੰਧਾਲੀਆ ਸਾਹਿਬ। ਆਪਣਾ ਕੰਮ ਹੈ ਲੀਡਰਾਂ ਨਾਲ ਮਾੜਾ। ਸਤਿ ਸ੍ਰੀ ਅਕਾਲ। ਲੀਡਰਾਂ ਨਾਲੋਂ ਮਾੜਾ ਕਿਉਂ? ਉਹ 25 ਸਾਲੀ ਆਉਂਦੇ, ਸਾਨੂੰ ਰੋਜ਼ ਹੀ ਅਸੀਂ ਆ ਜੀਦਾ ਤੇ ਉਹਨਾਂ ਨੂੰ 25 ਸਾਲੀ ਵੀ ਸਵਾਲ ਪੁੱਛਦੇ, ਆਪਾਂ ਫੇਰ ਬਚੇ ਹਾਂ। ਨਹੀਂ ਦੇਖੋ, ਆਪਾਂ ਇੱਕ ਗੱਲੋਂ ਚੰਗੇ ਆ। ਉਹ ਕਹਿੰਦੇ ਵੀ ਜਿਹੜੇ ਘਰ ਰੋਜ਼ ਜਾਈਏ ਨਾ, ਵੀ ਉੱਥੇ ਕਦਰ ਘਟ ਜਾਂਦੀ ਹੈ। ਇੱਥੇ ਆਪਣੇ ਕੇਸ ਚ ਉਲਟਾ। ਕਿੱਦਾਂ? ਵੀ ਘੱਟੋ ਘੱਟ ਫਿਰ ਵੀ ਵੇਖ ਲੈਂਦੇ ਆਪਾਂ, ਫਿਰ ਵੀ ਵੇਖ ਲੈਂਦੇ ਵੀ ਯਾਰ ਬੰਦੇ ਆਉਂਦੇ ਆ, ਚਲੋ ਕੁਛ ਤੇ ਦੱਸਣਗੇ। ਨਹੀਂ, ਕੁਛ ਤਾਂ ਦੱਸਣਗੇ ਵੀ। ਤੇ ਆਪਾਂ ਤਾਂ ਇਹ ਵੀ ਦੱਸਦੇ ਨਾ ਵੀ ਪੁੱਛ ਵੀ ਲਓ ਯਾਰ। ਹਾਂ, ਨਹੀਂ ਪੁੱਛਦੇ ਤੇ ਹੈਗੇ ਆ। ਖੈਰ ਉਹ ਕਹਿੰਦੇ ਵੀ ਯਾਰ ਉਹ ਫਲਾਨੀ ਫਿਰ ਭਗਵੰਤ ਮਾਨ ਨੂੰ ਫਿਰ ਬਣਾਉਣਗੇ ਸੀਐਮ ਦਾ ਚਿਹਰਾ ਕਿ ਨਹੀਂ। ਉਹ ਹੁਣ ਕੇਜਰੀਵਾਲ ਸਾਹਿਬ ਨੂੰ ਨਹੀਂ ਪਤਾ ਤਾਂ ਆਪਾਂ ਕਿਦੋਂ ਦੱਸ ਦਈਏ? ਨਹੀਂ ਨਹੀਂ, ਬਹੁਤ ਜ਼ਰੂਰੀ ਹੈ। ਮੈਨੂੰ ਤਾਂ ਇਹ ਵੀ ਲੱਗਦਾ ਕਿ ਲੀਡਰ ਇਦਾਂ ਨਾ ਗੁੱਸਾ ਨਾ ਕਰਿਆ ਕਰਨ ਕਿ ਲੋਕ ਪੁੱਛਦੇ ਆ। ਲੋਕ ਤਾਂ ਸਾਨੂੰ ਪੁੱਛਣਾ ਵੀ ਸਾਡੇ ਚੋਂ ਇੱਕ ਜਣਾ ਨਾ ਵੀ ਤਾਪ ਚੜਿਆ, ਤਕੜਾ ਹੈ, ਠੀਕ ਹੈ, ਚਿੱਤ ਲੱਗਦਾ, ਲਿੱਸਾ ਹੋ ਗਿਆ, ਤਕੜਾ ਹੋ ਗਿਆ, ਰਾਤੀ ਸੁੱਤੇ ਨਹੀਂ ਲੱਗਦੇ। ਇਹ ਟਿੱਪਣੀਆਂ ਅਕਸਰ ਆਉਂਦੀਆਂ। ਇਹਦਾ ਮਤਲਬ ਹੈ ਕਿ ਕਿੰਨਾ ਗੌਰ ਨਾ ਜੇ ਸਾਡੇ ਵਰਗੇ ਆਮ ਬੰਦਿਆਂ ਨੂੰ ਦੇਖਦੇ ਆ, ਉਹ ਤਾਂ ਫੇਰ ਲੀਡਰ ਹੈ। ਉਹਨਾਂ ਦੇ ਪਜਾਮੇ ਨੂੰ ਕੁੜਤੇ ਨੂੰ ਵੱਟ ਕਿੰਨੇ ਪਏ ਆ, ਕਿਹੜਾ ਨਵਾਂ ਸਵਾਇਆ ਤੇ ਕਿਹੜਾ ਨਹੀਂ ਸਵਾਇਆ, ਕਿਹੜਾ ਪੁਰਾਣਾ ਹੀ ਪਾ ਕੇ ਆ ਗਿਆ, ਲੋਕਾਂ ਨੂੰ ਸਭ ਪਤਾ। ਸਵਾਲ ਤਾਂ ਬਣਦੇ ਆ। ਨਹੀਂ ਬਿਲਕੁਲ ਬਣਦੇ ਆ। ਦੇਖੋ ਅੱਜ ਵੀ ਜਿਹੜੇ ਸਵਾਲ ਜਵਾਬ ਹੋਏ ਆਪਾਂ ਉਹਨਾਂ ਦੀ ਗੱਲ ਵੀ ਕਰਾਂਗੇ। ਇਸ ਤੋਂ ਇਲਾਵਾ ਰਾਜਨੀਤੀ ਦੇ ਨਾਲ ਨਾਲ ਥੋੜੀ ਜਿਹੜੀ ਧਾਰਮਿਕ ਸਿਆਸਤ ਗਰਮਾਈ ਉਹਦੀ ਗੱਲ ਵੀ ਕਰ ਲਾਂਗੇ। ਫੇਰ ਆਪਾਂ ਕਰੋਨੇ ਦੀ ਗੱਲ ਕਰੀਏ ਥੋੜੀ। ਕਰੋਨੇ ਦੀ ਤਾਂ ਕਰਨੀ ਆ, ਪਰ ਪਹਿਲਾਂ ਮੇਰੇ ਇੱਕ ਮਨ ਦੇ ਵਿੱਚ ਹੋਰ ਸਵਾਲ ਹੈ। ਮੈਂ ਨਾ ਵੀ ਤਾਂ ਕਰ ਲਈ ਵੀ ਘਟ ਗਿਆ, ਕਹਿੰਦੇ ਸਾਰਾ ਹੀ ਘਟ ਗਿਆ। ਅੱਗੇ ਨਾਲੋਂ ਕਹਿੰਦੇ ਹੁਣ ਬਹੁਤ ਜ਼ਿਆਦਾ ਕੰਟਰੋਲ 'ਚ ਆ ਗਿਆ। ਮਤਲਬ ਜੇ 1 ਅਰਬ 35-36 ਕਰੋੜ ਦੀ ਆਬਾਦੀ ਵਾਲੇ ਮੁਲਕ 'ਚ 30,000 ਕੇਸ ਆਵੇ ਦਿਹਾੜੀ ਦਾ, ਉਹ ਤਾਂ ਐਵੇਂ ਮਤਲਬ ਜਿੱਦਾਂ ਹੁੰਦਾ ਨਾ ਵੀ ਮਤਲਬ ਆਖਰੀ ਤੌਰ ਤੇ ਵੀ ਜੇ ਰੋਟੀ ਖਾਂਦਿਆਂ ਅੰਬ ਦੇ ਚਾਰ ਦੀ ਅਖੀਰਲੀ ਛਿੱਲ ਬਚੀ ਹੋਵੇ, ਉਹ ਵੀ ਅੱਧੀ ਕੁ ਖਾਧੀ ਹੋਵੇ ਕਿਤੇ, ਉਹਨਾਂ ਕੀ ਰਹਿ ਗਿਆ ਕੰਮ? ਨਹੀਂ, ਉਹਨਾਂ ਕੁ ਰਹਿ ਗਿਆ। ਕਈ ਵਾਰੀ ਤਾਂ ਹੁੰਦਾ ਕਿ ਜਦੋਂ ਆਖਰੀ ਬੁਰਕੀ ਰਹਿ ਗਈ ਹੋਵੇ, ਯਾਰ ਹੋਰ ਹੁਣ ਅਚਾਰ ਕੀ ਰਹਿਣਾ, ਗੁਆਂਢੀ ਦੀ ਥਾਲੀ 'ਚੋਂ ਲਾ ਲਓ। ਨਹੀਂ, ਪਰ ਇਹ ਕਰੋਨੇ ਵਾਲੇ ਕੇਸ 'ਚ ਗੁਆਂਢੀ ਦੀ ਥਾਲੀ 'ਚ ਬਿਲਕੁਲ ਨਹੀਂ ਜਾਣਾ। ਅਸੀਂ ਬਿਲਕੁਲ ਨਹੀਂ, ਜਿੰਨਾ ਹੋ ਸਕੇ ਆਪਣੀ ਥਾਲੀ ਵਰਤੋ। ਆਪਣੀ ਥਾਲੀ ਵਰਤਦੇ, ਚਾਹੇ ਬਿਨਾਂ ਅਚਾਰ ਤੋਂ ਖਾਣੀ ਪਵੇ, ਚਾਹੇ ਸੁੱਕੀ ਅੰਦਰ ਲੰਘਾਉਣੀ ਪਵੇ। ਹੁੰਦਾ ਨਾ ਕਿ ਐ ਜਾ ਕਰਕੇ ਪਾਣੀ ਦੇ ਘੁੱਟ ਨਾ। ਚਲੋ ਕੋਈ ਗੱਲ ਨਹੀਂ। ਵੈਸੇ ਸੰਧਾਲੀਆ ਸਾਹਿਬ, ਮੈਨੂੰ ਤੁਹਾਡਾ ਪਤਾ ਨਹੀਂ, ਪਰ ਕਦੀ ਕੱਚੀ ਲੱਸੀ ਨਾਲ ਰੋਟੀ ਖਾਧੀ ਆ? ਕੀ ਕਰੀਏ ਮਹਾਰਾਜ, ਅਸੀਂ ਤੇ ਹੋਰ ਕਦ ਨਾ ਖਾਣੀ ਦੱਸੋ। ਬਿਲਕੁਲ ਠੀਕ ਹੈ। ਜਦੋਂ ਡਾਕਟਰ ਨੇ ਦੱਸਿਆ ਉਦੋਂ ਉਹਦੇ ਨੇ ਖਾਣੀ। ਡਾਕਟਰ ਨੇ ਤੁਹਾਨੂੰ ਤਾਂ ਦੱਸਿਆ ਕਿਉਂਕਿ ਪਹਿਲਾਂ ਤੁਸੀਂ ਉਰਲਾ ਪਰਲਾ ਬਹੁਤ ਖਾਂਦੇ ਹੋ। ਡਾਕਟਰ ਕਹਿੰਦਾ ਹੁਣ ਬਾਹਰ ਦਾ ਖਾਣਾ ਛੱਡੋ, ਉਹ ਖਾਣਾ ਸਵਾਦ ਹੁੰਦਾ ਪਰ ਸਿਹਤ ਨੂੰ ਚੰਗਾ ਨਹੀਂ ਹੁੰਦਾ। ਨਹੀਂ ਦੇਖੋ, ਆਏ ਸਾਡੇ ਵਾਲੇ ਖਾਣੇ ਤੇ ਇੱਥੇ ਕਿੱਥੇ ਕੱਚੀ ਲੱਸੀ ਆ? ਕੱਚੀ ਲੱਸੀ ਤੇ ਪਿੰਡ ਰਹਿ ਗਈ ਮਹਾਰਾਜ। ਕੱਚੀ ਲੱਸੀ ਕਿਤੇ ਐਮਾਜ਼ੋਨ ਤੋਂ ਮੰਗਾਉਣੀ ਪੈਂਦੀ ਆ। ਐਮਾਜ਼ੋਨ ਤੋਂ ਤਾਂ ਪਾਥੀਆਂ ਵੀ ਆ ਜਾਂਦੀਆਂ, ਉੱਥੋਂ ਤਾਂ ਜੋ ਮਰਜ਼ੀ ਮੰਗਾ ਲਓ। ਮੈਂ ਤਾਂ ਇਹ ਗੱਲ ਕਰਦਾ ਵੀ ਇੱਥੋਂ ਵਾਲੀ ਹੁਣ ਉਹ ਪਹਿਲਾਂ ਤੁਸੀਂ ਬੋਤਲ ਵਾਲਾ ਦੁੱਧ ਲਿਆਓ, ਉੱਤੇ 3600 ਅਗਲੇ ਨੇ ਪਰਸੈਂਟੇਜਾਂ ਲਿਖੀਆਂ ਹੁੰਦੀਆਂ, ਉਹਦੇ 'ਚ ਪਾਣੀ ਮਿਲਾਓ। ਉਹ ਗੱਲ ਨਹੀਂ ਨਾ ਬਣਦੀ ਜਿਹੜੀ ਉਹ ਕੱਚੀ ਲੱਸੀ ਅਸਲ ਵਾਲੀ ਬਣਦੀ, ਦੁੱਧ ਕੱਚੇ ਵਾਲੀ। ਛੱਲੀਆਂ ਖਾਧੀਆਂ ਹੋਣ, ਚੱਬੀਆਂ ਹੋਣ, ਉੱਪਰੋਂ ਕੱਚੀ ਲੱਸੀ ਹੋਵੇ। ਅਜੇ ਆਪਾਂ ਪੌਣਾ ਘੰਟਾ ਇੱਕ ਲਾਉਣਾ, ਆਪਾਂ ਨਾ ਸ਼ੁਰੂ 'ਚ ਇਹ ਗੱਲਾਂ ਕਰੀਏ, ਪਤਾ ਲੱਗੇ 10 ਮਿੰਟਾਂ ਨੂੰ ਆਪਾਂ ਵੀ ਆ ਜਾ, ਅੱਜ ਦੇ ਇੰਨਾ ਗਿਆ ਯਾਰ ਹੁਣ ਬਸ। ਨਹੀਂ, ਆ ਜਾਓ ਫਿਰ, ਆ ਜਾਓ। ਦੇਖੋ ਗੱਲ ਇਹ ਆ ਕਿ ਵੀ ਆਪਾਂ ਜੇ ਸਭ ਤੋਂ ਪਹਿਲਾਂ ਸ਼ੁਰੂਆਤ ਕਰੀਏ ਤੇ ਪ੍ਰਧਾਨ ਜੀ ਤੋਂ ਕਰ ਲਈ। ਨਵੇਂ ਤੱਤੇ ਤਾਜ਼ੇ ਪ੍ਰਧਾਨ ਜੀ, ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ। ਕਹਿੰਦੇ ਹੁਣ ਪ੍ਰੈਸ ਕਾਨਫਰੰਸ ਜਿਹੜੀ ਉਹਨਾਂ ਨੇ ਕੀਤੀ ਹੈ, ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਕੁਝ ਕਿਹਾ ਹੈ ਤੇ ਮੇਰੇ ਖਿਆਲ ਨਾਲ ਸਾਰਿਆਂ ਨੂੰ ਪਤਾ ਲੱਗ ਗਿਆ। ਪਰ ਜਿਹੜੀ ਉੱਥੇ ਕਮਾਲੂ ਸਾਹਿਬ ਨਾਲ ਕਮਾਲ ਹੋਈ, ਉਹ ਗੱਲ ਮਾੜੀ ਹੋਈ। ਮੈਨੂੰ ਲੱਗਦਾ ਵੀ ਆਪਾਂ ਉਹ ਤੋਂ ਸ਼ੁਰੂਆਤ ਕਰ ਲਈ ਕਿ ਨਹੀਂ? ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਦੇਖੋ ਵੈਸੇ ਤਾਂ ਚਲੋ ਪਾਰਟੀਆਂ ਦਾ ਪ੍ਰੋਟੋਕਾਲ ਹੁੰਦਾ ਤੇ ਉਹਦੇ ਵਿੱਚ ਇਦਾਂ ਹੁੰਦਾ ਕਿ ਭਾਈ ਆਹ ਬੰਦੇ ਪ੍ਰਧਾਨਗੀ ਮੰਡਲ 'ਚ ਬੈਠਣਗੇ, ਆ ਪ੍ਰੈਸ ਕਾਨਫਰੰਸ ਦੇ ਵਿੱਚ ਬੈਠਣਗੇ। ਹੁਣ ਹੋਇਆ ਕਿ ਇੱਕ ਕੁਰਸੀਆਂ ਲੱਗੀਆਂ। ਪਹਿਲੀ ਗੱਲ ਕਿ ਨਵਜੋਤ ਸਿੰਘ ਸਿੱਧੂ ਬਦਲੇ ਨਜ਼ਰ ਆਉਂਦੇ ਆ। ਬਦਲੇ ਸੇ ਹਜ਼ੂਰ ਨਜ਼ਰ ਆਤੇ ਹੈ। ਵਾਹ ਵਾਹ ਵਾਹ। ਹੁਣ ਉਹਦੇ ਵਿੱਚ ਕੀ ਸੀ ਕਿ ਉਹ ਆਪ ਹੀ ਇਕੱਲੇ ਪ੍ਰੈਸ ਕਾਨਫਰੰਸ 'ਚ ਬਹਿੰਦੇ ਹੁੰਦੇ ਸੀ, ਨਾਲ ਨਹੀਂ ਸੀ ਕਿਸੇ ਨੂੰ ਬਿਠਾਉਂਦੇ। ਤੇ ਸਾਰੇ ਜਣੇ ਇਹ ਕਹਿੰਦੇ ਸੀ ਕਿ ਸਿੱਧੂ ਸਾਹਿਬ ਨਾਲ ਲੈ ਕੇ ਨਹੀਂ ਤੁਰਦੇ। ਹੁਣ ਜਦੋਂ ਦੇ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਨੇ, ਐਂ ਲੱਗਦਾ ਕਿ ਉਹ ਕਹਿੰਦੇ ਮੈਂ ਇਕੱਲੇ ਕਿਤੇ ਜਾਣਾ ਹੀ ਨਹੀਂ, ਮੈਂ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ। ਬੀਬੀ ਭੱਠਲ ਦੇ 2 ਵਾਰੀ ਘਰ ਜਾਏ ਆ, ਬਹੁਤ ਸਾਰੇ MLA ਨੇ, ਮੰਤਰੀ ਨੇ ਉਹਨਾਂ ਦੇ ਘਰੇ ਜਾਏ ਆ, ਜਿਨ੍ਹਾਂ ਦੇ ਬਾਰੇ ਇਹ ਵੀ ਮੰਨਿਆ ਜਾਂਦਾ ਸੀ ਉਹ ਤਾਂ ਕੈਪਟਨ ਸਾਹਿਬ ਦੇ ਖਾਸਮ ਖਾਸਾ। ਤੇ ਦੂਜੇ ਦਿਨ ਅਖਬਾਰਾਂ 'ਚ ਫੋਟੋ ਹੁੰਦੀ ਸੀ ਕਿ ਸਿੱਧੂ ਸਾਹਿਬ ਘੁੱਟ ਕੇ ਜੱਫੀ ਪਾ ਕੇ ਮਿਲ ਕੇ ਆਏ ਆ। ਐਤਕੀ ਪ੍ਰੈਸ ਕਾਨਫਰੰਸ ਹੋਈ, ਨਵਜੋਤ ਸਿੰਘ ਸਿੱਧੂ ਵਿਚਾਲੇ ਬੈਠੇ ਆ, 4 ਕਾਰਜਕਾਰੀ ਪ੍ਰਧਾਨ ਜਿਹੜੇ ਨਾਲ ਲਾਏ ਆ ਉਹ ਵੀ ਬੈਠੇ ਆ, ਪ੍ਰਗਟ ਸਿੰਘ ਜਨਰਲ ਸਕੱਤਰ ਲਾਏ ਆ ਉਹ ਵੀ ਬੈਠੇ ਆ। ਹੁਣ ਚੱਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਦਰਜਨਾਂ ਪੱਤਰਕਾਰ ਸ਼ਾਮਲ ਨੇ। ਮੁੱਦਾ ਵੱਡਾ ਵਿਚਾਰਿਆ ਜਾ ਰਿਹਾ। ਮੁਹੰਮਦ ਮੁਸਤਫਾ ਹੋਰੀ ਜਿਹੜੇ ਆ ਉਹ ਇੱਕ ਕੁਰਸੀ ਤੇ ਬੈਠੇ, ਉਹ ਅਚਾਨਕ ਉੱਠ ਕੇ ਚਲੇ ਜਾਂਦੇ, ਕੋਈ ਟੈਲੀਫੋਨ ਆਉਂਦਾ, ਜ਼ਰੂਰੀ ਕੰਮ ਹੋਊ, ਕੁਰਸੀ ਖਾਲੀ ਹੋ ਜਾਂਦੀ ਤੇ ਕੁਲਜੀਤ ਸਿੰਘ ਨਾਗਰਾ ਜਿਹੜੇ ਨਾਲ ਦੀ ਕੁਰਸੀ ਤੇ ਬੈਠੇ, ਉਹ ਉੱਠ ਕੇ ਉਹਨਾਂ ਵਾਲੀ ਕੁਰਸੀ ਤੇ ਆ ਗਏ। ਇੰਨੇ ਨੂੰ ਕਮਾਲੂ ਸਾਹਿਬ ਆਉਂਦੇ ਆ, ਆਮ ਆਦਮੀ ਪਾਰਟੀ ਛੱਡ ਕੇ ਇਧਰਲੇ ਪਾਸੇ ਸ਼ਾਮਲ ਹੋਏ ਸੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ। ਉਹ ਆਉਂਦੇ ਆ ਤੇ ਹੌਲੀ ਦੇਣੀ ਪਹਿਲਾਂ ਖੜੇ ਹੁੰਦੇ ਆ, ਫਿਰ ਕੁਰਸੀ ਤੇ ਬਹਿਣ ਲੱਗਦੇ ਤਾਂ ਨਾਗਰਾ ਸਾਹਿਬ ਐਂ ਕਰਕੇ ਰੋਕ ਦਿੰਦੇ ਆ ਵੀ ਬਹਿਣਾ ਨਹੀਂ। ਹਾਂ, ਉਹ ਕਹਿੰਦੇ ਜੀ ਕੋਈ ਗੱਲ ਨਹੀਂ, 7 ਬਚਨ
ਸੁਣਿਆ ਨਹੀਂ ਕਿਸੇ ਨੂੰ, ਪਰ ਉਹਨਾਂ ਦਾ ਖੜੇ ਹੋਣ ਦਾ ਢੰਗ ਦੇ ਉਹ ਥੋੜਾ ਜਿਹਾ ਪਰੇ ਹੋ ਕੇ ਖੜੇ ਹੋ ਗਏ ਤੇ ਉੱਥੇ ਪਿੱਛੇ ਪ੍ਰੋਜੈਕਟਰ ਲੱਗਾ ਸੀ। ਫਿਰ ਮਾਰੀਆ ਨਾਗਰਾ ਸਾਹਿਬ ਕਹਿੰਦੇ ਥੋੜਾ ਹੋਰ ਆਉਣ ਤੇ ਉਹ ਫਿਰ ਉੱਥੋਂ ਵੀ ਪਰੇ ਚਲੇ ਗਏ। ਇਹ ਜਿਹੜਾ ਇਨਸੀਡੈਂਟ ਹੈ, ਹੋ ਸਕਦਾ ਵੀ ਬਹੁਤ ਘੱਟ ਲੋਕਾਂ ਨੇ ਇਸ ਚੀਜ਼ ਵੱਲ ਧਿਆਨ ਦਿੱਤਾ ਹੋਵੇ, ਕਿਉਂਕਿ ਬਹੁਤਾ ਧਿਆਨ ਤੇ ਇਹੋ ਸੀ ਨਾ ਵੀ ਲਓ ਜੀ ਸਿੱਧੂ ਸਾਹਿਬ ਨੇ ਵੱਟ ਕੱਢ ਤੇ 2013 ਦੇ ਵਿੱਚ ਅਕਾਲੀਆਂ ਨੇ ਐਂ ਕੀਤਾ। ਮੈਂ ਨਾ ਵੀ ਆਪਾਂ ਉੱਤੇ ਆਉਨੇ ਆ ਜੀ, ਪਰ ਹੁਣ ਜੇ ਆਪਾਂ ਇਹ ਸਾਰੇ ਕੁਛ ਨੂੰ ਦੇਖੀਏ ਤੇ ਜੇ ਮੈਂ ਗਲਤ ਨਹੀਂ ਤੇ ਮੁਹੰਮਦ ਮੁਸਤਫਾ ਸਾਹਿਬ ਸਾਬਕਾ ਪੁਲਿਸ ਅਧਿਕਾਰੀ ਨੇ ਤੇ ਇਸ ਵਕਤ ਜੇ ਅਹੁਦੇ ਪੱਖੋਂ ਦੇਖਿਆ ਜਾਵੇ ਤੇ ਇੱਕ ਸਲਾਹਕਾਰ ਨੇ, ਉਹ ਵੀ ਇੱਕ ਪੋਲੀਟੀਕਲ ਪਾਰਟੀ ਦੇ ਪ੍ਰਧਾਨ ਜੀ ਦੇ। ਸੰਵਿਧਾਨਕ ਅਹੁਦਾ ਤੇ ਬਣਦਾ ਕੋਈ ਨਹੀਂ, ਪਰ ਜੇ ਆਪਾਂ ਕਮਾਲੂ ਸਾਹਿਬ ਦੀ ਗੱਲ ਕਰੀਏ ਤੇ ਸੰਵਿਧਾਨਕ ਅਹੁਦਾ ਅਗਲੇ ਮੋੜ ਤੋਂ ਬਕਾਇਦਾ MLA ਨੇ। ਹੁਣ ਚੁਣੇ ਹੋਏ ਨੁਮਾਇੰਦੇ ਨੂੰ ਇੱਦਾਂ ਰੋਕ ਦੇਣਾ ਵੀ ਤੂੰ ਪਹਿਲਾਂ ਬਹਿ ਨਾ ਫਿਰ ਤੂੰ ਖਲੋ ਨਾ, ਉੱਥੇ ਸਾਰਿਆਂ ਨੇ ਨੋਟ ਤੇ ਕੀਤੀ ਗੱਲ ਇਹ। ਨਹੀਂ ਸੰਧਾਲੀਆ ਸਾਹਿਬ ਦੇਖੋ, ਇਹ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇਸ ਮਸਲੇ ਤੇ ਨੋਟਿਸ ਲੈਣਾ ਚਾਹੀਦਾ। ਇਸ ਕਰਕੇ ਨਹੀਂ ਕਿ ਇਹਦੇ ਨਾਲ ਬਹੁਤ ਵੱਡਾ ਪੰਜਾਬ ਦਾ ਕੋਈ ਨੁਕਸਾਨ ਹੋ ਗਿਆ, ਕਿਉਂਕਿ ਲੋਕਾਂ ਦਾ ਚੁਣਿਆ ਨੁਮਾਇੰਦਾ ਕੋਈ ਵੀ ਢੰਗ ਤਰੀਕਾ ਵਰਤਿਆ ਜਾ ਸਕਦਾ ਸੀ। ਇਦਾਂ ਵੀ ਕਿਹਾ ਜਾ ਸਕਦਾ ਸੀਗਾ ਕਿ ਭਾਈ ਬਹੁਤ ਸਤਿਕਾਰਯੋਗ ਨੇ ਸਾਡੇ ਆਏ ਨੇ, ਕੋਈ ਗੱਲ ਨਹੀਂ ਤੁਸੀਂ ਥੋੜੀ ਦੇਰ ਉਡੀਕ ਕਰੋ, ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ। ਕਿਉਂਕਿ ਉਹ ਕਹਿੰਦੇ ਮੈਂ ਪ੍ਰਗਟ ਸਿੰਘ ਨੂੰ ਮਿਲਣ ਆਇਆ ਸੀ। ਕਿਉਂਕਿ ਜੇ ਆਮ ਲੋਕਾਂ ਨੂੰ ਕਾਂਗਰਸ ਭਵਨ ਦੇ ਵਿੱਚ ਸੱਦਾ ਦਿੱਤਾ ਜਾਂਦਾ ਕਿ ਭਾਈ ਤੁਸੀਂ ਮਿਲੋ, ਕਾਂਗਰਸ ਦਾ ਇੱਕ MLA ਤਾਂ ਆ ਸਕਦਾ। ਜੇ ਉੱਥੇ ਮੁਸਤਫਾ ਸਾਹਿਬ ਬਹਿ ਸਕਦੇ ਆ ਤਾਂ ਬਿਠਾ ਲੈਣਾ ਚਾਹੀਦਾ ਸੀ। ਹਾਂ, ਹੋ ਸਕਦਾ ਹੈ ਕਿ ਅੰਦਰੂਨੀ ਹਲਕਿਆਂ 'ਚ ਇਹ ਗੱਲ ਚੱਲਦੀ ਹੋਵੇ ਕਿ ਨਹੀਂ ਭਾਈ ਆਪਾਂ ਇੰਨੇ ਬੰਦਿਆਂ ਨਹੀਂ ਬਹਿਣਾ, ਪਰ ਉਹ ਕਹਿੰਦੇ ਮੈਂ ਤਾਂ ਆਇਆ ਸੀ ਪ੍ਰਗਟ ਸਿੰਘ ਹੋਰਾਂ ਨੂੰ ਮਿਲਣ ਤੇ ਮੈਨੂੰ ਪਤਾ ਹੀ ਨਹੀਂ ਸੀ ਪ੍ਰੈਸ ਕਾਨਫਰੰਸ ਚੱਲਦੀ ਹੈ, ਚੱਲਦੀ ਬੈਠੀ ਕੁਰਸੀ ਖਾਲੀ ਸੀ, ਮੈਂ ਬਹਿਣ ਲੱਗਿਆ। ਪਰ ਇਹਦੇ ਨਾਲ ਕਿਤੇ ਨਾ ਕਿਤੇ ਹੋ ਸਕਦਾ ਕਿ ਜਿਹੜੇ 4 ਬੰਦੇ ਨਾਲ ਜੁੜਦੇ ਵੀ ਹੈ, ਕਿਉਂਕਿ ਸ਼ੁਰੂਆਤੀ ਦੌਰ 'ਚ ਇਹ ਸੀ ਨਾ ਕਿ ਖਹਿਰਾ ਸਾਹਿਬ ਤੇ ਉਹਨਾਂ ਦੇ ਨਾਲ ਜਿਹੜੇ 2 ਬੰਦੇ ਆਏ ਉਹ ਸਿੱਧੇ ਕੈਪਟਨ ਸਾਹਿਬ ਦੇ ਨਾਲ ਨੇ। ਪਰ ਜੇ ਕੋਈ ਬੰਦਾ ਇਦਾਂ ਮਿਲਣ ਆਉਂਦਾ ਹੈ, ਜੇ ਤਾਂ ਧੜਾ ਮਜ਼ਬੂਤ ਕਰਨਾ ਹੈ, ਜੇ ਆਪਣੇ ਨਾਲ ਸਾਰਿਆਂ ਨੂੰ ਜੋੜਨਾ ਹੈ, ਫਿਰ ਕਿਤੇ ਨਾ ਕਿਤੇ ਠੀਕ ਤਰੀਕੇ ਤੁਰਨਾ ਪਊਗਾ, ਰੱਖ ਕੇ ਤੁਰਨਾ ਪਊਗਾ। ਕਿਉਂਕਿ ਅਜੀਬ ਲੱਗਿਆ ਇਦਾਂ ਦਾ, ਜੇ ਕੋਈ ਬੱਸ ਦੇ ਵਿੱਚ ਵੀ ਸੀਟ ਹੋਵੇ ਉੱਥੋਂ ਵੀ ਬਹਿਣੋਂ ਰੋਕੇ ਤਾਂ ਬੰਦੇ ਨੂੰ ਅਜੀਬ ਲੱਗਦਾ। ਨਾਗਰਾ ਸਾਹਿਬ ਵਿਦਿਆਰਥੀ ਜਥੇਬੰਦੀਆਂ 'ਚ ਰਹੇ ਨੇ, ਪੁਰਾਣੇ ਬੰਦੇ ਨੇ, ਲਗਾਤਾਰ MLA ਵੀ ਬਣਦੇ ਆ ਰਹੇ ਆ, ਕਾਂਗਰਸ ਹਾਈ ਕਮਾਂਡ ਦੇ ਵਿੱਚ ਵੀ ਬੜੀ ਵੱਡੀ ਉਹਨਾਂ ਦੀ ਪਹੁੰਚ ਹੈਗੀ ਆ, ਕਈ ਸੂਬਿਆਂ ਦੇ ਕਾਂਗਰਸ ਪਾਰਟੀ ਵੱਲੋਂ ਇੰਚਾਰਜ ਰਹੇ ਆ। ਪਰ ਇਹ ਜਿਹੜਾ ਵਿਵਹਾਰ ਸੀ ਉਹ ਕਈਆਂ ਨੂੰ ਅੱਖਰਿਆ, ਬਾਕੀ ਉਹਨਾਂ ਦੀ ਅੰਦਰਲੀ ਗੱਲ ਹੈ ਕਿਹਨੂੰ ਬਿਠਾਉਣਾ ਸਰਾਣੇ ਵਾਲੇ ਪਾਸੇ, ਕਿਹਨੂੰ ਪੈਂਦੀ ਬਿਠਾਉਣਾ ਭਾਈ ਅਗਲੇ ਦੇਖਣ। ਨਹੀਂ, ਇੱਕ ਨਾ ਇਹਦੇ ਸਾਰੇ ਕੁਛ 'ਚ ਹੁਣ ਜਿਹੜੀਆਂ ਚੁਟਕੀਆਂ ਉਹ ਉਧਰ ਵੀ ਲਈਆਂ ਗਈਆਂ ਜਿੱਧਰੋਂ ਕਮਾਲੂ ਸਾਹਿਬ ਅਸਲੀ ਆਏ ਸੀ ਜੀ। ਉਹ ਕਹਿੰਦੇ ਦੇਖਿਆ ਜਦੋਂ ਆਪਣੀ ਪਾਰਟੀ ਮਾਂ ਪਾਰਟੀ ਛੱਡ ਕੇ ਉਧਰ ਜਾਈਏ, ਉੱਥੇ ਜਾ ਕੇ ਫਿਰ ਇਹੋ ਕੁਛ ਹੀ ਹੁੰਦਾ ਕਮਾਲੂ ਸਾਹਿਬ, ਇਹ ਤੁਹਾਨੂੰ ਉਦੋਂ ਹੀ ਸਮਝ ਜਾਣਾ ਚਾਹੀਦਾ ਸੀ, ਤੁਹਾਨੂੰ ਥੋੜਾ ਜਿਹਾ ਹੋ ਗਿਆ ਸਮਾਂ। ਤੇ ਆ ਅਸਲੀ ਚਿਹਰਾ ਤੁਹਾਨੂੰ ਕਾਂਗਰਸ ਵਾਲਿਆਂ ਵਿਖਾਤਾ ਵੀ ਭਾਈ ਸਾਹਿਬ ਕਾਂਗਰਸ ਪਾਰਟੀ ਅੰਦਰ ਹੀ ਆ ਸਾਰਾ ਕੁਝ, ਤੇ ਜਿਹੜਾ ਵੀ ਕੋਈ ਬਾਹਰੋਂ ਆਉਂਦਾ ਉਹਦੇ ਲਈ ਸਾਡੇ ਕੋਲ ਐਂਟਰੀ ਕੋਈ ਨਹੀਂ। ਉਹਨਾਂ ਨੇ ਸਿਰਫ ਸਾਡਾ ਬੰਦਾ ਤੋੜਿਆ ਜੀ, ਤੁਹਾਨੂੰ ਜਿਹੜੀ ਜਗ੍ਹਾ ਬਣਦੀ ਸੀਗੀ ਨਾ ਉਹ ਦਿੱਤੀ ਆ ਤੇ ਨਾ ਉਹਨਾਂ ਨੇ ਦੇਣੀ ਆ। ਹੁਣ ਠੀਕ ਆ ਭਾਈ, ਅਗਲਿਆਂ ਬੰਦਿਆਂ ਦਾ ਬੰਦਾ ਗਿਆ, ਉਹਨਾਂ ਨੂੰ ਵੀ ਮੌਕਾ ਮਿਲ ਗਿਆ ਗੱਲ ਕਰਨ ਦਾ। ਦੇਖੋ ਸਿਆਸਤ ਜੋ ਮਰਜ਼ੀ ਕਹੇ, ਪਰ ਮੈਨੂੰ ਇਹ ਲੱਗਦਾ ਵੀ ਜਿਹੜਾ ਅਹੁਦਾ ਬੰਦੇ ਦਾ ਉਸ ਅਹੁਦੇ ਦੇ ਹਿਸਾਬ ਨਾਲ ਉੱਥੇ ਰਿਸਪੈਕਟ ਜ਼ਰੂਰ ਦਿੱਤੀ ਜਾਣੀ ਚਾਹੀਦੀ ਸੀ। ਨਹੀਂ ਦਿੱਤੀ ਜਾਣੀ ਚਾਹੀਦੀ ਹੈ ਜੀ, ਕਿਉਂਕਿ ਫਿਰ ਆਮ ਬੰਦੇ ਵੀ ਕੀ ਸੋਚਣਗੇ। ਇਹ ਮਸਲਾ ਬਹੁਤ ਗੰਭੀਰ ਹੈ, ਕਿਉਂਕਿ ਹੁੰਦਾ ਕੀ ਸੀ, 2 ਧੜੇ ਨੇ ਇਸ ਵੇਲੇ। ਇੱਕ ਪਾਸੇ ਸਿੱਧੂ ਸਾਹਿਬ ਤੇ ਉਹਨਾਂ ਦੇ ਨਾਲ ਬੰਦੇ ਨੇ ਜਿਹੜੇ ਰੋਜ਼ ਕਾਂਗਰਸ ਭਵਨ ਦੇ ਵਿੱਚ ਬਹਿੰਦੇ ਆ। ਆਪਾਂ ਕੱਲ ਜ਼ਿਕਰ ਕੀਤਾ ਸੀ, ਪਤਾ ਨਹੀਂ ਮੰਤਰੀ ਬਹਿੰਦੇ ਕਿ ਨਹੀਂ ਬਹਿੰਦੇ, ਪਰ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਟੀਮ ਬਹਿੰਦੀ ਹੈ। ਲੋਕ ਉਹਨਾਂ ਦੇ ਕੋਲੇ ਆਉਂਦੇ ਨੇ, ਕੋਈ ਨਾ ਕੋਈ ਕੁਰਸੀ ਤੇ ਉਹਨਾਂ ਨੂੰ ਮਿਲਦਾ, ਕੁਰਸੀ ਖਾਲੀ ਨਹੀਂ ਮਿਲਦੀ। ਚਾਹੇ ਸਿੱਧੂ ਸਾਹਿਬ ਹੋਣ, ਪ੍ਰਗਟ ਸਿੰਘ ਹੋ ਰਹੀ, ਗਿਲਜੀਆਂ ਸਾਹਿਬ ਹੋਣ, ਨਾਗਰਾ ਸਾਹਿਬ ਹੋਣ, ਡੈਨੀ ਸਾਹਿਬ ਹੋਣ, ਚਾਹੇ ਗੋਇਲ ਸਾਹਿਬ, ਇੱਕ ਤੋਂ ਵੱਧ ਬੰਦੇ ਉੱਥੇ ਹੁੰਦੇ ਆ ਤੇ ਕਈ MLA ਵੀ ਵਰਕਰਾਂ ਨੂੰ ਮਿਲ ਜਾਂਦੇ ਆ। ਦੂਜੇ ਪਾਸੇ ਹੁਣ ਤਾਂ ਸੁਖਨਾ ਕਪਤਾਨ ਸਾਹਿਬ ਨੇ ਵੀ ਬੰਦੇ ਲਾਤੇ 4.5 ਸਾਲ ਬਾਅਦ ਕਿ ਭਾਈ ਜੇ ਕੋ ਘਰੇ ਆਉਂਦਾ ਤਾਂ ਉਹਨਾਂ ਨੂੰ ਮਿਲੋ, ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ। ਉਹਨਾਂ ਨੂੰ ਹੁਣ ਲੰਚ ਵੀ ਕਰਾਇਆ ਕਿ ਭਾਈ ਆਪਾਂ ਹੱਲ ਕਰਨਾ ਚੰਗੇ ਤਰੀਕੇ। ਪਹਿਲਾਂ ਬਹੁਤੇ ਕਾਂਗਰਸੀਆਂ ਦਾ ਰੌਲਾ ਕੀ ਸੀ ਕਿ ਅਸੀਂ ਜਾਣੇ ਆ, ਸਾਨੂੰ ਮਿਲ ਨਹੀਂ ਦਿੱਤਾ ਜਾਂਦਾ, ਸਾਡੀ ਮੁਲਾਕਾਤ ਨਹੀਂ ਹੋ ਪਾਉਂਦੀ, ਸਾਡੀ ਸ਼ਿਕਾਇਤ ਜਿਹੜੀ ਹੈ ਤੁਰ ਤੱਕ ਪਹੁੰਚਦੀ ਨਹੀਂ, ਅਸੀਂ ਜਾਈਏ ਤੇ ਜਾਈਏ ਕਿੱਥੇ। ਇਹ ਗੱਲ ਕੈਪਟਨ ਸਾਹਿਬ ਦੇ ਆਪਦੇ ਪਟਿਆਲੇ ਜ਼ਿਲ੍ਹੇ ਦੇ ਵੀ ਕਈ ਵਿਧਾਇਕਾਂ ਨੇ ਕਹੀ ਸੀ। ਤੇ ਜੇ ਹੁਣ ਦੂਜੇ ਪਾਸੇ ਵੀ ਆਹ ਕੁਛ ਹੋਊਗਾ, ਹਾਲਾਂਕਿ ਹੋ ਸਕਦਾ ਨਾਗਰਾ ਸਾਹਿਬ ਦੇ ਮਨ 'ਚ ਕੁਛ ਨਾ ਹੋਵੇ, ਉਹਨਾਂ ਦੇ ਮਨ ਸਿਰਫ ਇਹਦੇ ਹੋਊਗਾ ਯਾਰ ਹੋ ਸਕਦਾ ਕਿ ਇਹ ਕੱਲ ਆਏ ਨੇ ਕਈ ਬੰਦੇ, ਹਜੇ ਮਹੀਨੇ ਕੁਛ ਹੋਏ ਕਾਂਗਰਸ 'ਚ ਆਇਆ ਨੂੰ, ਕਿ ਕਈ ਸੀਨੀਅਰ ਬੰਦੇ ਜਿਹੜੇ ਇਤਰਾਜ਼ ਨਾ ਕਰਨਗੇ ਤੁਸੀਂ ਕਮਾਲੂ ਸਾਹਿਬ ਨੂੰ ਤਾਂ ਬਿਠਾ ਲਿਆ ਤੇ ਸਾਨੂੰ ਤੁਸੀਂ ਸੱਦਾ ਵੀ ਨਾ ਭੇਜਿਆ। ਹੋ ਸਕਦਾ ਕਿ ਉਸ ਰੁਝਾਨ ਨੂੰ ਰੋਕਣਾ ਚਾਹੁੰਦੇ ਹੋਣ, ਪਰ ਲੋਕਾਂ ਦੇ ਵਿੱਚ ਕੀ ਗੱਲ ਜਾਂਦੀ ਉਹ ਵੱਧਦੀਆਂ ਗੱਲਾਂ। ਅਰੇ ਚਲੋ ਇਹ ਤੇ ਸਮਾਂ ਦੱਸੂਗਾ, ਪਰ ਇੱਕ ਗੱਲ ਤੇ ਹੈਗੀ ਆ ਬਾਟ ਸਾਹਿਬ ਵੀ ਕਮਾਲੂ ਸਾਹਿਬ ਨੇ ਮਨ ਹੀ ਮਨ ਸੋਚਿਆ ਜ਼ਰੂਰ ਹੋਣਾ ਵੀ ਅੱਜ ਤੁਹਾਡੇ ਕੋਲੇ 80 ਸੀ ਤਾਂ ਗੱਲਾਂ ਕਰਦੇ ਜੀ, 2022 ਚ ਦੁਬਾਰਾ ਮੰਨ ਲਓ ਕਮਾਲੂ ਸਾਹਿਬ ਨੂੰ ਟਿਕਟ ਮਿਲੀ, ਉਹ ਫਿਰ ਜਿੱਤ ਜਾਣ ਤੇ ਗੱਲ ਅੜ ਜਵੇ ਜਾ ਕੇ 58 59 ਵਾਲੇ ਪਾਸੇ ਨੂੰ, ਉਦੋਂ ਇੱਕ ਬੰਦੇ ਦੀ ਕੀ ਵੈਲਿਊ ਹੁੰਦੀ ਉਦੋਂ ਪਤਾ ਲੱਗਦਾ ਹੈ ਨਾ। ਹੁਣ ਨਹੀਂ ਪਤਾ ਲੱਗਦਾ ਵੀ MLA ਕੀ ਹੁੰਦਾ, ਉਦੋਂ ਪਤਾ ਲੱਗਦਾ। ਇਹ ਨਾ ਵੀ ਇੱਕ ਨਾ ਦਾੜ ਥੱਲੇ ਪਟਵਾਰੀ ਵਾਲੀ ਗੱਲ ਹੀ ਹੋ ਗਈ, ਕਹਿੰਦਾ ਮਰਲਾ ਜ਼ਮੀਨ ਹੁੰਦੀ ਤੈਨੂੰ ਦੱਸ ਦਿੰਦੇ ਪਟਵਾਰੀ ਕੌਣ ਹੁੰਦਾ। ਬਾਕੀ ਸੰਧਾਲੀਆ ਸਾਹਿਬ ਉਹ ਜਿਹੜੀ
ਮੀਟਿੰਗ ਹੋਈ ਹੈ, ਪ੍ਰੈਸ press ਕਾਨਫਰੰਸ ਹੋਈ conference ਹੈ। ਹਾਂਜੀ ਮੀਟਿੰਗ, ਕਿਉਂਕਿ ਬਾਅਦ ਵਿੱਚ ਉੱਥੇ ਬਹੁਤ ਸਾਰੇ ਵਿਧਾਇਕ ਹੋਰ ਵੀ ਆ ਗਏ ਸੀ। ਉਹਦੇ ਤੋਂ ਪਹਿਲਾਂ ਕਿ ਉਹਨਾਂ ਨੇ ਮੀਟਿੰਗ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੁਝ ਕਿਹਾ, ਨਵਜੋਤ ਸਿੰਘ ਸਿੱਧੂ ਨੇ ਅਚਾਨਕ ਪ੍ਰੈਸ ਕਾਨਫਰੰਸ ਕਿਉਂ ਸੱਦ ਲਈ? ਸਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਝ ਵੀਡੀਓਜ਼ ਜਾਰੀ ਹੋਈਆਂ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ 17 ਤਰੀਕ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਤੁਰਨਾ ਹੈ, ਸਵੇਰੇ ਪਾਰਲੀਮੈਂਟ ਭਵਨ ਤੱਕ ਜਾਣਾ ਹੈ, ਆਪਾਂ ਰੋਸ ਮਾਰਚ ਕਰਨਾ ਹੈ ਕਿਉਂਕਿ ਸਾਲ ਹੋ ਗਿਆ ਖੇਤੀਬਾੜੀ ਕਾਨੂੰਨਾਂ ਨੂੰ ਤੇ ਅਸੀਂ ਠੋਕ ਕੇ ਵਿਰੋਧ ਕਰਦੇ ਹਾਂ। ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਇਹ ਪਹਿਲੀ ਸਿਆਸੀ ਪਾਰਟੀ ਹੈ ਜਿਹੜੀ ਕਹਿੰਦੀ ਕਿ ਅਸੀਂ ਦਿੱਲੀ ਚੱਲੇ ਹਾਂ। ਉਹਦੇ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਦੀ ਵੀ ਵੀਡੀਓ ਆਈ ਹੈ, ਉਹ ਖੜੇ ਹੋ ਕੇ ਸਾਰਿਆਂ ਨੂੰ ਕਹਿੰਦੇ ਆ ਜੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਓ, ਆਪਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨਾ ਹੈ। ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਵੀ ਇੱਕ ਵੀਡੀਓ ਆ ਜਿਹਦੇ ਵਿੱਚ ਕਿ 3 ਤਖਤਾਂ ਤੋਂ ਕਿਸ ਤਰੀਕੇ ਇੱਕ ਮਾਰਚ ਕੱਢਿਆ ਗਿਆ ਸੀ, ਕਿਸ ਤਰੀਕੇ ਪਾਰਲੀਮੈਂਟ ਦੇ ਵਿੱਚ ਤੋੜ ਵਿਛੋੜਾ ਕੀਤਾ ਗਿਆ ਕਿ ਅਸੀਂ ਅਸਤੀਫਾ ਦਿੰਨੇ ਆ, ਕਿਸ ਤਰੀਕੇ ਸੰਸਦ ਤੋਂ ਬਾਹਰ ਆ ਕੇ ਵੀ ਗੱਲਾਂ ਕੀਤੀਆਂ, ਉਹ ਅਕਾਲੀ ਦਲ ਦੇ ਪੱਖ ਦੀਆਂ ਵੀਡੀਓ ਨੇ। ਇੱਕ ਐਸਾ ਪ੍ਰਭਾਵ ਸ਼੍ਰੋਮਣੀ ਅਕਾਲੀ ਦਲ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਬਾਕੀ ਸਿਆਸੀ ਪਾਰਟੀਆਂ ਤਾਂ ਮੂੰਹ ਮਲਾਜਾ ਕਰਦੀਆਂ, ਆਹ ਦੇਖੋ ਅਸੀਂ ਕਾਲਾ ਦਿਵਸ ਮਨਾਉਣਾ ਜਿੱਦਣ ਖੇਤੀ ਕਾਨੂੰਨ ਬਣੇ ਆ ਉਦਣ ਤੇ ਦਿੱਲੀ ਚੱਲੇ ਆ, ਕੱਲ ਨੂੰ ਜਾਣਾ ਹੁੰਦਾ। ਮੇਰੇ ਖਿਆਲ ਨਾਲ ਅੱਜ ਤੇ ਸਾਰੀਆਂ ਤਿਆਰੀਆਂ ਵੀ ਹੋ ਗਈਆਂ ਵੀ ਹਰੀ ਪੱਗ ਕਿੰਨੇ ਬੰਨਣੀ ਆ, ਪੋਸਟਰ ਕਿੰਨੇ ਫੜਨਾ, ਕਾਲਾ ਝੰਡਾ ਕਿਹਦੇ ਕੋਲ ਹੋਊਗਾ, ਅੱਗੇ ਕਿਹਦੀ ਗੱਡੀ ਹੋਊਗੀ, ਪਿੱਛੇ ਕਿਹਦੀ ਗੱਡੀ ਹੋਊਗੀ, ਤੇ ਕਾਫਲਾ ਕਿੰਨੀਆਂ ਗੱਡੀਆਂ ਦਾ ਕਿਹਨੇ ਲੈ ਕੇ ਜਾਣਾ ਹੈ। ਉਹਦੇ ਤੋਂ ਬਾਅਦ ਅਚਾਨਕ ਨਵਜੋਤ ਸਿੰਘ ਸਿੱਧੂ ਕਹਿੰਦੇ ਪੀਸੀ ਕਰਨੀ ਆ ਪ੍ਰੈਸ ਕਾਨਫਰੰਸ, ਆਪਾਂ ਜਿਹੜੇ ਸੰਵਾਦਦਾਤਾ ਨੇ, ਪੱਤਰਕਾਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਪਾਂ ਬੜੇ ਚਿਰਾਂ ਤੋਂ ਇਹ ਕਹਿੰਦੇ ਸੀ ਕਿ ਭਾਈ ਜੇ ਕੋਈ ਸਿਆਸੀ ਲੀਡਰ ਕੋਈ ਦੋਸ਼ ਲਾਉਂਦਾ ਕਿਸੇ ਤੇ ਜਾਂ ਆਪਣਾ ਪੱਖ ਰੱਖਦਾ, ਡਾਕੂਮੈਂਟ ਲੈ ਕੇ ਆਵੇ, ਦਸਤਾਵੇਜ਼ ਆਥੈਂਟਿਕ। ਸਾਨੂੰ ਨਹੀਂ ਪਤਾ ਕਿ ਉਹ ਦਸਤਾਵੇਜ਼ ਆਥੈਂਟਿਕ ਆ ਕਿ ਨਹੀਂ, ਇਹ ਤਾਂ ਲੋਕ ਦੇਖਣ ਤੇ ਵਿਰੋਧੀ ਦੇਖਣ। ਨਵਜੋਤ ਸਿੰਘ ਸਿੱਧੂ ਆਉਂਦੇ ਆ, ਕਾਰਜਕਾਰੀ ਪ੍ਰਧਾਨਾਂ ਤੇ ਜਨਰਲ ਸਕੱਤਰ ਨੂੰ ਨਾਲ ਲੈ ਕੇ ਆਉਂਦੇ ਆ ਤੇ ਮੂਹਰੇ ਪੱਤਰਕਾਰ ਬੈਠੇ ਆ ਤੇ ਉੱਥੇ 3 ਮੁੱਦੇ ਜਿਹੜੇ ਛੋਂਦੇ ਆ, ਉਹ ਅੱਜ ਤੱਕ ਦਾ ਸਭ ਤੋਂ ਵੱਡਾ ਮੈਨੂੰ ਲੱਗਦਾ ਕਿ ਦੋਸ਼ ਹੈ। ਅਕਾਲੀ ਦਲ ਉਹਦਾ ਹੁਣ ਤੱਕ ਜਵਾਬ ਦੇਦਾ ਵਧੀਆ ਆਥੈਂਟਿਕ ਤਰੀਕੇ ਨਾਲ। ਉਹ ਕਹਿੰਦੇ ਜੀ ਆ ਦੇਖੋ, ਜਿਹੜਾ ਕਿ ਇਸ ਵੇਲੇ ਐਗਰੀਕਲਚਰ ਦੇ ਮੁੱਦੇ ਤੇ ਕੰਟਰੈਕਟ ਫਾਰਮਿੰਗ ਦਾ ਮਸਲਾ ਹੈ, ਜਿਹੜਾ ਮੋਦੀ ਸਰਕਾਰ ਨੇ ਕਾਨੂੰਨ ਬਣਾਇਆ ਉਹ ਤਾਂ 6, 7, 8 ਸਾਲ ਪਹਿਲਾਂ 2013 ਚ ਬਾਦਲ ਸਾਹਿਬ ਦੀ ਸਰਕਾਰ ਦੇ ਵੇਲੇ ਬਿਨ 1-2 ਚੀਜ਼ਾਂ ਨੂੰ ਛੱਡ ਕੇ ਇਹ ਪਹਿਲਾਂ ਹੀ ਪੰਜਾਬ ਚ ਬਣਾ ਕੇ ਲਾਗੂ ਕਰ ਚੁੱਕੇ ਆ ਤੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਉਹ ਪੇਸ਼ ਕੀਤਾ ਸੀ ਤੇ ਨਾਲ ਹੀ ਉਹਨਾਂ ਨੇ ਕਾਗਜ਼ ਕੱਢ ਲਏ। ਕਹਿੰਦੇ ਮੈਂ ਕੋਲੋਂ ਨਹੀਂ ਕਹਿੰਦਾ, ਆਹ ਦੇਖੋ। ਫਿਰ 3-4 ਚੀਜ਼ਾਂ ਲਿਖਿਆ, ਜਾਨੀ ਦੋਸ਼ ਕੀ ਹੈ? ਇਹ ਨਹੀਂ ਕਿ 2013 ਦੇ ਵਿੱਚ ਕੋਈ ਚੀਜ਼ ਬਣੀ ਹੈ, ਉਹਨਾਂ ਨੇ ਦੋਸ਼ ਇਹ ਲਾਇਆ ਕਿ ਆਹ ਚੀਜ਼ ਇੱਥੋਂ ਕਾਪੀ ਕਰਕੇ ਮੋਦੀ ਸਾਹਿਬ ਨੇ, ਕੇਂਦਰ ਸਰਕਾਰ ਨੇ ਸਾਰੇ ਭਾਰਤ ਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਖਰੜਾ ਤਿਆਰ ਕਰਕੇ ਦਿੱਤਾ। ਦੋਸ਼ ਇਹ ਲਾਤਾ। ਹੁਣ ਕਿੰਨੀ ਕੁ ਸੱਚਾਈ ਹੈ, ਕਿੰਨੀ ਕੁ ਨਹੀਂ, ਇਹਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਵਾਲੇ ਦੇ ਦੇਣਗੇ, ਉਹ ਵੀ ਚੰਗੇ ਤਰੀਕੇ ਨਾਲ। ਹੁਣ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਕਿ ਆ ਦੇਖੋ, ਅੱਜ ਜਿਹੜੇ ਬੰਦੇ ਦਿੱਲੀ ਨੂੰ ਚੱਲੇ ਆ, ਜਿਹੜੇ ਕਹਿੰਦੇ ਕਿ ਅਸੀਂ ਖੇਤੀ ਕਾਨੂੰਨਾਂ ਦੇ ਖਿਲਾਫ ਆ, 2013 ਚ ਬਾਦਲ ਸਾਹਿਬ ਦੀ ਸਰਕਾਰ ਦੇ ਵੇਲੇ ਇਹਨਾਂ ਨੇ ਆ ਕਾਨੂੰਨ ਬਣਾਤਾ ਸੀ ਕਿ ਭਾਈ ਐਸਡੀਐਮ ਦੇ ਕੋਲ ਹੀ ਜੇ ਕੰਟਰੈਕਟ ਫਾਰਮਿੰਗ ਹੋਏਗੀ, ਡਿਸਪਿਊਟ ਹੁੰਦਾ ਤਾਂ ਐਸਡੀਐਮ ਦੇ ਕੋਲ ਜਾਊਗਾ, ਜੇ ਐਸਡੀਐਮ ਦਾ ਰੌਲਾ ਪੈਂਦਾ। ਤੇ ਉਹਦੇ ਤੋਂ ਬਾਅਦ ਜੇ ਕਿਸਾਨ ਐਸਡੀਐਮ ਦੇ ਫੈਸਲੇ ਤੋਂ ਖੁਸ਼ ਨਹੀਂ ਹੁੰਦਾ ਤਾਂ ਅਦਾਲਤ 'ਚ ਨਹੀਂ ਜਾ ਸਕਦਾ। ਉਹ ਕਹਿੰਦੇ ਆ ਦੇਖੋ ਲਿਖਿਆ। ਦੂਸਰੀ ਗੱਲ, ਉਹ ਕਹਿੰਦੇ ਇਹਦੇ ਵਿੱਚ ਸਾਫ਼ ਲਿਖਿਆ ਹੈ ਕਿ ਕੰਟਰੈਕਟ ਫਾਰਮਿੰਗ ਪੰਜਾਬ ਦੇ ਵਿੱਚ ਹੋਏਗੀ ਤਾਂ ਐਮਐਸਪੀ ਸ਼ਬਦ ਹੈ ਨਹੀਂ। ਕਣਕ ਤੇ ਝੋਨੇ ਦਾ ਜ਼ਿਕਰ ਹੈਗਾ ਜਿਹਦੀ ਆਲਰੇਡੀ ਐਮਐਸਪੀ ਹੈਗੀ ਆ, ਪਰ ਉਹਦੇ ਵਿੱਚ ਐਮਐਸਪੀ ਸ਼ਬਦ ਲਿਖਿਆ ਨਹੀਂ ਤੇ ਅੱਜ ਕਹਿੰਦੇ ਐਮਐਸਪੀ ਲਈ ਦੌੜੇ ਫਿਰਦੇ ਆ। ਤੀਸਰੀ ਗੱਲ, ਉਹ ਕਹਿੰਦੇ ਕਿ ਉਹਦੇ ਵਿੱਚ ਸਾਫ਼ ਲਿਖਿਆ ਹੈ ਕਿ ਖੇਤੀਬਾੜੀ ਕਿਵੇਂ ਕਰਨੀ ਆ ਕੰਟਰੈਕਟ ਫਾਰਮਿੰਗ 'ਚ ਨਿਰਦੇਸ਼ ਕੰਪਨੀ ਦਊ, ਬੀਜ ਤੈਅ ਕੰਪਨੀ ਕਰੂ, ਖਾਦ ਤੈਅ ਕੰਪਨੀ ਕਰੂ, ਕੀਟਨਾਸ਼ਕ ਦਵਾਈ ਤੈਅ ਕੰਪਨੀ ਕਰੂ, ਤੇ ਉਹਦੇ ਤੋਂ ਵੀ ਵੱਡੀ ਗੱਲ, ਖੇਤ 'ਚੋਂ ਫਸਲ ਖਰੀਦੂ, ਮੰਡੀ ਨਹੀਂ ਜਾਣਾ। ਮਤਲਬ ਇਹ ਅਸਲ ਦੇ ਵਿੱਚ ਇਹ ਨੁਕਤਾ ਸੀ ਜਿਹਦੇ ਤੋਂ ਕਹਿੰਦੇ ਵੀ ਗਾਂ ਕਾਨੂੰਨ ਬਣੇ, ਕਿਉਂਕਿ ਹੁਣ ਜਿਹੜੇ 3 ਕਾਨੂੰਨ ਨੇ ਉਹਦੇ ਵਿੱਚੋਂ ਇਹ ਗੱਲ ਤੇ ਇਹੀ ਹੈ ਨਾ ਵੀ ਚਲੋ ਕੰਟਰੈਕਟ ਫਾਰਮਿੰਗ ਵਾਲਾ ਕੱਢ ਦੇਣ ਜੀ। ਅਸਲ ਮੁੱਦਾ ਤੇ ਇਹੀ ਹੈ ਵੀ ਜੇ ਪੰਜਾਬ, ਹਰਿਆਣਾ ਤੇ ਕੁਝ ਸਟੇਟਾਂ ਬਾਕੀਆਂ ਦੇ ਜ਼ਿਲ੍ਹਿਆਂ ਦੇ ਵਿੱਚ ਜੇ ਖੇਤੀ ਦੇ ਵਿੱਚੋਂ ਕਣਕ ਝੋਨੇ ਦੀ ਸਰਕਾਰੀ ਖਰੀਦ ਹੁੰਦੀ ਹੈ ਜਾਂ ਤਈਆਂ ਦੀ ਐਮਐਸਪੀ ਮਿਲਦੀ ਹੈ ਤੇ ਏਪੀਐਮਸੀ ਐਕਟ ਦੇ ਤਹਿਤ ਅਗਲਾ ਬੰਦਾ ਮੰਡੀ 'ਚ ਜਾਂਦਾ, ਮੰਡੀ 'ਚ ਬੋਲੀ ਲੱਗਦੀ ਆ, ਜੋ ਰੇਟ ਤੈਅ ਕੀਤਾ ਹੁੰਦਾ ਉਹਦੇ ਹਿਸਾਬ ਨਾਲ ਗੱਲ ਨਿਬੜ ਜਾਂਦੀ। ਆਂਢ ਗੁਆਂਢ ਵੀ ਪਤਾ ਲੱਗ ਜਾਂਦਾ ਵੀ ਹਾਂ ਵੀ ਕਿੰਨੇ ਨੂੰ, ਇਹ ਕਹਿੰਦਾ ਯਾਰ 120, ਚੱਲ 125 ਨੂੰ, ਨਹੀਂ 130, ਨਹੀਂ 135, 40, ਜਿੱਦਾਂ ਵੀ ਗੱਲ ਬਣਦੀ। ਪਰ ਅਕੋਰਡਿੰਗ ਟੂ ਨਵਜੋਤ ਸਿੰਘ ਸਿੱਧੂ ਸਾਹਿਬ, ਜਿਹੜਾ ਕਾਨੂੰਨ ਉਦੋਂ ਬਣਿਆ ਸੀ ਉਹ ਇਹ ਕਹਿੰਦਾ ਵੀ ਵੀਰ ਆਪਾਂ ਖੇਤ 'ਚ ਚੱਕ ਲੈਣੀ ਆ, ਲੋੜ ਹੀ ਨਹੀਂ ਮੰਡੀ ਜਾਣ ਦੀ। ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਦਵਾਈ ਬੂਟੀ ਸਾਰਾ ਕੁਝ ਕੰਪਨੀ ਦਾ, ਯਾਨੀ ਕਿ ਜਿਹਨੇ ਵੀ ਕਰਾਰ ਕੀਤਾ, ਠੇਕਾ ਕੀਤਾ,
ਜਿਹੜੇ ਬੰਦੇ ਨੇ ਕੰਟੈਕਟ ਕੀਤਾ ਉਹੀ ਬੰਦਾ ਦੱਸੂਗਾ ਵੀ ਆਹ ਦਵਾਈ ਪਾਉਣੀ ਆ, ਆਹ ਆਪਣਾ ਰੇਟ ਤੈਅ ਹੋ ਗਿਆ, ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਆਪਾਂ ਮੰਡੀ ਚੋਂ ਜਾਣਦਾ ਤੇਰੇ ਖੇਤ ਚੋਂ ਚੱਕ ਲੈਣੀ ਚੀਜ਼। ਤੇ ਜੇ ਕੋਈ ਸਿਆਪਾ ਪੈ ਵੀ ਗਿਆ ਤੇ ਵੱਧ ਤੋਂ ਵੱਧ SDM ਤੱਕ ਜਾਵਾਂਗੇ। ਪਰ ਕੁੱਲ ਮਿਲਾ ਕੇ ਪਿਕਚਰ ਜਿਹੜੀ ਇੰਨੀ ਗਿਆ। ਹੁਣ ਇਸ ਚੀਜ਼ ਨੂੰ ਐਲੈਬੋਰੇਟ ਕਰਦਿਆਂ ਸਿੱਧੂ ਸਾਹਿਬ ਨੇ ਜਿਸ ਤਰ੍ਹਾਂ ਗੱਲ ਸਮਝਾਈ ਆ, ਮੈਂ ਇੱਕ ਗੱਲੋਂ ਸੋਚਦਾ ਸੀ ਵੀ ਯਾਰ ਇਹ ਜਾਂ ਤਾਂ ਇੰਨਾ ਚਿਰ ਵੇਟ ਕਰਦੇ ਰਹੇ ਵੀ ਯਾਰ ਕੋਈ ਨਹੀਂ, ਰੁਕ ਜਾ ਤੈਨੂੰ ਮੈਂ ਦੱਸਦਾ ਕਦੋਂ ਚਲਾਉਣੀ ਗੋਲੀ ਹੈ, ਜਾਂ ਤਾਂ ਇਹਨਾਂ ਨੇ ਉਹ ਕੰਮ ਕੀਤਾ, ਜਾਂ ਫਿਰ ਇਹ ਆ ਵੀ ਕਿਤੇ ਹਿਸਾਬ ਹੀ ਹੁਣ ਆਇਆ ਵੀ ਯਾਰ ਉਹ ਕਾਗਜ਼ ਲੱਭ ਗਈ ਹੈ। ਸੰਧਾਲੀਆ ਸਾਹਿਬ ਵੈਸੇ ਤਾਂ ਉਹ ਕਾਗਜ਼ ਜਿਹੜੇ ਪਬਲਿਕ ਹੀ ਹੋਣੇ ਆ, ਜਨਤਕ ਹੀ ਹੋਣੇ ਆ। ਮੇਰੇ ਮਨ ਦੇ ਵਿੱਚ ਇੱਕ ਹੋਰ ਆਉਂਦਾ, ਕਿਉਂਕਿ ਦੋ ਚੀਜ਼ਾਂ ਉਹਨਾਂ ਨੇ ਹੋਰ ਕਹੀਆਂ। ਉਹ ਕਹਿੰਦੇ ਜੀ ਇਹਦੇ ਵਿੱਚ ਸਾਫ਼ ਲਿਖਿਆ ਕਿ ਜੇ ਕਿਸਾਨ ਐਗਰੀਮੈਂਟ ਤੋੜਦਾ ਹੈ ਤਾਂ ਕੈਦ ਵੀ ਹੋ ਸਕਦੀ ਹੈ ਤੇ 5,000 ਤੋਂ 5 ਲੱਖ ਦਾ ਜੁਰਮਾਨਾ ਵੀ। ਤੇ ਜੇ ਫਰਦ ਦੇ ਉੱਤੇ ਪਿਛਲਾ ਬਕਾਇਆ ਕੋਈ ਲਿਖਿਆ ਜਾਂਦਾ ਕਰਜ਼ੇ ਕੁਰਜ਼ੇ ਦਾ, ਤਾਂ ਨਾ ਉਹ ਜ਼ਮੀਨ ਵੇਚ ਸਕਦੇ ਆ, ਨਾ ਕਰਜ਼ਾ ਉੱਪਰ ਲੈ ਸਕਦੇ ਆ, ਨਾ ਗਾਂ ਕਿਸੇ ਨੂੰ ਟਰਾਂਸਫਰ ਕਰ ਸਕਦੇ ਆ। ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਕਹਿਤੀਆਂ, ਜਾਣੀ ਕਿ ਜਿਹੜੇ ਖੇਤੀ ਕਾਨੂੰਨਾਂ ਦਾ ਕਿਸਾਨ ਜਥੇਬੰਦੀਆਂ ਹੁਣ ਵਿਰੋਧ ਕਰਦੀਆਂ, ਅਕੋਰਡਿੰਗ ਟੂ ਨਵਜੋਤ ਸਿੰਘ ਸਿੱਧੂ, ਉਹਨਾਂ ਦੇ ਮੁਤਾਬਕ ਉਹ ਕਹਿੰਦੇ ਕਿ ਇਹ ਤਾਂ 98% 2013 ਚ ਪੰਜਾਬ ਚ ਲਾਗੂ ਹੋ ਚੁੱਕਾ, ਤੇ ਇਹ ਖਰੜਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਪੇਸ਼ ਕੀਤਾ ਸੀ, ਇਹ ਦੋਸ਼ ਲਾਇਆ ਉਹਨਾਂ ਨੇ। ਹੁਣ ਇਸ ਗੱਲ ਦਾ ਜਵਾਬ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮਾਨਯੋਗ ਲੀਡਰ ਸਾਹਿਬ ਸਾਡੇ ਦੇਣਗੇ, ਪਰ ਇਹਦੇ ਨਾਲ ਇੱਕ ਬਹੁਤ ਵੱਡਾ ਸਵਾਲ ਹੋਰ ਵੀ ਪੈਦਾ ਹੁੰਦਾ। ਮੈਂ ਕਹਿੰਦਾ ਕਿ ਬਹੁਤ ਚੰਗਾ ਕਿ ਲੋਕਾਂ ਦੇ ਸਾਹਮਣੇ ਤੱਥ ਆਉਣ ਲੱਗੇ ਨੇ, ਇਹਨਾਂ ਦੇ ਵੀ ਆ ਜਾਣਗੇ। ਹੁਣ ਸਵਾਲ ਇੱਕ ਬਹੁਤ ਵੱਡਾ ਕਿ ਜੇ 2013 ਤੋਂ 2021 ਚ ਜਾ ਕੇ ਪਤਾ ਲੱਗਾ, ਅੱਜ ਕਾਂਗਰਸ ਵੀ ਕਹਿੰਦੀ ਅਸੀਂ ਕਿਸਾਨਾਂ ਦੇ ਨਾਲ, ਅਕਾਲੀ ਵੀ ਕਹਿੰਦੇ, ਭਾਜਪਾ ਵੀ ਕਹਿੰਦੀ ਕਿ ਕਾਨੂੰਨਾਂ ਦੇ ਰਾਹੀਂ ਅਸੀਂ ਨਾਲ, ਬਸਪਾ ਵੀ ਕਹਿੰਦੀ, ਆਮ ਆਦਮੀ ਪਾਰਟੀ, ਸਾਰੇ ਕਹਿੰਦੇ ਨਾ। 2013 ਤੋਂ ਲੈ ਕੇ ਹੁਣ ਤੱਕ ਇਹ ਕਿਸੇ ਸਿਆਸੀ ਪਾਰਟੀ ਦੇ MLA ਨੂੰ ਚੇਤਾ ਕਿਉਂ ਨਾ ਆਇਆ? ਜੇ ਉਹ ਪਾਸ ਹੋ ਗਿਆ ਸੀ ਉਦੋਂ ਵੀ ਤਾਂ ਗਲਤੀ ਸੀ। ਇਹਦਾ ਮਤਲਬ ਪਤਾ ਕੀ ਨਿਕਲਦਾ ਕਿ ਜਦੋਂ ਆ ਲਾਕਡਾਊਨ ਦੇ ਦੌਰਾਨ 3 ਖੇਤੀਬਾੜੀ ਕਾਨੂੰਨ ਪਾਸ ਹੋਏ ਆ, ਆਰਡੀਨੈਂਸ ਆਏ ਆ, ਜੇ ਕਿਸਾਨ ਜਥੇਬੰਦੀਆਂ ਟਰੈਕਟਰਾਂ ਤੇ ਚੜ ਕੇ ਪੰਜਾਬ ਦੇ ਪਿੰਡਾਂ 'ਚ ਨਾ ਨਿਕਲਦੀਆਂ, ਜੇ ਕਿਸਾਨ ਜਥੇਬੰਦੀਆਂ ਦੇ ਆਗੂ ਵੱਡੇ ਵੱਡੇ ਲੇਖ ਨਾ ਲਿਖਦੇ, ਜੇ ਕਿਸਾਨ ਜਥੇਬੰਦੀਆਂ ਵਾਲੇ ਦੁਹੱਥੜੀਆਂ ਨਾ ਪਿੱਟਦੇ ਕਿ ਮਾਰੇ ਗਏ, ਲੁੱਟੇ ਗਏ, ਭਾਈ ਕਾਨੂੰਨ ਗਲਤ ਨੇ, ਇਹਨਾਂ ਕਿਸੇ ਨਹੀਂ ਸੀ ਬੋਲਣਾ। ਜਿਹੜੇ 2013 ਚ ਨਹੀਂ ਬੋਲੇ, ਇਹ 2013 ਚ ਕਿੰਨੀ ਵਾਰੀ ਦਿੱਲੀ ਨੂੰ ਗਏ ਨੇ, ਇਹ 2013 ਚ ਕਿੰਨੀ ਵਾਰੀ ਕਿਸਾਨਾਂ ਦੇ ਨਾਲ ਖੜੇ ਆ। ਜੇ ਉਹ ਪਾਸ ਹੋ ਗਿਆ, ਇਹਨਾਂ ਦੇ ਸਾਹਮਣੇ ਹੀ ਹੋਇਆ ਹੋਣਾ। ਇਹਦਾ ਮਤਲਬ ਕੀ ਨਿਕਲਦਾ ਕਿ ਐਤਕੀ ਵੀ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ, ਇੱਕ ਦਬਾਅ ਸਮੂਹ ਦੇ ਤੌਰ ਤੇ, ਜੇ ਕਿਸਾਨ ਜਥੇਬੰਦੀਆਂ ਹਾਲ ਪਾ ਰਿਆ ਨਾਮ ਚਾਹੁੰਦੀਆਂ, ਇਹ ਪੰਜਾਬ ਦੇ ਸਿਆਸੀ ਲੀਡਰਾਂ ਨੇ ਕੁਸਕਣਾ ਨਹੀਂ ਸੀ, ਇਹਨਾਂ ਨੇ ਸੁਸਰੀਆਂ ਨੂੰ ਸੁੱਤੇ ਰਹਿਣਾ ਸੀ ਕਿ ਭਾਈ ਹੋ ਲੈਣ ਦਿਓ, ਕਿਉਂਕਿ ਲੈ ਦੇ ਕੇ ਤਾਂ ਇਹਨਾਂ ਨੂੰ ਵੀ ਪਤਾ ਨਾ ਕਿ ਭਾਈ ਜੇ ਅਸੀਂ ਕੁਝ ਕਰਨ ਜੋਗੇ ਹੁੰਦੇ ਤਾਂ ਪੰਜਾਬ 'ਚ ਖੇਤੀਬਾੜੀ ਦੇ ਆ ਮਾੜੇ ਹਾਲ ਹੋਣੇ ਹੀ ਨਹੀਂ ਸੀ। ਯਾਨੀ 8 ਸਾਲ ਪੰਜਾਬ ਦੀ ਸਾਰੀ ਪਾਰਟੀਆਂ ਦੀ ਲੀਡਰਸ਼ਿਪ ਇਸ ਮੁੱਦੇ ਨੂੰ ਚੁੱਕ ਹੀ ਨਹੀਂ ਸਕੀ, ਤੇ ਅੱਜ ਕਹਿੰਦੇ ਦਿੱਲੀ ਵਾਲਿਆਂ ਨੇ ਕਾਨੂੰਨ ਮਾੜੇ ਪਾਸ ਕਰਾਤੇ। ਜੇ ਉਹ ਪਾਸ ਨੇ, ਇਹਦੇ ਨਾਲ ਸਵਾਲ ਇਹ ਵੀ ਨਿਕਲ ਕੇ ਸਾਹਮਣੇ ਆ ਜਾਣਾ ਕਿ ਭਾਈ ਜਿਹੜੇ ਬੰਦੇ ਅੱਜ ਦੋਸ਼ ਲਾਉਂਦੇ ਆ ਉਦੋਂ ਕਿੱਥੇ ਸੀ? ਤੇ ਦੋਸ਼ ਲਾਉਣ ਵਾਲੇ ਬੰਦੇ ਤਾਂ ਵਿੱਚ ਸੀਗੇ, ਉਹ ਤਾਂ ਦੇਖੋ ਅਕਾਲੀ ਦਲ ਵਾਲੇ ਮਾੜੀ ਗੱਲ ਆਈ ਗਈ। ਉਹ ਕਹਿੰਦੇ ਵੀ ਦੇਖੋ ਜੀ ਪਰਿਵਾਰ ਦੇ ਮੈਂਬਰ ਨੇ, ਤੁਸੀਂ ਉਦੋਂ ਦੀ ਮੈਂਬਰੀ ਦੇਖੋ ਵੀ ਕਿੱਥੇ ਸੀਗੀ, ਉਹਨਾਂ ਕੋਲੇ ਕਿਹੜਾ ਅਹੁਦਾ ਸੀ, ਜਦੋਂ ਅਹੁਦਾ ਵਿੱਚ ਸੀ ਸਾਰੇ ਬੰਦੇ ਨਾਲ ਸੀ, ਕਿਹੜੇ ਪਾਸੇ ਉਦੋਂ ਨਾ ਬੋਲਦਾ ਸੀ। ਤੇ ਫਿਰ ਤੁਸੀਂ ਆਪ ਦੱਸ ਦਿਓ ਵੀ ਭਾਈ ਸਾਹਿਬ ਅੱਜ ਇੰਨੇ ਚਿਰ ਬਾਅਦ ਕਿਉਂ ਬੋਲੇ, ਉਦੋਂ ਕਿਉਂ ਨਹੀਂ ਬੋਲੇ। ਪਰ ਇੱਕ ਚੀਜ਼ ਜਿਹੜੀ ਸਿੱਧੂ ਸਾਹਿਬ ਨੇ ਹੁਣ ਮੇਰੇ ਖਿਆਲ ਨਾਲ ਘੁਮਾ ਕੇ ਜੋੜਨ ਦੀ ਕੋਸ਼ਿਸ਼ ਕੀਤੀ, ਉਹਨੂੰ ਥੋੜੇ ਜਿਹੇ ਦਿਨ ਅਜੇ ਹੋਰ ਤਾਂ ਲੱਗਣਗੇ ਅਕਾਲੀ ਦਲ ਨੂੰ ਲਾਉਂਦਿਆਂ। ਉਹ ਕਹਿੰਦੇ ਵੀ ਦੇਖੋ ਕਲੀਅਰ ਕੱਟ ਇਹ ਹੈ ਗੱਲ ਵੀ ਜਦੋਂ ਪਿਛਲੀ ਵਾਰ ਇਹ ਸਾਰਾ ਕੁਝ ਸਾਹਮਣੇ ਆਉਂਦਾ ਆਰਡੀਨੈਂਸਾਂ ਦੇ ਰੂਪ ਦੇ ਵਿੱਚ, ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਹੋਰੀ ਕਹਿੰਦੇ ਨਾ ਜੀ ਬਹੁਤ ਵਧੀਆ, ਇਹ ਤਾਂ ਕਮਾਲ ਹੋਈ ਪਈ ਹੈ, ਦੱਸੋ ਤੁਸੀਂ ਐਵੇਂ ਇਦਾਂ ਕਰਦੇ ਹੋ। ਸੁਖਬੀਰ ਬਾਦਲ ਸਾਹਿਬ ਬੋਲੇ, ਜਦੋਂ ਦੇਖਿਆ ਵੀ ਦੋਵਾਂ ਜਣਿਆਂ ਕੋਲ ਨਹੀਂ ਗੱਲ ਬਣਦੀ, ਵੱਡੇ ਬਾਦਲ ਸਾਹਿਬ ਕੋਲੋਂ ਵੀਡੀਓ ਜਾਰੀ ਕਰਵਾਈ, ਨਹੀਂ ਜੀ ਬਹੁਤ ਵਧੀਆ। ਉਹ ਕਹਿੰਦੇ ਵੀ ਉਹ ਸਾਰਾ ਕੁਝ ਇਸ ਕਰਕੇ ਸੀਗਾ ਕਿਉਂਕਿ ਇਹ ਕਾਗਜ਼ ਹੀ ਤੇ ਸੀਗੇ ਜਿਹੜੇ ਉੱਤੇ ਬੋਲਦੇ ਸੀ, ਇਹਨਾਂ ਨੂੰ ਤਾਂ ਪਹਿਲਾਂ ਹੀ ਕਲੀਅਰ ਸੀ ਯਾਰ ਵੀ ਸਾਡੇ ਵਾਲਾ ਤਾਂ ਕਾਨੂੰਨ ਉੱਤੇ ਬਣਾਈ ਜਾਂਦੇ, ਏਡਾ ਤਾਂ ਵਧੀਆ ਕਾਨੂੰਨ ਦਾ, ਏਡੀ ਡਰਨ ਵਾਲੀ ਗੱਲ ਕਿਹੜੀ ਹੈ। ਹੁਣ ਜੇ ਤਾਂ ਇਲਜ਼ਾਮ ਐਜ਼ ਇਟ ਇਜ਼ ਨੇ ਸਹੀ ਨੇ, ਤੇ ਫਿਰ ਹੋ ਸਕਦਾ ਵੀ ਜਿਹੜਾ ਕੱਲ੍ਹ ਨੂੰ ਦਿੱਲੀ ਦੇ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਦਰਸ਼ਨ ਕਰਨਾ, ਉਹ ਜਿੱਦਾਂ ਪਹਿਲਾਂ ਵਾਲਾ ਜਲਾਅ ਹੋਵੇ ਉਹ ਨਜ਼ਰ ਨਾ ਆਵੇ, ਸਗੋਂ ਕੰਮ ਠੁੱਸ ਜਿਹਾ ਹੋਵੇ ਵੀ ਉੱਥੇ ਕਿਸਾਨ ਵੀ ਬੈਠੇ ਉਹੀ ਸਵਾਲ ਪੁੱਛਣਾ ਵੀ ਬਾਲ ਸਾਹਿਬ ਬਾਕੀ ਚਲੋ ਵਿਰੋਧ ਫੇਕ ਕਰ ਲਿਓ, 13 ਵਾਲਾ ਕੀ ਹਿਸਾਬ ਕਿਤਾਬ ਸੀਗਾ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਜਿਹੜਾ ਪ੍ਰੋਜੈਕਟਰ ਦੇ ਉੱਤੇ ਵੀਡੀਓਜ਼ ਉਹਨਾਂ ਨੇ ਦਿਖਾਈਆਂ, ਬਹੁਤ ਸਾਰੇ ਲੋਕਾਂ ਕੋਲ ਨਹੀਂ ਹੋਣੀਆਂ, ਦੇਖੀਆਂ ਹੋਣਗੀਆਂ ਉਹਨਾਂ ਨੇ ਕਿਸਾਨ ਆਗੂਆਂ ਦੇ ਮੂੰਹੋਂ ਜ਼ਿਕਰ ਸੁਣਿਆ ਹੋਊਗਾ ਜੀ ਪਹਿਲਾਂ ਆਹ ਕਹਿੰਦੇ ਸੀ ਕਾਂਗਰਸੀਆਂ ਦੇ ਮੂੰਹੋਂ, ਪਰ ਜਿੱਦਾਂ ਉਹ ਇੱਕ ਥਾਂ ਦੇ ਉੱਤੇ ਕਰਕੇ ਕਾਪੀ ਪੇਸਟ ਕੀਤਾ, ਉਹ ਹੁਣ ਵੀਡੀਓ ਤਾਂ ਸਾਰਿਆਂ ਦੇ ਕੋਲ ਆ, ਹੁਣ ਤਾਂ ਸਾਰਿਆਂ ਕੋਲ ਦੁਬਾਰਾ ਰੀਫਰੈਸ਼ ਹੋ ਗਈਆਂ ਨਾ, ਪਹੁੰਚ ਗਈਆਂ, ਇਹਨ ਉੱਪਰਲੇ ਪਾਸੇ ਪਿੰਨ ਹੋ ਗਈਆਂ। ਹੁਣ ਫਿਰ ਉਸ ਮੁੱਦੇ ਦੇ ਉੱਤੇ ਸਵਾਲ ਪੁੱਛੇ ਜਾਣਗੇ ਕਿ ਭਾਈ ਆਪਾਂ ਕਹਿੰਦੇ ਸੀ, ਕਿਉਂਕਿ ਇੱਕ ਵਾਰੀ ਤਾਂ ਆਪਾਂ ਕਹਿੰਦੇ ਸੀ ਇਹ ਕਾਨੂੰਨ ਬੜੇ ਵਧੀਆ, 4 ਤਾਂ ਚੀਜ਼ਾਂ, ਤੇ ਮੁੜ ਕੇ ਕਿਹਾ ਕਿ ਸਾਡੇ ਨਾਲ ਭਾਈ ਸਲਾਹ ਹੀ ਨਹੀਂ ਕੀਤੀ, ਉਹ ਸਾਰੀਆਂ ਚੀਜ਼ਾਂ ਦਿਖਾਈਆਂ। ਇਹਦੇ ਨਾਲ
ਸੰਧਾਲੀਆ ਸਾਹਿਬ 2 ਨੁਕਤੇ ਉਸ ਪ੍ਰੈਸ ਕਾਨਫਰੰਸ ਹੋਰ ਸੀ। ਅਸੀਂ ਖੁੱਲਾ ਸੱਦਾ ਦਿੰਨੇ ਆ ਕਿ ਭਾਈ ਹੋ ਸਕਦਾ ਸਿੱਧੂ ਸਾਹਿਬ ਦੀ ਕੋਈ ਵੀ ਗੱਲ ਤੱਥ ਆਧਾਰਿਤ ਨਾ ਹੋਵੇ, ਪਰ ਜੇ ਤੱਥ ਆਧਾਰਿਤ ਨਹੀਂ ਤਾਂ ਸਾਬਤ ਤੱਥਾਂ ਦੇ ਆਧਾਰ ਤੇ ਕਰ ਦਿਓ ਕਿ ਭਾਈ ਉਹ ਗਲਤ ਕਹਿੰਦੇ ਆ। ਦੂਸਰੀ ਗੱਲ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ, ਉਹ ਕਹਿੰਦੇ ਜੀ ਅਸੀਂ ਇਹ ਤੁਹਾਨੂੰ ਦੱਸਦੇ ਆ ਕਿ 2007 ਦੇ ਵਿੱਚ ਜਦੋਂ ਅਕਾਲੀ ਸਰਕਾਰ ਆਈ ਆ ਤੇ ਇਹਨਾਂ ਦਾਅਵਾ ਕੀਤਾ ਸੀ ਕਿ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਕਰਜ਼ਾ ਨਿਪਟਾਊ ਕਮੇਟੀਆਂ ਬਣਾਵਾਂਗੇ 3-3 ਮੈਂਬਰੀ, ਇੱਕ ਸੂਬਾ ਪੱਧਰ ਤੇ ਬਣਾਵਾਂਗੇ। ਉਹ ਕਹਿੰਦੇ 2007 ਦਾ ਵਾਅਦਾ ਕੀਤਾ ਸੀ, 2016 ਚ ਜਾ ਕੇ 5 ਜ਼ਿਲ੍ਹਿਆਂ ਚ ਕਮੇਟੀਆਂ ਬਣਾਈਆਂ, ਸਿਰਫ 5 ਚ। ਤੇ ਉਹਦੇ ਤੋਂ ਬਾਅਦ ਜੇ ਤੱਥ ਸਹੀ ਆ ਤੇ ਬੜਾ ਹੈਰਾਨੀਜਨਕ ਆ, ਉਹ ਕਹਿੰਦੇ ਜਿਹੜਾ ਵਾਅਦਾ 2007 ਚ ਕੀਤਾ ਸੀ ਉਹ 2016 ਚ 2017 ਦੀ ਵਿਧਾਨ ਸਭਾ ਚੋਣ ਤੋਂ ਥੋੜੇ ਮਹੀਨੇ ਪਹਿਲਾਂ ਜਾ ਕੇ ਥੋੜਾ ਜਿਹਾ ਪੂਰਾ ਕੀਤਾ, ਕਮੇਟੀਆਂ ਬਣਾਤੀਆਂ, ਪਰ ਉਹਨਾਂ ਨੂੰ ਕੋਈ ਕਰਮਚਾਰੀ ਨਹੀਂ ਦਿੱਤਾ। ਇੱਕ ਧੇਲਾ ਵੀ ਕਰਜ਼ਾ ਕਹਿੰਦੇ ਉਹਨਾਂ ਕਮੇਟੀਆਂ ਦੇ ਰਾਹੀਂ ਮਾਫ ਨਹੀਂ ਹੋਇਆ, ਨਿਬੇੜਾ ਨਹੀਂ ਹੋਇਆ, ਇੱਕ ਧੇਲਾ ਵੀ ਨਹੀਂ। ਇਤਰਾਜ਼ ਹੈ ਮੈਨੂੰ, ਉਹਨਾਂ ਪੰਜੀ ਕਿਹਾ, ਪੰਜੀ। ਅੱਛਾ ਚਲੋ, ਇੱਕ ਪੰਜੀ ਨਹੀਂ ਮਾਫ ਕੀਤੀ। ਤੇ ਹੋਰ ਸੁਣ ਲਓ, ਪਰ ਉਹ ਕਹਿੰਦੇ ਕਿ ਇਹਨਾਂ ਕਮੇਟੀਆਂ ਨੂੰ ਬਣਾਉਣ ਦੇ ਇਸ਼ਤਿਹਾਰ ਇੱਕ ਦਿਨ ਚ 1.25 ਕਰੋੜ ਦੇ ਛਪਵਾਤੇ ਕਿ ਅਸੀਂ ਤਾਂ ਕਰਜ਼ਾ ਨਿਬੇੜਨ ਦੇ ਲਈ ਆ ਕਮੇਟੀਆਂ ਆ ਫੋਰਮ ਬਣਾਈ। ਜਾਨੀ ਜਿਹੜੇ ਕੰਮ ਦੇ ਲਈ ਉਹ ਫੋਰਮ ਬਣਾਈ ਜਾਂ ਕਮੇਟੀ ਬਣਾਈ, ਸਿੱਧੂ ਸਾਹਿਬ ਦਾ ਦੋਸ਼ ਹੈ ਕਿ ਉਹਨੇ ਕਰਜ਼ਾ ਕੋਈ ਮਾਫ ਨਹੀਂ ਕੀਤਾ, ਪਰ ਲੋਕਾਂ ਦੀਆਂ ਅੱਖਾਂ 'ਚ ਘਟਾ ਪਾਤਾ ਇਹ ਕਰਕੇ ਕਿ ਆ ਦੇਖੋ 1.25 ਕਰੋੜ ਰੁਪਏ ਦਾ ਪ੍ਰਿੰਟ ਮੀਡੀਆ ਦੇ ਵਿੱਚ ਇਸ਼ਤਿਹਾਰ ਦਿੱਤਾ ਕਿ ਅਸੀਂ ਤਾਂ ਕਿਸਾਨਾਂ ਦਾ ਕਰਜ਼ਾ ਨਿਬੇੜਨ ਦੇ ਲਈ ਕਮੇਟੀਆਂ ਬਣਾਤੀਆਂ। ਜਾਨੀ ਜਿਹੜੇ ਕੰਮ ਦੇ ਲਈ ਕਮੇਟੀ ਬਣੀ ਉਹਨੇ ਕੰਮ ਉਹ ਕੀਤਾ ਨਹੀਂ, ਪਰ ਲੋਕਾਂ ਦੇ ਸਾਹਮਣੇ ਉਹਨੂੰ ਆਪਣੀ ਪ੍ਰਾਪਤੀ ਦੱਸਿਆ। ਦੋਸ਼ ਲਾਇਆ, ਮੈਂ ਨਹੀਂ ਕਹਿੰਦਾ। ਨਹੀਂ, ਦੋਸ਼ ਉਹਨਾਂ ਦੇ ਪੂਰੇ ਦੇਖੋ ਆਪਣੇ ਤੌਰ ਤੇ ਤਾਂ ਪੂਰੀ ਤਿਆਰੀ ਕਰਕੇ ਆਏ। ਵਾਵਾ ਦਿਨ ਜਿਹੜਾ ਉਹ ਚੁੱਪ ਰਹੇ ਨਾ, ਤੇ ਉਦੋਂ ਬਾਅਦ ਐਂ ਜਾਪਦਾ ਵੀ ਨਹੀਂ ਯਾਰ ਹੁਣ ਸਿੱਧੂ ਸਾਹਿਬ ਗਏ ਲੱਗਦੇ, ਮੈਨੂੰ ਲੱਗਦਾ ਉਹ ਕਾਗਜ਼ ਹੀ ਇਕੱਠੇ ਕਰਦੇ ਰਹੇ, ਫੋਲਦੇ ਹੋਣੇ ਆ ਕਿ ਭਾਈ ਆਹ ਕਾਗਜ਼ ਲੈ ਆਓ, ਲੈ ਆਓ। ਜਿਸ ਹਿਸਾਬ ਨਾਲ ਉਹਨਾਂ ਨੇ ਮਗਰ ਆਪਣੇ ਬੰਦੇ ਬਿਠਾਏ ਸੀ ਵੀ ਜਦੋਂ ਮੈਂ ਕਾਕਾ ਇੱਥੇ ਕਿਤੇ ਪਹੁੰਚਾ ਨਾ, ਨਾਲ ਹੀ ਐ ਵੱਖੀ ਚੋਂ ਕੱਢ ਕੇ ਕਾਗਜ਼ ਮੇਰੇ ਅੱਗੇ ਕਰ ਦੇਣਾ, ਆਹ ਲਓ ਮੈਂ ਤੁਹਾਨੂੰ ਪੜ੍ਹ ਦਿੰਦਾ ਹੈ ਨਾ। ਹੁਣ ਚਲੋ ਜਿਸ ਹਿਸਾਬ ਨਾਲ ਉਹਨਾਂ ਨੇ ਤਿਆਰੀ ਕਰਕੇ ਸਾਰਾ ਕੁਝ ਕੀਤਾ, ਇਹ ਗੱਲ ਤੇ ਹੈਗੀ ਆ ਵੀ ਹੁਣ ਦੁਬਾਰਾ ਇੱਕ ਨਾ ਇਹ ਨਾ ਵੀ ਪਿੱਚ ਤੇ ਆ ਗਏ, ਬੈਟ ਉਹਨਾਂ ਦੇ ਹੱਥ 'ਚ, ਤੇ ਉਹ ਆਂਦੇ ਵੀ ਹੁਣ ਦੇਖੋ ਚੌਕਾ, ਦੇਖੋ ਹੁਣ ਛਿੱਕਾ। ਪਰ ਇਹ ਸਾਰੇ ਕੁਝ ਇੱਕ ਗੱਲ ਮੈਂ ਵੈਸੇ ਹੀ ਸੋਚਦਾ ਜੀ, ਇਹਦੇ ਦੇਖੋ ਕਾਂਗਰਸ ਪਾਰਟੀ ਦੀ ਵੀ ਆਪਾਂ ਗੱਲ ਨਹੀਂ ਕਰਦੇ, ਆਪਾਂ ਅਕਾਲੀਆਂ ਦੀ ਨਹੀਂ ਕਰਦੇ ਜੀ। ਮੈਨੂੰ ਸਮਝ ਨਹੀਂ ਆਈ ਵੀ ਜਿਹੜੇ ਮਾੜੇ ਕਾਗਜ਼ ਨੇ, ਜਿਹੜੇ ਪੁੱਠੇ ਕਾਗਜ਼ ਨੇ ਜਾਂ ਪੁੱਠੇ ਕਾਨੂੰਨ ਨੇ, ਜਿਨ੍ਹਾਂ 'ਚ ਕੁਛ ਨਾ ਕੁਛ ਹੋ ਜਾਂਦਾ ਜਿਹੜਾ ਲੋਕਾਂ ਦੇ ਨੁਕਸਾਨ ਵਾਲਾ ਹੁੰਦਾ, ਉਹ ਪੰਜਾਬ ਦੇ ਮੱਥੇ ਕਿਉਂ ਮੜਦੇ ਜਾਂਦੇ ਆ। ਮਤਲਬ ਜੇ ਬਿਜਲੀ ਵਾਲੇ ਸਮਝੌਤਿਆਂ ਦੀ ਗੱਲ ਕਰੋ, ਉਦੋਂ ਬੜਾ ਰੌਲਾ ਪੈ ਲਿਆ ਵੀ ਆਹ ਉਹੀ ਤਾਂ ਕਾਗਜ਼ ਸੀਗੇ ਜਿਹੜੇ ਕੇਂਦਰ ਵਾਲਿਆਂ ਬਣਾਏ ਤੇ ਉਹਨਾਂ ਦਾ ਕਰਕੇ ਬਾਕੀਆਂ ਨੇ ਸਮਝੌਤੇ ਕੀਤੇ, ਉਸੇ ਕਾਗਜ਼ ਦੀ ਫੋਟੋ ਕਾਪੀ ਕਰਕੇ ਅਸੀਂ ਸਮਝੌਤੇ ਕਰ ਲਏ, ਸਾਡੇ ਤੇ ਰੌਲਾ ਪਾਉਣੇ। ਮੈਂ ਨਹੀਂ ਕਹਿੰਦਾ ਕਿਹਨੇ ਕੀਤੇ ਕਿਹਨੇ ਨਹੀਂ ਕੀਤੇ, ਪਰ ਜੇ ਬਾਕੀ ਕਿਸੇ ਸਟੇਟ 'ਚ ਰੌਲਾ ਨਹੀਂ ਤੇ ਇਹਨਾਂ ਵਾਲੇ ਕਾਗਜ਼ਾਂ 'ਚ ਨੁਕਸ ਕਿਉਂ ਸੀ? ਹੁਣ ਵੀ ਜੇ ਮੰਨ ਲਓ ਵੀ ਪੂਰੇ ਦੇਸ਼ ਦੇ ਵਿੱਚ ਉਹੀ ਖੇਤੀ ਕਾਨੂੰਨ ਗਏ, ਉਹ ਕਾਗਜ਼ ਕਿੱਥੋਂ ਗਏ ਜੀ? ਉਹ ਪੰਜਾਬ ਵਿਧਾਨ ਸਭਾ 'ਚੋਂ ਗਏ। ਹੁਣ ਮਤਲਬ ਮੈਨੂੰ ਨਹੀਂ ਪਤਾ ਵੀ ਜਾਂ ਤਾਂ ਆਪਣੇ ਵਾਲੇ ਲੀਡਰਾਂ ਦੀ ਉਹ ਸਮਝ ਦੇ ਵਿੱਚ ਕਮੀ ਹੈ ਵੀ ਉਹ ਟਾਈਮ ਹੀ ਨਹੀਂ ਦਿੰਦੇ ਵੀ ਯਾਰ ਆਪਾਂ ਬਣਾਉਣ ਕੀ ਲੱਗੇ ਆ, ਕਰਨ ਕੀ ਲੱਗੇ, ਕਿਹੜਾ ਪੜ੍ਹ ਲਓ। ਤਰਾਜਾ ਕਾਹਦਾ? ਆਪਣੇ ਲੀਡਰਾਂ ਦੀ ਸਮਝ 'ਚ ਕਮੀ ਕਿੱਦਾਂ ਹੋ ਜੂ? ਸੰਧਾਲੀਆ ਸਾਹਿਬ ਮੈਂ ਹੈਰਾਨ ਹੁਣਾ, ਤਾਂ ਤੁਸੀਂ ਬਿਲਕੁਲ ਬੱਚਿਆਂ ਵਾਲੀ ਗੱਲ ਕੀਤੀ ਹੈ। ਉਹ ਅੱਛਾ ਜੀ, ਮੈਂ ਮਾਫੀ ਚਾਹੁੰਦਾ। ਮੈਂ ਦੱਸਣ ਲੱਗਾ ਕਿ ਤਾਂ ਸਾਡੀ ਪੰਜਾਬ ਦੀ ਲੀਡਰਸ਼ਿਪ ਦੀ ਸਮਝ ਜਿਹੜੀ ਆ ਬਾਕੀਆਂ ਤੋਂ ਬਹੁਤ ਉੱਪਰ ਹੈ, ਉਹ ਕੰਮ ਥੱਲੇ ਹੀ ਲੰਘ ਜਾਂਦੇ ਆ। ਫੋਰ ਐਗਜ਼ਾਮਪਲ, ਓਕੇ, ਮਤਲਬ ਪਤਾ ਹੀ ਬਾਅਦ ਚ ਲੱਗਦਾ ਵੀ 13 ਤੋਂ ਬਾਅਦ 21 ਜਾ ਕੇ ਸਮਝ ਆਉਂਦੀ ਵੀ ਉਹ ਲੰਘ ਗਿਆ ਭਾਈ, ਉਹ ਜਿਹੜੇ ਘਰੇ ਜਾਣਾ ਸੀ ਉਹ ਪਿੱਛੇ ਰਹਿ ਗਿਆ ਹੀ, ਗੇਟ ਜਿਹਨਾਂ ਦਾ ਖੜਕਾਉਣਾ ਸੀ ਗੁਆਂਢੀ ਦਾ ਖੜਕਾਉਣ ਲੱਗ ਪਿਆ। ਹੁਣ ਤੁਸੀਂ ਦੇਖੋ, ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਪੰਜਾਬ ਦੀ ਲੀਡਰਸ਼ਿਪ ਦੀ ਸਮਝ 'ਚ ਕਮੀ ਆ? ਜਾਂ ਤਾਂ ਦੱਸੋ ਕਿ ਪਾਣੀ ਵਾਲਾ ਕੇਸ ਅਸੀਂ ਸੁਪਰੀਮ ਕੋਰਟ 'ਚ ਹਰਿਆ ਹੋਵੇ, ਜਾਂ ਤੁਸੀਂ ਦੱਸੋ ਕਿ ਹਰਿਆਣੇ ਦੇ ਵਿੱਚ ਕਾਲਜਾਂ 'ਚ ਸਕੂਲਾਂ 'ਚ ਅਧਿਆਪਕ ਲੈਕਚਰਰ ਪੂਰੇ ਹੋਣ ਤੇ ਪੰਜਾਬ 'ਚ ਪੂਰੇ ਨਾ ਹੋਣ। ਸਾਡੇ ਕੋਲ ਤਾਂ ਵਾਧੂ ਆ, ਜਾਣੀ 2-4 ਲੈਕਚਰਰਾਂ ਨੂੰ ਹਰ ਕਾਲਜ ਦੇ ਵਿੱਚੋਂ ਇਹ ਮੋੜਦੇ ਆ। ਨਹੀਂ ਭਾਈ ਨਹੀਂ, ਸਾਨੂੰ 75 ਚਾਹੀਦੇ ਸੀ, ਅੱਜ 75 ਆ ਗਿਆ, ਤੁਸੀਂ ਘਰੇ ਬੈਠੋ, ਕੱਲ ਦੇ ਲੈਸਨ ਦੀ ਤਿਆਰੀ ਕਰੋ, ਤਨਖਾਹ ਮਿਲੂਗੀ। ਆਪਾਂ 77 ਇੱਥੇ ਕਾਹਤੋਂ ਬਣਾ? ਤੁਸੀਂ ਸਮਾਂ ਨਹੀਂ ਖਰਾਬ ਕਰਨਾ, ਰਿਸਰਚ ਕਰੋ। ਉਹਦੇ ਤੋਂ ਬਾਅਦ ਤੁਸੀਂ ਇਹ ਦੇਖੋ ਕਿੱਦਾਂ ਸਮਝ 'ਚ ਕਮੀ ਹੋ ਜੂ। ਜਾਂ ਤਾਂ ਕਹੋ ਕਿ ਹਰਿਆਣੇ ਦੇ ਖਿਡਾਰੀਆਂ ਨੇ ਪੰਜਾਬ ਦੇ ਨਾਲੋਂ ਵੱਧ ਮੈਡਲ ਜਿੱਤੇ ਆ, ਅਸੀਂ ਤਾਂ ਮੰਨੀਏ ਨਾ ਕਿ ਸਾਡੀ ਸਮਝ ਦੇ ਵਿੱਚ ਕਮੀ ਹੈ। ਜਾਂ ਤੁਸੀਂ ਆਖੋ ਨਹੀਂ, ਇੱਕ ਮਿੰਟ, ਫਿਰ ਮੈਨੂੰ ਵੀ ਇਤਰਾਜ਼ ਆ। ਕਿਹੜੀ ਤੇ ਇਤਰਾਜ਼ ਆ ਵੀ ਅਸੀਂ ਯਾਰ ਇਨਾਮ ਤਾਂ ਦਿੱਤੇ ਆ ਨਾ, ਸਾਡੇ ਮੁੱਖ ਮੰਤਰੀ ਸਾਹਿਬ ਨੇ ਆਪ ਕੁੱਕੜ ਬਣਾ ਕੇ ਖਵਾਇਆ, ਭਾਵੇਂ ਪਲੇਅਰ ਹਰਿਆਣੇ ਦੇ ਸੀਗੇ। ਨਹੀਂ ਕੀਤਾ ਇਹ ਦੱਸੋ? ਨਹੀਂ, ਤੁਹਾਨੂੰ ਕਿੱਦਾਂ ਪਤਾ ਕੁੱਕੜ ਸੀ? ਅੱਛਾ ਚਲੋ, ਨਹੀਂ ਵੈਸੇ ਗੱਲ ਆ, ਤੁਸੀਂ ਲਿਖਿਓ। ਮੈਂ ਬੇਨਤੀ ਕਰਾਂ, ਜਰੂਰ ਟਿੱਪਣੀ ਕਰਿਓ ਵੀ ਉਹ ਕੱਦੂ ਸੀ, ਟਿੰਡੇ ਸੀ, ਭਿੰਡੀ ਸੀ। ਉਹ ਸਰਦਾਰ ਸਾਹਿਬ ਸਾਡੇ ਇਕੱਲੇ ਕੁੱਕੜ ਦੇ ਹੀ ਨਹੀਂ ਹੁੰਦੇ, ਮੈਂ ਇਹ ਵੀ ਦੱਸ ਦਿਆਂ। ਮੈਂ ਬੇਨਤੀ ਕਰਦਾ, ਮੈਂ ਨਾ ਲੈਂਦਾ ਨਾਨ ਵੈਜ। ਗੱਲ ਸੁਣੋ, ਜੇ ਤੁਸੀਂ ਐਂ ਕਰਕੇ ਦੇਖਿਆ ਹੁੰਦਾ ਤੁਹਾਨੂੰ ਫੇਰ ਪਤਾ ਲੱਗਦਾ। ਮੈਂ ਨਾ ਲੈਂਦਾ, ਵੀ ਕਰਿਓ ਟਿੱਪਣੀ ਜਰੂਰ। ਚਲੋ ਕਰ ਦਿਓ। ਕਾਦੀ ਸਬਜ਼ੀ ਸੀ, ਕਾਦੀ ਸਬਜ਼ੀ ਕਾਦੀ ਸੀ ਉਹ, ਤੇ ਨਾਲੇ ਆਹੋ ਚਲੋ ਕੋਈ ਗੱਲ ਨਹੀਂ, ਜੇ ਨਾ ਪਤਾ ਲੱਗਾ ਹੀ ਖੜਾਈਆਂ ਤਾਂ ਪੁੱਛਿਆ ਨਾ। ਮੈਂ ਤਾਂ ਕਹਿਣਾ ਵੀ ਦੇਖੋ, ਤੁਸੀਂ ਇਹ ਨਹੀਂ ਕਹਿਆ ਵੀ ਯਾਰ ਸਾਡੇ ਵਾਲੇ ਕਰਦੇ ਕੁਝ ਨਹੀਂ। ਦੇਖੋ ਏਡਾ ਸਤਿਕਾਰ ਤੇ ਖੱਟਰ ਸਾਹਿਬ ਨੇ ਨਹੀਂ ਕੀਤਾ ਜਿੰਨਾ ਅਸੀਂ ਕਰਦਾ। ਨਹੀਂ ਕੀਤਾ। ਚਲੋ ਤੁਸੀਂ, ਮੈਂ ਫਿਰ ਮੇਰਾ ਇਤਰਾਜ਼ ਉੱਥੇ ਹੀ ਖੜਾ। ਅੱਛਾ, ਤੁਸੀਂ ਬਿਲਕੁਲ ਨਹੀਂ ਕਹਿ ਸਕਦੇ ਕਿ ਸਾਡੀ ਲੀਡਰਸ਼ਿਪ ਦੀ ਸਮਝ 'ਚ ਕਮੀ ਹੈ। ਸਾਡੀ ਲੀਡਰਸ਼ਿਪ ਦੀ ਸਮਝ 'ਚ ਕਿੱਦਾਂ ਕਮੀ ਹੈ? ਰਾਤੋਂ ਰਾਤ ਤਾਂ ਹੀ ਜਿਹੜਾ ਹਿਸਾਬ ਨਹੀਂ ਮਿਲਦਾ ਹੁੰਦਾ, ਉਹ 31000 ਕਰੋੜ ਦਾ ਕਰਜ਼ਾ ਬਣਾ ਦੀਦਾ। ਤੁਸੀਂ ਕਹਿੰਦੇ ਹੋ ਕਿ ਸਮਝਦਾਰੀ 'ਚ ਕਮੀ ਹੈ। ਤੁਸੀਂ ਸੁਣੋ, ਸਮਝਦਾਰੀ 'ਚ ਕਮੀ ਕਿੱਦਾਂ?
ਰਾਤੋਂ ਰਾਤ ਤਾਂ ਰੋਡਵੇਜ ਜਿਹੜੀ ਆ ਥੱਲੇ ਨੂੰ ਆ ਜਾਂਦੀ ਹੈ ਤੇ ਪ੍ਰਾਈਵੇਟ ਬੱਸਾਂ ਤਾਂ ਨੂੰ ਚਲੇ ਜਾਂਦੀਆਂ। ਸਮਝਦਾਰੀ 'ਚ ਕਮੀ ਹੈ। ਸਾਡੇ ਜਿਹੜੇ ਰੈਸਟ ਤੇ ਗੈਸਟ ਹਾਊਸ ਨਹੀਂ ਚੱਲਦੇ, ਅਸੀਂ ਰਾਤੋਂ ਰਾਤ ਪ੍ਰਾਈਵੇਟ ਹੱਥਾਂ ਦੇ ਕੇ ਚਲਾ ਦਿੱਤੇ ਕਿ ਨਹੀਂ ਚਲਾਤੇ? ਨਹੀਂ ਤੇ ਹੈ, ਮਤਲਬ ਮੈਂ ਫਿਰ ਆਪਣੇ ਸ਼ਬਦ ਵਾਪਸ ਲੈ ਲੈਣਾ, ਨਹੀਂ ਲੈ, ਕਿਉਂਕਿ ਮੈਨੂੰ ਵੀ ਹੁਣ ਅਚਾਨਕ ਚਾਨਣ ਹੋ ਗਿਆ ਵੀ ਤੁਸੀਂ ਗਾਉਂ ਮਾਫੀ ਮੰਗ ਲਿਆ ਕਰੋ ਅਗਲੇ 2-4 ਪ੍ਰੋਗਰਾਮਾਂ ਦੇ ਲਈ। ਨਹੀਂ ਮੈਨੂੰ ਲੱਗਦਾ ਵੀ ਮੰਗਣੀ ਪੈਣੀ ਹੈ। ਦੇਖੋ ਹੁਣ ਮਹੀਨਾ ਇੱਕ ਰਹਿ ਗਿਆ ਬਸ, ਉਦੋਂ ਬਾਅਦ ਫਿਰ ਰੌਲਾ ਪੈਣਾ ਪਰਾਲੀ ਦਾ ਧੂਆਂ ਪੰਜਾਬ ਦੇ ਵਿੱਚ ਐਤਕੀ ਹੋਣਾ ਹੀ ਨਹੀਂ, ਕਿਉਂਕਿ ਉਹ ਦੇਖੋ ਮਤਲਬ ਇੰਨੇ ਸਮਝਦਾਰ ਲੀਡਰ ਨੇ, ਉਹਨਾਂ ਨੇ ਪਹਿਲਾਂ ਹੀ ਸਾਰੇ ਪ੍ਰਬੰਧ ਕਰ ਲਏ। ਉਹਦੇ ਕੇਜਰੀਵਾਲ ਆ ਕਹਿੰਦੇ ਉੱਥੇ ਕੋਈ ਉਹਨਾਂ ਨੇ ਉਹ ਜਿਹੜਾ ਪ੍ਰੋਜੈਕਟ ਚਲਾਇਆ ਸੀ ਉਹ ਕਹਿੰਦੇ ਵੀ ਸਾਡਾ ਕਾਮਯਾਬ ਹੋ ਗਿਆ, ਅਸੀਂ ਉਹ ਜਿਹੜੀ ਉਹ ਜੀਵਾਣੂ ਖਾਦ ਜੀ ਪਾਈ, ਉਹ ਬਸ ਐਡੀ ਕਿ ਸ਼ੀਸ਼ੀਆ ਛਿੱਟਾ ਦੇਈਦਾ ਕਿੱਲੇ 'ਚ, ਉਦੋਂ ਬਾਅਦ ਪਰਾਲੀ ਲੱਭਦੀ ਨਹੀਂ ਕਿਤੇ। ਉਹ ਉਹਨਾਂ ਦੀਆਂ ਇੰਨੀਆਂ ਸ਼ੀਸ਼ੀਆਂ ਨਾਲ ਥੋੜਾ ਗੱਲ ਬਣਨੀ। ਇੱਕ ਤਰ੍ਹਾਂ ਜਦੋਂ ਇੱਥੇ ਪੰਜਾਬ 'ਚ ਰੌਲਾ ਰੱਪਾ ਪਿਆ, ਫਿਰ 4 ਦਿਨ ਉੱਥੇ ਇੱਕ ਦੂਜੇ ਨੂੰ ਮਿਹਣੀ ਹੋਵਾਂਗੇ, ਫਿਰ ਕਵਾਂਗੇ ਵੇਖਿਆ ਕੇਜਰੀਵਾਲ ਨੂੰ ਪੰਜਾਬੀਆਂ ਦਾ ਧੂਆਂ ਦੁਖੀ ਕਰਦਾ। ਤੁਸੀਂ ਉਹਨਾਂ ਦੀ ਨਾ ਗੱਲ ਤੇ ਯਕੀਨ ਨਾ ਕਰਿਓ। ਉਹਨਾਂ ਨੇ ਤਾਂ ਹੁਣੇ ਇੱਕ ਬਿਆਨ ਦਿੱਤਾ, ਉਹ ਕਹਿੰਦੇ ਜੀ ਆ 1 ਸਾਲ ਦੇ ਵਿੱਚ ਹੀ 2,40,000 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਚੋਂ ਹਟ ਕੇ ਤਾਂ ਦਿੱਲੀ ਦੇ ਸਰਕਾਰੀ ਸਕੂਲਾਂ 'ਚ ਆ ਗਏ। ਅਸੀਂ ਕੀ ਯਕੀਨ ਕਰੀ ਜਾਣਾ? ਤੁਸੀਂ ਮਹੱਲਾ ਕਲੀਨਿਕ ਤੇ ਵੀ ਯਕੀਨ ਕਰ ਲਓਗੇ। ਇਹ ਦੇਖੋ ਇਹ ਹੈ ਨਕਮੇ ਲੀਡਰਾਂ ਦੀਆਂ ਗੱਲਾਂ ਵੀ ਪ੍ਰਾਈਵੇਟ ਸਕੂਲ ਚੰਗਾ ਭਲਾ ਚੱਲਦਾ ਕਿਸੇ ਦਾ ਕਾਰੋਬਾਰ ਜੀ, ਨਿਵੇਸ਼ ਕਿੱਥੋਂ ਆਉਣਾ ਦਿੱਲੀ 'ਚ? ਸਹੀ ਗੱਲ ਹੈ ਨਾ, ਵੀ ਜੇ ਤੁਸੀਂ ਨਿਆਣੇ ਸਰਕਾਰੀ ਸਕੂਲ 'ਚ ਪਾ ਲੇ, ਉਦੋਂ ਬਾਅਦ ਤੁਸੀਂ ਪ੍ਰਾਈਵੇਟ ਹਸਪਤਾਲ ਨਹੀਂ ਚੱਲੇਗਾ, ਨਿਵੇਸ਼ ਕਿੱਦਾਂ ਆਵੇਗਾ ਉਹ ਦਿੱਲੀ 'ਚ? ਤੁਸੀਂ ਸਰਕਾਰੀ 'ਚ ਕਰਾਈ ਜਾਂਦੇ ਹੋ। ਤੁਸੀਂ ਦੇਖੋ, ਮੈਂ ਕਹਿੰਦਾ ਕਿ ਅਰਵਿੰਦ ਕੇਜਰੀਵਾਲ ਦਾ ਕੰਮ ਨਾ ਬਹੁਤ ਮਾੜਾ। ਤੁਸੀਂ ਦੇਖੋ ਕਿ ਸਮਝਦਾਰੀ ਪਤਾ ਕੀ ਹੁੰਦੀ ਆ? ਇਹ ਨਹੀਂ ਕਿ ਤੁਸੀਂ ਪੁਲ ਜੀ 5 ਕਰੋੜ ਦਾ ਬਣਾਉਣਾ ਸੀ, ਅਸੀਂ 3 ਕਰੋੜ ਦਾ ਬਣਾਤਾ ਨਾ। ਤੁਸੀਂ ਸਰਕਾਰੀ ਕਾਲਜ ਨੂੰ ਪ੍ਰਾਈਵੇਟ ਸਕੂਲ ਦੀ ਬਿਲਡਿੰਗ 'ਚ ਚਲਾ ਕੇ ਦਿਖਾਓ ਇੱਕ ਵਾਰੀ ਸਾਨੂੰ। ਬੋਰਡ ਲਾ ਕੇ 4 ਇੰਚੀ ਪਰਦਾ ਕਰਨਾ, 4 ਇੰਚੀ ਦੀ ਪਰਦਾ ਕਰ। ਤੁਸੀਂ ਸਰਕਾਰੀ ਨਵਾਂ ਜਿਹੜਾ ਕਾਲਜ ਹੈ ਉਹਨੂੰ ਉਰਦੂ ਅਕੈਡਮੀ ਦੀ ਬਿਲਡਿੰਗ ਚਲਾ ਕੇ ਦਿਖਾਓ। ਅਸੀਂ ਤਾਂ ਯਾਨੀ ਹੁੰਦਾ ਨਾ ਕਿ ਯਾਰੀ ਸੰਦੂਕ ਦਾ ਮੂੰਹ ਇੰਨਾ ਕੁ ਹੁੰਦਾ, ਸੰਦੂਕ ਦਾ, ਉਹਦੇ ਵਿੱਚ ਐਡੀ ਰਜਾਈ ਪੰਜਾਬ ਵਾਲੀ ਬਣ ਸਕਦੀ ਲੀਡਰ। ਨਹੀਂ ਉਹ ਗੱਲ ਠੀਕ ਹੈ। ਇੱਕ ਚੀਜ਼ ਹੋਰ ਮੈਂ ਸੋਚਦਾ ਸੀ ਵੀ ਕੇਜਰੀਵਾਲ ਸਾਹਿਬ ਨੂੰ ਦੱਸਣ ਨਾ ਕਿਤੇ, ਮੈਨੂੰ ਲੱਗਦਾ ਵੀ ਉਹ ਹੁਣੇ ਰੀਜੂਵੀਨੇਟ ਹੋ ਕੇ ਆਏ ਨਾ ਰਾਜਸਥਾਨ ਤੋਂ, ਕਿਤੇ ਹੌਕਾ ਨਾ ਲੈ ਜਾਣ। ਮੁੱਖ ਮੰਤਰੀ ਸਾਹਿਬ ਨੇ ਹੁਕਮ ਕਰਤੇ, ਉਹ ਕਹਿੰਦੇ ਆਉਂਦੇ ਮਹੀਨਿਆਂ ਦੇ ਵਿੱਚ ਨਾ 1 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣੀ ਹੈ। ਮੈਂ ਕੁਦਰਤੀ ਸੋਚਦਾ, ਮੈਂ ਕਿਹਾ ਇਹਦਾ 5-7 ਸਾਲ ਪਏ ਆ ਯਾਰ, ਟਾਈਮ ਹੀ ਆ ਵੀ ਪਹਿਲਾਂ ਦੇਖੋ ਉੱਥੇ 1 ਲੱਖ ਪ੍ਰਬੰਧ ਕਿਹਨੂੰ ਦੇਣੀ ਨੌਕਰੀ, ਉਹ ਆਊਗਾ, ਫਿਰ ਕਾਗਜ਼ ਇਹ ਆਉਣਗੇ ਵੀ ਕਿਵੇਂ ਦੇਣੀ ਆ, ਫਿਰ ਉਸ ਤੋਂ ਬਾਅਦ ਜਿਹੜੇ ਕਿਹੜੇ ਵਿਦਿਆਰਥੀ ਕਿੰਨੇ ਪੈਸੇ ਭਰਨਾ, ਫਿਰ ਉਸ ਤੋਂ ਬਾਅਦ ਕਿੱਥੇ ਪ੍ਰੀਖਿਆ ਹੋਊਗੀ, ਫਿਰ ਪ੍ਰੀਖਿਆ ਦਾ ਰਿਜ਼ਲਟ ਆਉਣਾ, ਫਿਰ ਰਿਜ਼ਲਟ ਤੋਂ ਬਾਅਦ ਫਿਰ ਮੈਰਿਟ ਬਣਨੀ, ਮੈਰਿਟ ਤੋਂ ਬਾਅਦ ਨਿਗਾਹ ਜਿਹਾ ਤੇ ਕੰਮ ਆ ਕਿਤੇ, ਕਿੱਡੀ ਗੱਲ ਆ। ਗਾਂ ਕਿਹੜਾ ਚੋਣਾ ਹੈ ਨਾ, ਗਾਂ ਚੋਣ ਜਾਬਤਾ ਲੱਗ ਗਿਆ ਤੇ ਟੱਠੇ ਖੂਹ ਜਾਣ, ਜਿਨ੍ਹਾਂ ਨੇ ਕਾਗਜ਼ ਭਰਿਆ ਕੀ ਫਰਕ ਪੈਂਦਾ? ਨਹੀਂ ਬਿਲਕੁਲ। ਨਾਲੇ ਜੇ ਨਾ ਕਿਤੇ ਲੱਖ ਦੇ ਕੇ ਵੀ 2-4 ਬੰਦੇ ਬੇਰੁਜ਼ਗਾਰ ਰਹਿ ਗਏ, ਸਾਡੇ ਕੋਲੇ ਹੋਰ ਹੈਗਾ, ਅਸੀਂ ਸਲਾਹਕਾਰ ਲਾ ਦੇਣੇ ਉਹ 2-4 ਬੰਦੇ, ਅਸੀਂ ਬੇਰੁਜ਼ਗਾਰ ਨਹੀਂ ਰਹਿਣ ਦੇਣਾ। ਜਾਨੀ ਉੱਥੇ ਗਿਣਤੀ ਵੈਸੇ ਮੈਂ ਦੱਸਦਾ ਕੇਜਰੀਵਾਲ ਸਾਹਿਬ ਡਰ ਗਏ। ਪੰਜਾਬ ਦੇ ਵਿੱਚ ਸਰਕਾਰ ਨੇ ਜਦੋਂ ਕਿਹਾ ਨਾ ਕਿ ਅਸੀਂ 92% ਵਾਅਦੇ ਪੂਰੇ ਕਰਤੇ ਆ, ਡਰ ਗਏ ਉਸ ਲਈ। ਅੱਛਾ ਹਾਂ, ਉਹਨਾਂ ਨੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਹਰਪਾਲ ਸਿੰਘ ਚੀਮਾ ਹੋਰਾਂ ਨੂੰ ਟੈਲੀਫੋਨ ਲਾਇਆ, ਚੀਮਾ ਸਾਹਿਬ ਪਤਾ ਕਰੋ ਉਹਨਾਂ ਨੇ ਵਾਅਦੇ ਕਿੱਦਾਂ ਪੂਰੇ ਕੀਤੇ ਆ, ਪਤਾ ਕਰੋ। ਉਹ ਕਹਿੰਦੇ ਅਸੀਂ ਜੀ ਕਮੇਟੀ ਬਣਾਤੀ ਹੈ, ਇਹਨਾਂ ਨੇ 125 ਤੋਂ ਵੱਧ ਸਫ਼ਿਆਂ ਦਾ ਮੈਨੀਫੈਸਟੋ ਜਾਰੀ ਕੀਤਾ ਸੀ ਕਾਂਗਰਸ ਨੇ। ਸਾਡੀ ਉਹ ਕਮੇਟੀ ਕੱਲੇ ਵਾਅਦੇ ਨੂੰ ਇੱਕ ਪਾਸੇ ਲਿਖ ਕੇ ਤੇ ਮੂਹਰੇ ਜਾ ਕੇ ਦੇਖੂਗੀ ਕਿ ਪੂਰਾ ਕਿੱਦਾਂ ਹੋਇਆ, ਤੇ ਘਰ ਜਾ ਕੇ ਅਸੀਂ ਫਿਰ ਲੋਕਾਂ ਨੂੰ ਵੀ ਪੁੱਛਾਂਗੇ ਤਾਂ ਦੱਸਾਂਗੇ ਵੀ ਭਈ ਤੁਹਾਡੇ 92% ਵਾਅਦੇ ਪੂਰੇ ਹੋ ਗਏ, ਜੇ ਤਾਂ ਪੂਰੇ ਹੋ ਗਏ ਤਾਂ ਦੱਸ ਦਿਓ। ਮੈਨੂੰ ਲੱਗਦਾ ਕਿ ਜੇ ਕਿਤੇ 125 ਸਫ਼ੇ ਦੇ ਪਿੱਛੇ ਆਮ ਆਦਮੀ ਪਾਰਟੀ ਵਾਲੇ ਪੈ ਗਏ, ਫੇਰ ਪੈ ਗਏ ਬਸ। ਨਹੀਂ ਪਰ ਇੱਕ ਗੱਲ ਹੋਰ ਆ, ਦੇਖੋ ਇੱਥੋਂ ਦੇ ਬਹਿ ਜਾਂਦੇ ਆ ਨਾ ਜੀ, ਹੁਣ ਆਹ ਕੰਮ ਜੇ ਆਪ ਕਰ ਲੈਂਦੇ ਤੇ ਨਾ ਦਿੱਲੀ ਵਾਲਾ ਫੋਨ ਡੀਕਦੇ, ਕਿਉਂਕਿ ਹੁਣ ਤੇ 90 ਤੇ ਜਾ ਕੇ ਜੀ ਵਾਅਦੇ ਚੈੱਕ ਕਰਨ ਲੱਗੇ, ਮੇਰਾ ਖਿਆਲ ਜੇ ਜ਼ਿਆਦਾ ਨਹੀਂ ਤੇ 1.5 ਮਹੀਨਾ ਤੇ ਆਪਾਂ ਨੂੰ ਹੋ ਗਿਆ ਕਹਿੰਦੇ ਨੂੰ ਵੀ 86% ਕੁਛ ਫੀਸਦੀ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਪੂਰੇ ਕਰਤੇ, ਪੁਆਇੰਟਾਂ 'ਚ ਵੀ ਦੱਸੀਦਾ ਹੈ ਨਾ। ਆ ਮਗਰਲੇ 4% ਤੇ ਜਾ ਕੇ 90 ਹੁੰਦਿਆਂ 1.5 ਮਹੀਨਾ ਲੱਗ ਗਿਆ, ਤੇ ਹੁਣ ਜਾ ਕੇ ਕਮੇਟੀ ਬਣਾਈ ਉਦੋਂ ਦੀ ਬਣਾ ਲੈਂਦੇ, ਕਿਉਂਕਿ ਹੁਣ ਤੱਕ ਤੇ ਜਦੋਂ ਅਗਲੇ 90 ਕਹਿੰਦੇ ਨਾਲ ਹੀ ਉੱਥੇ ਲਿਸਟ ਕੱਢਦੇ, ਲਓ ਜੀ 75% ਦਾ ਤਾਂ ਅਸੀਂ ਕੱਢੀ ਬੈਠੇ ਵੀ ਐਵੇਂ ਰੌਲਾ ਹੀ ਆ। ਨਹੀਂ ਉਹ ਕਿਦਾਂ ਕੱਢ ਲੈਂਦੇ, ਲੈ ਤੂੰ ਹੋਰ ਕੰਮ ਥੋੜੇ ਹੁੰਦੇ ਆ ਨਾ ਕੱਢਣ। ਉਧਰ ਕੰਵਰ ਸੰਧੂ ਸਾਹਿਬ ਨੇ ਫਿਰ ਉਹਨਾਂ ਨੇ ਆਪਣਾ ਕਾਗਜ਼ ਕੱਢ ਲਿਆ। ਨਹੀਂ ਉਹਨਾਂ ਨੇ ਕਾਗਜ਼ ਕੱਢ ਲਿਆ। ਮੈਂ ਇੱਕ ਗੱਲ ਦੇਖਦਾ ਕਿ ਇੱਕ ਪਾਸੇ ਸਵਿਚ ਬੰਦ ਹੁੰਦਾ, ਦੂਜੇ ਪਾਸੇ ਆਨ ਹੋ ਜਾਂਦਾ। ਭਗਵੰਤ ਮਾਨ ਸਾਹਿਬ ਚੁੱਪ ਨੇ, ਲੋਕੀ ਉਡੀਕਦੇ ਸੀ ਕਿ ਸ਼ਾਇਦ ਭਗਵੰਤ ਮਾਨ ਹੋਰੀ ਬੋਲਣਗੇ, ਪਰ ਬੋਲੇ ਕੰਵਰ ਸੰਧੂ ਹੋਰੀ ਕਹਿੰਦੇ ਜੀ ਦੇਖੋ ਬਹੁਤ ਸਾਰੇ ਸੱਜਣਾਂ ਦੇ ਮੈਨੂੰ ਫੋਨ ਆਉਂਦੇ ਸੀ ਜੀ ਤੁਸੀਂ ਸਰਗਰਮ ਹੋਵੋ, ਤੁਸੀਂ ਆਮ ਆਦਮੀ ਪਾਰਟੀ 'ਚ ਦੁਬਾਰਾ ਆ ਜਾਓ, ਤੇ ਕਈ ਕਹਿੰਦੇ ਮੈਨੂੰ ਮਿਹਣੇ ਮਾਰਦੇ ਸੀ ਕਿੱਧਰ। ਉਹ ਕਹਿੰਦੇ ਮੈਂ ਦੋਨਾਂ ਦੀਆਂ ਗੱਲਾਂ ਸੁਣੀਆਂ ਤੇ ਮੈਨੂੰ ਲੱਗਾ ਮੈਂ ਸਥਿਤੀ ਸਪਸ਼ਟ ਕਰ ਦਿਆਂ। ਖਰੜ ਤੋਂ ਐਮਐਲਏ ਨੇ, ਕਿਸੇ ਨੂੰ ਚੰਗੇ ਲੱਗਦੇ ਹੋਣਗੇ, ਕਿਸੇ ਨੂੰ ਨਹੀਂ। ਹੁਣ ਕੰਵਰ ਸੰਧੂ ਹੋਰੀ ਕਹਿੰਦੇ ਪਹਿਲੀ ਗੱਲ ਮੈਂ ਕਿਸੇ ਹੋਰ ਪਾਰਟੀ ਸ਼ਾਮਲ ਹੀ ਨਹੀਂ ਹੋਇਆ। ਅਸੀਂ ਕਹਿੰਦੇ ਕੁਝ ਬੰਦਿਆਂ ਨੂੰ ਸਾਨੂੰ ਐਮਐਲਏਜ਼ ਨੂੰ ਇਤਰਾਜ਼ ਸੀ, ਉਹ ਬੰਦੇ ਵੱਖਰੇ ਹੋਏ, ਕਈ ਹੋਰ ਪਾਰਟੀਆਂ ਚਲੇ ਗਏ, ਪਰ ਮੈਂ ਤਾਂ ਉੱਥੇ ਖੜਾ, ਮੈਨੂੰ ਕਹਿੰਦੇ ਅਖਬਾਰਾਂ 'ਚੋਂ ਪਤਾ ਲੱਗਾ ਸੀ ਕਿ ਮੈਨੂੰ ਸਸਪੈਂਡ ਕਰਤਾ, ਅਜੇ ਤੱਕ ਚਿੱਠੀ ਨਹੀਂ ਮਿਲੀ।
ਮੈਂ ਕਹਿੰਦੇ ਜੇ ਬਾਹਰ ਹੀ ਨਹੀਂ ਹੋਇਆ ਅੰਦਰ ਕਿੱਥੇ ਚੱਲ ਜਾਵਾਂ। ਦੂਸਰਾ ਮੈਂ ਬੇਨਤੀ ਕਰਾਂ, ਇੰਨੇ ਐਮਐਲਏ ਯਾਰ ਆਮ ਆਦਮੀ ਪਾਰਟੀ ਦੇ, ਕਿਤੇ ਇੱਕ ਅੱਧੇ ਨੂੰ ਰਹਿ ਗਈ ਹੋਊਗੀ ਚਿੱਠੀ ਪਾਉਣ ਵਾਲੀ, ਕਿੱਡੀ ਗੱਲ ਹੈ। ਇਹ ਵੀ ਗੱਲ ਤੁਹਾਡੀ, ਕਿਉਂਕਿ 20 ਚਿੱਠੀਆਂ ਪਾਉਣੀਆਂ ਕਿਹੜਾ ਸੌਖੀਆਂ। ਆਹੋ, ਤੇ ਚਲੋ SMS ਕਰ ਦਿੰਦੇ, ਉਹ ਵੀ ਕੰਮ ਕਲਚਰ ਚੱਲਦਾ। ਬਾਕੀ ਸੰਧਾਲੀਆ ਸਾਹਿਬ ਅੱਗੇ ਉਹਨਾਂ ਨੇ ਪਤਾ, ਉਹਨਾਂ ਨੇ ਕੁਝ 5-7 ਮੁੱਦੇ ਪੁਰਾਣੇ ਛੇੜੇ। ਉਹ ਕਹਿੰਦੇ ਮੈਂ ਆਮ ਆਦਮੀ ਪਾਰਟੀ 'ਚ ਟਿਕਟ ਦੀ ਝਾਕ ਕੋਈ ਨਹੀਂ, ਮੈਂ ਆਮ ਆਦਮੀ ਪਾਰਟੀ ਦੀ ਨੂੰ ਸ਼ੁਭ ਸ਼ਮਾ ਦਿੰਨਾ, ਪਰ ਮੈਂ ਉਹਨਾਂ ਨੂੰ ਕਹਿਣਾ ਕਿ ਜਿਹੜੀਆਂ ਗਲਤੀਆਂ 2017 'ਚ ਕੀਤੀਆਂ ਸੀ ਹੁਣ ਨਾ ਕਰੋ। 4 ਮੁੱਦੇ ਉਹਨਾਂ ਨੇ ਮੁੱਖ ਛੇੜੇ। ਉਹ ਕਹਿੰਦੇ ਪਹਿਲੀ ਗੱਲ ਕਿ ਸਾਨੂੰ ਇਤਰਾਜ਼ ਸੀ, ਅੱਜ ਕਹਿੰਦੇ ਭਾਵੇਂ ਸੁਖਪਾਲ ਖਹਿਰਾ ਕਾਂਗਰਸ ਚਲੇ ਗਏ, ਪਰ ਜਿਹੜੇ ਢੰਗ ਦੇ ਨਾਲ ਸੁਖਪਾਲ ਸਿੰਘ ਖਹਿਰਾ ਨੂੰ ਜਲੀਲ ਕਰਕੇ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਇਆ ਗਿਆ ਸੀ, ਨੇਤਾ ਤੋਂ, ਇਦਾਂ ਨਹੀਂ ਸੀ। 20 ਢੰਗ ਸੀ ਕਹਿੰਦੇ ਹਟਾ ਦਿੰਦੇ, ਪਰ ਉਹ ਢੰਗ ਗਲਤ ਸੀ। ਦੂਸਰਾ, ਉਹ ਕਹਿੰਦੇ ਸੁੱਚਾ ਸਿੰਘ ਛੋਟੇਪੁਰ 2 ਸਾਲ ਘਰੇ ਨਹੀਂ ਵੜਿਆ, ਉਸ ਬੰਦੇ ਨੇ ਪਿੰਡ ਪਿੰਡ ਜਾ ਕੇ ਪਾਰਟੀ ਮਜ਼ਬੂਤ ਕੀਤੀ ਤੇ ਅੱਜ ਤੱਕ ਕੋਈ ਸਬੂਤ ਨਹੀਂ ਦਿੱਤਾ ਕਿ ਛੋਟੇਪੁਰ ਨੂੰ ਬਾਹਰ ਕਿਉਂ ਕੱਢਿਆ। ਉਹ ਕਹਿੰਦੇ ਡਾਕਟਰ ਧਰਮਵੀਰ ਗਾਂਧੀ ਵਰਗਾ ਬੰਦਾ ਪੰਜਾਬ 'ਚ ਲੱਭਣਾ ਦੱਸੋ। ਅੱਜ ਡਾਕਟਰ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ 'ਚ ਕਿਉਂ ਨਹੀਂ? ਇਹ ਕੰਵਰ ਸੰਧੂ ਹੋਰਾਂ ਨੇ ਕਿਹਾ, ਕੋਈ ਪੱਖ 'ਚ ਹੋ ਸਕਦਾ, ਕੋਈ ਵਿਰੋਧ 'ਚ। ਦੂਸਰੀ ਗੱਲ, ਉਹ ਕਹਿੰਦੇ ਆਮ ਆਦਮੀ ਪਾਰਟੀ ਦੀਆਂ ਕਈ ਟਿਕਟਾਂ ਉਦੋਂ ਵਿਕੀਆਂ, ਸਾਡੇ ਕੋਲ ਕਹਿੰਦੇ ਸਬੂਤ, ਅਸੀਂ ਪਾਰਟੀ ਨੂੰ ਨੁਕਸਾਨ ਨਹੀਂ ਸੀ ਪਹੁੰਚਾਉਣਾ ਚਾਹੁੰਦੇ, ਹਾਈ ਕਮਾਂਡ ਨੂੰ ਦੱਸ ਦਿੱਤਾ, ਜਨਤਕ ਨਹੀਂ ਕੀਤੇ, ਕਿਉਂਕਿ ਲੋਕਾਂ ਨੇ ਕਹਿਣਾ ਸੀ ਕਿ ਪਾਰਟੀ ਨੂੰ ਨੁਕਸਾਨ ਪਹੁੰਚਾਉਂਦੇ ਆ। ਤੇ ਅਗਲੀ ਗੱਲ, ਉਹ ਕਹਿੰਦੇ ਬਹੁਤ ਕੁਝ ਹੋਇਆ, ਅਸੀਂ ਇਹਨਾਂ ਨੂੰ ਆਖਿਆ ਸੀ ਜਦੋਂ ਹਾਰ ਗਿਆ ਕਿ ਮੁਲਾਂਕਣ ਕਰੀਏ, ਬੈਠੀਏ, ਕਿਉਂ ਹਰੇ ਆ, ਮੀਟਿੰਗ ਹੀ ਨਹੀਂ ਕੀਤੀ। ਸਾਨੂੰ ਕਹਿੰਦੇ ਇਤਰਾਜ਼ ਸੀ ਕਿ ਅਰਵਿੰਦ ਕੇਜਰੀਵਾਲ ਨੇ ਨਸ਼ਿਆਂ ਵਾਲੇ ਮੁੱਦੇ ਦੇ ਉੱਤੇ ਮਾਫੀ ਕਿਉਂ ਮੰਗੀ, ਅੱਜ ਵੀ ਇਤਰਾਜ਼ ਹੈ। ਪਰ ਇਹਦਾ ਮਤਲਬ ਇਹ ਥੋੜੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਹਤੈਸ਼ੀ ਨਹੀਂ ਹੈਗੇ। ਪਰ ਉਹ ਕਹਿੰਦੇ ਇੱਕ ਵਾਰੀ ਫੇਰ ਉਹ ਕੁਛ ਹੀ ਹੋ ਰਿਹਾ, ਦਿੱਲੀੋਂ ਹੀ ਹੁਕਮ ਆ ਰਹੇ ਨੇ, ਪਾਰਟੀ ਇਦਾਂ ਚੱਲਣੀ ਨਹੀਂ, ਜਿਹੜੇ ਸਿਧਾਂਤਾਂ ਤੇ ਪਾਰਟੀ ਸ਼ੁਰੂ ਹੋਈ ਸੀ ਉੱਥੋਂ ਚਲਾ ਲਓ। ਹੁਣ ਛੋਟੇਪੁਰ ਸਾਹਿਬ ਦਾ ਜ਼ਿਕਰ, ਡਾਕਟਰ ਗਾਂਧੀ ਦਾ ਜ਼ਿਕਰ, ਇਹਦੇ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਦਾ ਜ਼ਿਕਰ, ਇਹਦੇ ਨਾਲ ਟਿਕਟਾਂ ਦੇ ਵਿਕਣ ਵਕਾਉਣ ਦੀਆਂ ਗੱਲਾਂ, ਇਹ ਸਾਰਾ ਕੁਝ ਜਿਹੜਾ ਜਦੋਂ ਕੰਵਰ ਸੰਧੂ ਹੋਰੀ ਕਹਿੰਦੇ ਆ, ਮੈਨੂੰ ਲੱਗਦਾ ਕਿ ਕੋਈ ਹੋ ਸਕਦਾ ਉਹਨੂੰ ਕੋਈ ਬਦਨਾਮ ਕਰਦੇ ਆ ਜੀ, ਹੁਣ ਉੱਠ ਪਏ ਆ। ਪਰ ਜੇ ਇਹਨਾਂ ਦੇ ਵਿੱਚੋਂ ਕੋਈ ਵੀ ਗੱਲ ਜਿਹੜੀ ਹੈ ਇੱਧਰ ਉੱਧਰ ਹੋਈ ਹੈ ਤੇ ਪਾਰਟੀ ਨੂੰ ਸਬਕ ਸਿੱਖਣਾ ਚਾਹੀਦਾ। ਇਹ ਦੇਖੋ ਕੰਵਰ ਸੰਧੂ ਦੇ ਫਿਰ ਵੀ ਉਹਨਾਂ ਦੇ ਵਿੱਚੋਂ ਨੇ ਨਾ, ਅੱਜ ਵੀ ਵਿਧਾਨ ਸਭਾ ਦਾ ਰਿਕਾਰਡ ਜੇ ਚੈੱਕ ਕੀਤਾ ਜਾਵੇ ਤੇ ਐਮਐਲਏ ਤੇ ਉਹ ਆਮ ਆਦਮੀ ਪਾਰਟੀ ਦੇ ਹੀ ਹੈ। ਹੁਣ ਗੱਲ ਇਹ ਆ ਕਿ ਵੀ ਉਹ ਤੇ ਚਲੋ ਬੋਲੇ ਹੁਣ ਤੇ ਵਿਰੋਧੀ ਬੋਲਣ ਲੱਗ ਪਏ ਸੀ। ਪਿਛਲੇ ਦਿਨੀ ਨਾਗਰਾ ਸਾਹਿਬ ਦਾ ਆਪਾਂ ਬਿਆਨ ਸੁਣਿਆ ਸੀ, ਹੁਣ ਇੱਕ ਹੋਰ ਅਕਾਲੀ ਲੀਡਰ ਸਾਹਿਬ ਦਾ ਬਿਆਨ ਆਇਆ, ਉਹ ਕਹਿੰਦੇ ਬੜਾ ਕਲੀਅਰ ਕੱਟ ਸੌਦਾ ਇਹਨਾਂ ਕੋਲੇ, ਉਹੋ ਹੀ ਕਹਿੰਦੇ ਫਿਲਮ ਆ ਦੁਬਾਰਾ ਲਾ ਦਿੰਦੇ ਆ, ਟਿਕਟਾਂ ਨਵੀਆਂ ਬਣਾ ਲੈਂਦੇ ਆ। ਹੁਣ ਕਹਿੰਦੇ ਵੀ ਇੱਕ ਫਿਲਮ ਉਦੋਂ ਸ਼ੁਰੂ ਚੱਲੀ ਸੀ ਜਦੋਂ ਇੱਕ ਪ੍ਰਧਾਨ ਇਹਨਾਂ ਨੇ ਲਾਇਆ ਸੀ ਸੁੱਚਾ ਸਿੰਘ ਛੋਟੇਪੁਰ, ਕਹਿੰਦੇ ਵੀ ਉਹ ਹੋ ਵੀ CD ਆ ਗਈ, ਵੀ ਫਿਲਮ ਆ ਗਈ, ਵੀ ਵੀਡੀਓ ਆ ਗਈ, ਵੀ ਸਾਡੇ ਕੋਲੇ ਸਾਰਾ ਕੁਝ ਹੈਗਾ, ਵੀ ਸਬੂਤ ਆ, ਵੀ ਪ੍ਰੂਫ ਆ, ਵੀ ਕਹਿੰਦੇ ਵੀ ਸੁੱਚਾ ਹੁਣ ਛੋਟੇਪੁਰ ਨੂੰ ਲਾਂਭੇ ਕਰਤਾ ਲੈ ਵੀ ਅੱਜ ਤੱਕ ਵੀਡੀਓ ਆਉਂਦੀ ਉਹ ਕਿਸੇ ਨੇ ਦੇਖੀ, ਕਹਿੰਦੇ ਨਾ। ਹੁਣ ਕਹਿੰਦੇ ਰੌਲਾ ਇਹ ਪਾਈ ਜਾਂਦੇ ਵੀ ਸਾਡੇ ਅਕਾਲੀ ਦਲ ਦੇ ਕੋਲ ਭਗਵੰਤ ਮਾਨ ਦੀ CD ਹੈ। ਹੁਣ ਕਹਿੰਦੇ ਕਿਹਾ ਹਾਂਜੀ, ਇਹ ਲੀਡਰ ਨੇ, ਤੁਸੀਂ ਵੀਡੀਓ ਦੇਖ ਸਕਦੇ ਹੋ। ਉਹ ਕਹਿੰਦੇ ਵੀ ਸਾਡੇ ਕੋਲੇ ਰੌਲਾ ਪਾਈ ਜਾਂਦੇ ਵੀ ਭਗਵੰਤ ਮਾਨ ਦੀ CD, ਕਹਿੰਦੇ ਸਾਡੇ ਕੋਲ ਤਾਂ ਕੋਈ CD ਨਹੀਂ। ਅੱਛਾ, ਉਹ ਕਹਿਤਾ ਉਹਨਾਂ ਨੇ? ਹਾਂਜੀ, ਉਹ ਕਹਿੰਦੇ ਸਾਡੇ ਕੋਲੇ CD ਕੋਈ ਨਹੀਂ ਹੈਗੀ, ਇਹ ਜੇ ਭਗਵੰਤ ਮਾਨ ਦੀ CD ਤੁਸੀਂ ਸਾਡੇ ਨਾਲ ਜੋ ਲਾਉਣੇ, ਤੁਸੀਂ ਬਾਹਰ ਦੱਸ ਦਿਓ, ਲੋਕਾਂ ਨੂੰ ਵਿਖਾ ਦਿਓ, ਨਾਲੇ ਤੁਹਾਡਾ ਕੰਮ ਨਿਬੜ ਜੇ। ਕਹਿੰਦੇ ਜਿਹੜਾ ਪੁਰਾਣੀ ਮਤਲਬ ਤੁਸੀਂ ਤਰੀਕਾ ਵਰਤਦੇ ਹੋ, ਜਿੱਦਾਂ ਸੁੱਚਾ ਹੁਣ ਛੋਟੇਪੁਰ ਲਾਂਭੇ ਕਰਤਾ, ਇਹ ਕਰਤਾ, ਅੱਛਾ ਯਾਰ ਵੈਸੇ ਤਾਂ ਹੁਣ ਭਗਵੰਤ ਏਡਾ ਲੀਡਰ ਹੈ, ਵੈਸੇ ਤਾਂ ਲਾਂਭੇ ਹੋਣਾ ਨਹੀਂ, ਕੁਛ ਨਾ ਕੁਛ ਇਹੋ ਜਿਹਾ ਕਰ ਲਈਏ, ਇੱਦਾਂ ਨਾ ਕਰੋ। ਹੁਣ ਮੈਨੂੰ ਸਮਝ ਨਹੀਂ ਆਈ ਵੀ ਜੇ ਆਮ ਆਦਮੀ ਪਾਰਟੀ ਦੇ ਅੰਦਰੋਂ ਵੀ, ਆਮ ਆਦਮੀ ਪਾਰਟੀ ਦੇ ਬਾਹਰੋਂ ਵੀ ਆਮ ਆਦਮੀ ਪਾਰਟੀ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਤੇ ਇਤਰਾਜ਼ ਹੋ ਰਿਹਾ, ਤੇ ਫਿਰ ਕੇਜਰੀਵਾਲ ਸਾਹਿਬ ਇੰਨੇ ਮਤਲਬ ਕਮਲੇ ਬੰਦੇ ਤਾਂ ਹੈ ਨਹੀਂ, ਫਿਰ ਉਹ ਨਾ ਪਤਾ ਲੱਗਦਾ ਹੋਊਗਾ। ਨਹੀਂ, ਸਿਆਣੇ ਨੇ, ਦੇਖੋ 10 ਦਿਨ ਰੈਸਟ ਕਰਕੇ ਆਏ ਆ, ਮਿਸ਼ਨ UP ਸ਼ੁਰੂ ਕੀਤਾ ਉਹਨਾਂ ਨੇ, ਗੁਜਰਾਤ ਦੇ ਵਿੱਚ ਚੋਣਾਂ ਲੜਨੀਆਂ, ਉੱਥੇ ਜਾ ਕੇ ਆਏ ਆ, ਬਹੁਤ ਸਾਰੀਆਂ ਪਾਰਟੀਆਂ ਦੇ ਲੀਡਰ ਸ਼ਾਮਲ ਕਰ ਰਹੇ। ਹਾਂ, ਪੰਜਾਬ ਛੋਟਾ ਹੈ, ਉਹਨੂੰ ਸਮਾਂ ਥੋੜਾ ਦਿੱਤਾ ਜਾ ਸਕਦਾ ਹੋਊਗਾ, ਕਿਉਂਕਿ ਪਿਛਲੀ ਵਾਰ ਜਦੋਂ 2017 ਦੀਆਂ ਚੋਣਾਂ ਸੀ ਤਾਂ ਇਹਨਾਂ ਦਿਨਾਂ ਦੇ ਵਿੱਚ ਕੇਜਰੀਵਾਲ ਸਾਹਿਬ ਹਫ਼ਤੇ 2 ਦਿਨ ਰਹਿੰਦੇ ਸੀ ਪੰਜਾਬ 'ਚ, ਫਿਰ 3 ਕਰਤੇ, ਫਿਰ 4 ਵੀ ਕਰ ਦਿੱਤੇ, ਨਿੱਤ ਦਿਹਾੜੇ ਗੇੜਾ ਰੱਖਦੇ ਸੀ। ਐਤਕੀ ਚੰਡੀਗੜ੍ਹ ਦੇ ਵਿੱਚ ਤਾਂ ਸਰਗਰਮੀ ਹੈਗੀ ਹੈ, ਪਰ ਪਤਾ ਨਹੀਂ ਕਿਉਂ ਆਮ ਆਦਮੀ ਪਾਰਟੀ ਦਾ ਵਰਕਰ ਚਾਹੁੰਦਾ ਕਿ ਸਾਨੂੰ ਕਲੀਅਰ ਕਰ ਦਿਓ, ਮਾੜਾ ਬੰਦਾ ਤਾਂ ਮਾੜਾ ਦੱਸ ਦਿਓ, ਚੰਗਾ ਬੰਦਾ ਚੰਗਾ ਦੱਸ ਦਿਓ, ਕੁਛ ਦੱਸੋ ਤਾਂ ਸਹੀ, ਕਿਸੇ ਪਾਸੇ ਰਾਹੇ ਪਾਓ। ਹਾਂ, ਕੰਵਰ ਸੰਧੂਰਾ ਨੇ ਗੱਲ ਹੋਰ ਕਹੀ, ਉਹ ਕਹਿੰਦੇ ਅਸੀਂ ਉਦੋਂ ਵਿਰੋਧ ਕੀਤਾ ਸੀ, ਮੈਂ ਇਕੱਲੇ ਨੇ ਵੀ ਵਿਰੋਧ ਕੀਤਾ, ਕਹਿੰਦੇ ਮੈਂ ਕਿਹਾ ਸੀ ਕਿ ਭਾਈ ਬਾਕੀ ਪਾਰਟੀਆਂ 'ਚੋਂ ਬੰਦੇ ਸ਼ਾਮਲ ਨਾ ਕਰੋ, ਇਹਨਾਂ ਨੇ ਭੱਜ ਭੁੱਜ ਜਾਣਾ, ਤੁਸੀਂ ਹੋ ਸਕਦਾ ਤੇ ਆਮ ਘਰਾਂ ਦੇ ਵਿੱਚੋਂ ਲੀਡਰ ਚੁਣੋ। ਮੇਰੀ ਕਿਸੇ ਨੇ ਗੱਲ ਨਹੀਂ ਮੰਨੀ, ਕਹਿੰਦੇ ਉਹਦੇ ਤੋਂ ਬਾਅਦ ਵੀ ਨਤੀਜਾ, ਤੇ ਉਹਦੇ ਤੋਂ ਬਾਅਦ ਇੱਕ ਵਾਰੀ ਫੇਰ ਉਹੀ ਪ੍ਰਕਿਰਿਆ ਸ਼ੁਰੂ ਹੋ ਗਈ, ਨਤੀਜਾ ਫਿਰ ਉੱਦਾਂ ਦਾ ਹੀ ਆ ਜਾਣਾ, ਜੇ ਤੁਸੀਂ ਦੂਸਰੀਆਂ ਪਾਰਟੀਆਂ 'ਚ ਉਧਾਰੇ ਬੰਦੇ ਲਿਆ ਲਾ ਕੇ ਟਿਕਟਾਂ ਦਿੰਦੇ ਰਹੇ। ਹੁਣ ਜਦੋਂ ਕੰਵਰ ਸੰਧੂਰੀ ਵੀ ਬੋਲੇ ਆ, ਕਈ ਹੋਰ ਬੰਦੇ ਬੋਲੇ ਆ, ਆਮ ਆਦਮੀ ਪਾਰਟੀ ਨੂੰ ਇੱਕ ਘੱਟਾ ਪਾਣੀ ਛਿੜਕ ਕੇ ਬਿਠਾ ਲੈਣਾ ਚਾਹੀਦਾ। ਬੀਬੀਆਂ ਕਈ ਵਾਰੀ ਝਾੜੂ ਚੱਕਦੀਆਂ, ਫੇਰਨ ਲੱਗਦੀਆਂ, ਜਦੋਂ ਦੇਖਦੀਆਂ ਕਿ ਘੱਟਾ ਉੱਡਦਾ, ਉੱਥੇ ਹੀ ਝਾੜੂ ਖੜੀਆਂ ਹੀ ਥੱਲੇ ਸਿੱਟ ਦਿੰਦੀਆਂ ਹੁੰਦੀਆਂ ਕਈ ਵਾਰੀ, ਤੇ ਜੱਗ ਦੇ ਵਿੱਚ ਡੋਲੂ 'ਚ ਪਾਣੀ ਲਿਆ ਕੇ ਪਹਿਲਾਂ ਪਾਣੀ ਛਿੜਕਦੀਆਂ, ਜਾਂ ਮੇਰੇ ਵਰਗੇ ਕਿਸੇ ਨਿੱਕੇ ਨਿਆਣੇ ਨੂੰ ਕਹਿ ਦੇਣਾ
ਨਾ ਪੁੱਤ ਤੂੰ ਨਾ ਆ ਮੇਰਾ ਪੁੱਤ ਇੱਥੇ ਪਾਣੀ ਤੜਾਉਂ, ਨਾਲੇ ਨਿਆਣਾ ਆਰੇ ਲੱਗਾ ਰਹਿੰਦਾ, ਨਾਲੇ ਕੰਮ ਨਿਬੜ ਜਾਂਦਾ। ਜੇ ਤੁਸੀਂ ਮੂਹਰੇ ਹੋਵੋ ਤੁਹਾਨੂੰ ਵੀ ਕਹਿਣਾ ਵੱਡੇ ਭਾ ਪਾਣੀ ਛਿੜਕ, ਮੈਨੂੰ ਨਿਆਣਾ ਕਹਿਣਾ ਵੱਡੇ ਭਾ। ਅੱਛਾ ਮੇਰੀ ਗੱਲ ਸੁਣੋ, ਇੱਕ ਚੀਜ਼ ਹੈ ਵੀ ਇਹ ਸਾਰੇ ਕੁਝ ਚ ਆਮ ਆਦਮੀ ਪਾਰਟੀ ਇਸ ਵਕਤ ਜੋ ਜਿਵੇਂ ਵੀ ਆ ਉਹਨਾਂ ਦਾ ਕੰਮ ਅੰਦਰਲਾ ਚੱਲੀ ਹੈ, ਪਰ ਮੈਂ ਇਹਨੂੰ ਬਾਹਰੋਂ ਓਪਰੀ ਨਜ਼ਰ ਨਾਲ ਦੇਖਦਾ। ਹੁਣ ਜਿਹੜੀ ਗੱਲ ਉਦੋਂ ਸ਼ੁਰੂ ਚ ਕਹੀ ਗਈ ਸੀ ਵੀ ਆਮ ਆਦਮੀ ਪਾਰਟੀ ਨੇ ਆਮ ਘਰਾਂ ਚੋਂ ਨਿਆਣਿਆਂ ਨੂੰ ਲੈ ਕੇ ਆਉਣਾ, ਮਾਨ ਸਾਹਿਬ ਕਹਿੰਦੇ ਰਹੇ, ਬਾਕੀ ਕਈ ਲੀਡਰ ਕਹਿੰਦੇ ਰਹੇ ਕਿ ਯਾਰ ਅਸੀਂ ਤੁਹਾਡੇ ਧੀਆਂ ਪੁੱਤਾਂ ਨੂੰ ਲੀਡਰ ਬਣਾਉਣਾ, ਅਸੀਂ ਆਪ ਉਹ ਜਿਹੜੇ ਬਣੇ ਬਣਾਏ ਲੀਡਰ ਜਾਂ ਉਹਨਾਂ ਦੇ ਘਰ ਜੰਮੇ ਆ ਸੋਨੇ ਦੇ ਚਮਚੇ ਵਾਲੇ, ਉਹ ਨਹੀਂ ਬਣਾਉਣੇ। ਹੁਣ ਹੋ ਸਕਦਾ ਵੀ ਉਦੋਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੋ ਵੀ ਯਾਰ ਸਾਡੇ ਕੋਲ ਤਾਂ ਧੇਲਾ ਨਹੀਂ ਜੀ, ਵੀ ਮਤਲਬ ਬੰਦਾ ਕੋ ਉਹ ਲੱਭੀਏ ਜਿਹਦੇ ਕੋਲੇ ਰਸੂਖ ਹੋਵੇ, 4 ਪੈਸੇ ਹੋਣ, ਟਿਕਟ ਉਹਨੂੰ ਦੇ ਦਈਏ, ਭਾਵੇਂ ਮੁੱਲ ਦੇ ਦਈਏ ਭਾਵੇਂ ਵੈਸੇ ਦੇ ਦਈਏ, ਪੈਸੇ ਖਿਲਾਪੇ ਲਾ ਲੂ ਵੀ ਸਾਡੀ ਉੱਥੇ ਥਾਂ ਬਣ ਜੇ। ਵੀ ਜੇ ਆਪਾਂ 72 ਕੋਈ ਸਾਈਕਲ ਸਕੂਟਰ ਵਾਲਾ ਲੈ ਆਏ, ਮੁੜ ਕੇ ਅਗਲਾ ਆ ਕੇ ਵੀ ਭਾਈ ਸਾਹਿਬ ਮੈਂ ਉਹ ਕਿੱਥੇ ਫਿਰਦਾ, ਉਹ ਆਪਾਂ ਪ੍ਰਚਾਰ ਕਰਨ ਜਾਣਾ, ਉਹ ਭਾਈ ਉਹ ਮਗਲਾ ਸਾਈਕਲ ਦਾ ਮਗਲੇ ਚ ਅਗੇ ਟੂਬ ਪਾੜ ਗਈ ਮੈਂ ਪਾਉਣ ਆਇਆ, ਹੈ ਨਾ। ਹੋ ਸਕਦਾ ਵੀ ਇੱਦਾਂ ਸੋਚਦੇ ਹੋਣ, ਪਰ ਮੇਰਾ ਖਿਆਲ ਇਹ ਸੋਚਦਿਆਂ ਜਦੋਂ ਇੱਕ ਆਖਰੀ ਟਾਈਮ ਆਇਆ ਜਦੋਂ ਵਿਦੇਸ਼ਾਂ ਦੇ ਵਿੱਚੋਂ ਪੰਜਾਬੀਆਂ ਨੇ ਪੈਸਾ ਵਰਾਇਆ ਉੱਥੇ, ਉਦੋਂ ਉਹਨਾਂ ਨੂੰ ਲੱਗਿਆ ਹੋਣਾ ਵੀ ਤੇਰਾ ਭਲਾ ਹੋ ਜੇ ਯਾਰ, ਇਹ ਤੇ ਪੈਸੇ ਬੰਦੇ ਅਮੀਰ ਹੀ ਬੜੇ ਸੀ। ਮਤਲਬ ਜੇ ਇਹਨਾਂ ਨੂੰ ਯਕੀਨ ਹੋ ਗਿਆ ਸੀ ਸਾਡੇ ਤੇ ਇਹਨਾਂ ਨੇ ਤੇ ਆਖਿਆ ਵੀ ਕੋਈ ਗੱਲ ਨਹੀਂ, ਆਓ ਯਾਰ ਪੈਸੇ ਖਣੋ ਨਾ ਕਮੀ ਰਹਿ ਜਾਵੇ ਕਿਤੇ, ਆਪਾਂ ਤੁਹਾਡੇ ਨਾਲ ਤੁਰਦੇ ਹਾਂ। ਜੇ ਕਿਤੇ ਉਹ ਵਾਲੀ ਕੈਲਕੂਲੇਸ਼ਨ ਪਹਿਲਾਂ ਕਰ ਲੈਂਦੀ ਆਮ ਆਦਮੀ ਪਾਰਟੀ ਵੀ ਯਾਰ ਪੈਸਾ ਪੰਜਾਬੀਆਂ ਨੇ ਦੇ ਹੀ ਦੇਣਾ, ਕੋਈ ਗੱਲ ਨਹੀਂ ਆਪਾਂ ਇਮਾਨਦਾਰ ਬੰਦੇ ਨੂੰ ਅੱਗੇ ਲੈ ਕੇ ਆਈਏ, ਤੇ ਸ਼ਾਇਦ ਅੱਜ ਜੋ ਪੰਜਾਬ 'ਚ ਚੱਲਦਾ ਪਿਆ ਉਹ ਨਾ ਹੁੰਦਾ। ਸੰਧਾਲੀਆ ਸਾਹਿਬ ਬਹੁਤ ਜ਼ਰੂਰੀ ਹੈ, ਦੇਖੋ ਜੁਗਾੜ ਨਹੀਂ ਚੱਲਣਾ ਪੰਜਾਬ 'ਚ, ਕਿਉਂਕਿ ਜੁਗਾੜ ਨਾਲ ਤਾਂ ਸਿਆਸਤ ਪੰਜਾਬ 'ਚ ਚੱਲੀ ਜਾਂਦੀ ਹੈ। ਜੁਗਾੜ ਨੂੰ ਖਤਮ ਕਰਨ ਤਾਂ ਆਮ ਆਦਮੀ ਪਾਰਟੀ ਆਈ ਸੀ। ਇਸ ਵੇਲੇ ਦੂਜੀਆਂ ਪਾਰਟੀਆਂ ਜੋ ਬੰਦੇ ਚੱਕ ਲਿਆਉਣੇ ਜਾਂ ਪ੍ਰੈਸ ਕਾਨਫਰੰਸਾਂ ਕਰਨੀਆਂ ਕੱਲੀਆਂ, ਉਹਦੇ ਨਾਲ ਸਰਨਾ ਨਹੀਂ। ਦਿੱਲੀ 'ਚ ਲੋਕਾਂ ਨੇ 3 ਵਾਰੀ ਸਰਕਾਰ ਕਿਉਂ ਬਣਾਈ ਹੈ? ਹੈਲਥ ਸਿਸਟਮ ਕਰਕੇ, ਐਜੂਕੇਸ਼ਨ ਸਿਸਟਮ ਕਰਕੇ। 2,40,000 ਬੱਚਾ ਜੇ ਪ੍ਰਾਈਵੇਟ ਸਕੂਲਾਂ 'ਚੋਂ ਸਰਕਾਰੀ ਸਕੂਲਾਂ 'ਚ ਆਇਆ, ਇਹਦਾ ਮਤਲਬ ਉਹਨਾਂ ਕੋਲ ਕੰਮ ਕੀਤਾ ਦਿਖਾਉਣ ਨੂੰ ਕੁਛ ਹੈਗਾ। ਪਾਣੀ ਦੇ ਬਿਜਲੀ ਦੇ ਰੇਟਾਂ ਦੇ ਮੁੱਦੇ ਤੇ। ਨਾਲੇ ਵੱਡੀ ਗੱਲ ਇਹ ਵੀ ਜੇ ਆਪਾਂ ਦਿੱਲੀ ਦੀ ਗੱਲ ਕਰੀਏ, ਦਿੱਲੀ ਦੇ ਜਿੰਨੇ MLA ਆਮ ਬੰਦੇ ਨੇ ਜੀ, ਉੱਥੇ ਆਮ ਬੰਦੇ ਲੀਡਰ ਬਣ ਸਕਦੇ ਆ, ਤੇ ਕੀ ਗੱਲ ਯਾਰ ਏਡੇ ਵੱਡੇ ਪੰਜਾਬ 'ਚੋਂ ਲੀਡਰ ਨਹੀਂ ਲੱਭੇ ਸਾਨੂੰ। ਸੰਧਾਲੀਆ ਸਾਹਿਬ ਜ਼ਰੂਰੀ ਹੈ, ਜਾਨੀ ਦਿੱਲੀ ਮਾਡਲ ਲਾਗੂ ਹੁੰਦਾ ਕਿ ਨਹੀਂ ਹੁੰਦਾ ਵੱਖਰੀ ਗੱਲ ਹੈ। ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਲੋਕ ਕੀ ਚਾਹੁੰਦੇ ਆ। ਲੋਕ ਚਾਹੁੰਦੇ ਕਿ ਸਾਡੀਆਂ ਮੁੱਢਲੀਆਂ ਸਮੱਸਿਆਵਾਂ ਦੂਰ ਹੋਣ, ਤੇ ਪੰਜਾਬ ਦਿੱਲੀ ਵਾਲਾ ਮਾਡਲ ਲੈ ਲਓ, ਪੰਜਾਬ ਦੀਆਂ ਸਥਿਤੀਆਂ ਦੇਖ ਲਓ, ਪੰਜਾਬ 'ਚ ਪੇਂਡੂ ਖੇਤਰ 'ਚ ਕਿੰਨੇ ਲੋਕ ਰਹਿੰਦੇ, ਪੰਜਾਬ ਦੇ ਲੋਕਾਂ ਦੀ ਆਰਥਿਕਤਾ ਕਿੰਨੀ ਕਾ, ਪੰਜਾਬ 'ਚ ਲੋਕ ਪੜ੍ਹੇ ਲਿਖੇ ਕਿੰਨੇ ਕਾ, ਪੰਜਾਬ ਦੇ ਲੋਕਾਂ ਦਾ ਇਤਿਹਾਸ ਕਿੱਦਾਂ ਦਾ, ਉਹਨੂੰ ਦੇਖ ਕੇ ਐਜੂਕੇਸ਼ਨ ਦਾ ਮਾਡਲ ਦੇ ਦਿਓ, ਹੈਲਥ ਦਾ ਮਾਡਲ ਦੇ ਦਿਓ, ਉਹਦੇ ਰੋਡਵੇਜ ਦਾ ਟਰਾਂਸਪੋਰਟੇਸ਼ਨ ਦਾ ਮਾਡਲ ਦੇ ਦਿਓ, ਅਫਸਰਸ਼ਾਹੀ ਅਸੀਂ ਚਲਾਉਣੀ ਕਿੱਦਾਂ ਉਹਦਾ ਮਾਡਲ ਦੇ ਦਿਓ, ਬਿਜਲੀ ਸਸਤੀ ਕਿੱਥੋਂ ਦੇਣੀ ਉਹਦਾ ਮਾਡਲ ਦਿਓ। ਅੱਜ ਲੋਕ ਲੀਡਰਾਂ ਨੂੰ ਨਹੀਂ ਉਡੀਕਦੇ, ਲੋਕ ਤਾਂ ਪਾਰਟੀ ਦੇ ਚੋਣ ਨਿਸ਼ਾਨ ਨੂੰ ਵੋਟਾਂ ਪਾ ਦਿੰਦੇ। ਪੰਜਾਬ 'ਚ ਤਾਂ ਪੈਂਦੀਆਂ। ਪੰਜਾਬ ਦੇ ਵਿੱਚ ਹੁੰਦਾ ਨਾ ਕਿ ਅਕਾਲੀ ਦਲ ਕਰਤਾਰਪੁਰੋਂ ਫਲੋਰ ਭੇਜ ਦਿਓ, ਫਲੋਰੋਂ ਕਰਤਾਰਪੁਰ ਭੇਜ ਦਿਓ। ਐਤਕੀ ਮਾਲਵੇ ਦੇ ਵਿੱਚ ਵੀ ਇਹਦਾ ਇੰਟਰਚੇਂਜ ਕੀਤੀਆਂ ਕਈ ਸੀਟਾਂ, ਕਿਉਂਕਿ ਪਾਰਟੀਆਂ ਨੂੰ ਪਤਾ ਹੈ ਕਿ ਜੇ ਲੋਕਾਂ ਨੇ ਵੋਟਾਂ ਪਾਉਣੀਆਂ ਤਾਂ ਕਈਆਂ ਨੇ ਪਾਰਟੀਆਂ ਨੂੰ ਵੀ ਪਾ ਦੇਣੀਆਂ, ਉਮੀਦਵਾਰ ਜਿਹੜਾ ਮਰਜ਼ੀ ਹੋਵੇ। ਇਸ ਕਰਕੇ ਪਲੇਟਫਾਰਮ ਦਿਓ, ਲੋਕਾਂ ਨੂੰ ਰਸਤਾ ਦੱਸੋ, ਆਪਣੇ ਆਪ ਨੂੰ ਬਾਕੀਆਂ ਪਾਰਟੀਆਂ ਦੇ ਨਾਲੋਂ ਵੱਖਰਾ ਕਰਕੇ ਦੱਸੋ। ਇਦਾਂ ਕੰਮ ਸੂਤ ਨਹੀਂ ਆਉਣਾ। ਪਰ ਚਲੋ ਕਰਨਗੇ, ਆਪਾਂ ਹੁਣ ਰੋਜ਼ ਇੱਥੇ ਬਹਿ ਕੇ ਕਰਦੇ ਰਹਿੰਦੇ ਹਾਂ, ਫਿਰ ਉਹ ਤੋਂ ਬਾਅਦ ਆਮ ਆਦਮੀ ਪਾਰਟੀ ਵਾਲੇ ਸਮਰਥਕ ਆਏ, ਉਹ ਤੁਸੀਂ ਵੇਖੇ ਹੋਏ, ਤੁਸੀਂ ਫਲਾਣੇ ਦੇ ਹੋਏ, ਤੁਸੀਂ ਢਿੰਗੜੇ ਦੇ ਹੋਏ। ਚਲੋ ਕੋਈ ਗੱਲ ਨਹੀਂ ਯਾਰ, ਮੈਂ ਤਾਂ ਕਹਿੰਦਾ ਵੇਚੀ ਦੇ ਸਹੀ, ਕੋਈ ਨਾ ਕੋਈ ਵੇਖੇ ਦੇ ਸਹੀ। ਚਲੋ ਆਪਾਂ ਇਹ ਸਾਰੇ ਕੁਝ ਦੇ ਵਿੱਚੋਂ ਥੋੜ੍ਹਾ ਜਿਹਾ ਬਾਹਰ ਆਈਏ, ਬਾਕੀ ਖਬਰਾਂ ਵਾਲੇ ਪਾਸੇ ਵੀ ਝਾਤ ਮਾਰ ਲਈਏ। ਕੱਲ੍ਹ ਦੀ ਬੜੀ ਵੀਡੀਓ ਸਰਗਰਮ ਚੱਲੀ ਪਈ ਹਰਿੰਦਰ ਸਿੰਘ ਕਾਹਲੋਂ ਸਾਹਿਬ ਨੇ ਜੀ, ਉਹ ਕਹਿੰਦੇ ਮੈਂ ਤਾਂ ਡਾਂਗਾ ਮਾਰ ਅੰਦਰ ਧੱਕ ਦੇਣੇ ਸੀ, ਆਹ ਟਰਾਲੀ ਕਹਿੰਦੇ ਗੋਹੇ ਦੀ ਸੁੱਟਣੀ ਆ, ਭਾਈ ਮੰਜਾ ਤੇ ਚਿੱਟੀ ਚਾਦਰ ਲੈ ਕੇ ਆਇਓ। ਫਿਰ ਹੁਣ ਪਤਾ ਨਹੀਂ ਜਾਂ ਤੇ ਉਹਨਾਂ ਦੀ ਉਸ ਗੱਲ ਨੂੰ ਪਗਾਉਣ ਦਾ ਕਰਕੇ ਕਿਸਾਨ ਜਾ ਵੜੇ ਉੱਥੇ, ਜਾਂ ਫਿਰ ਉਹ ਕਹਿੰਦੇ ਵੀ ਆ ਜਾਓ ਫਿਰ ਇੱਕ ਨਾ ਵੇਖ ਹੀ ਲੈਂਦੇ ਵੀ ਚਿੱਟੀ ਚਾਦਰ ਤੇ ਮੰਜੇ ਵਾਲੀ ਗੱਲ ਬਣਦੀ ਕੀ ਆ। ਹੁਣ ਖਬਰਾਂ ਹੀ ਆਉਂਦੀਆਂ ਨੇ ਭਾਈ ਸਾਹਿਬ ਵੀ ਛੋਟਾ ਹਾਥੀ ਅਗਲੇ ਗੋਹੇ ਦਾ ਲੈ ਕੇ ਭਰ ਕੇ, ਫਿਰ ਦੇ ਕੰਧ ਕੀ ਤੇ ਚੁਬਾਰਾ ਕੀ ਤੇ ਗਲੀ ਕੀ ਤੇ ਗੇਟ ਕੀ, ਗੋਹਾ ਹੀ ਗੋਹਾ ਹੋਇਆ ਉੱਥੇ ਕਹਿੰਦੇ। ਸੰਧਾਲੀਆ ਸਾਹਿਬ ਅੱਜ ਤੱਕ ਪੰਜਾਬ ਦੇ ਕਿਸੇ ਸਿਆਸੀ ਲੀਡਰ ਦੇ ਨਾਲ ਲੋਕਾਂ ਇਦਾਂ ਨਹੀਂ ਸੀ ਕੀਤਾ। ਆ ਪਿਛਲੇ 1.5 ਸਾਲ 'ਚ ਹੋਣ ਲੱਗ ਪਿਆ। ਲੀਡਰਸ਼ਿਪ ਨੂੰ ਸਮਝਣਾ ਚਾਹੀਦਾ ਕਿ ਲੋਕ ਤੰਗ ਕਿਉਂ ਆ। ਦੇਖੋ 2 ਬਿਆਨ ਦਾ ਇੱਕ ਹਿੱਸਾ ਤੇ ਆਇਆ ਸੀ ਕਿ ਭਾਈ ਪ੍ਰਧਾਨ ਮੰਤਰੀ ਸਾਹਿਬ ਥੋੜ੍ਹਾ ਜਿਹਾ ਠੀਕ ਚੱਲਦੇ ਆ, ਠੰਡਾ ਚੱਲਦੇ ਆ, ਉਹਦਾ ਫੜ ਕੇ ਡਾਂਗਾ ਮਾਰ ਅੰਦਰ ਤੇ ਦੇਣੇ ਸੀ ਬੰਦੇ ਕਿਸਾਨ। ਉਹਦੇ ਤੋਂ ਦੂਸਰਾ ਆਇਆ ਸੀ ਕਿ ਅੱਛਾ ਉਹ ਹੁਸ਼ਿਆਰਪੁਰ ਗੋਹਾ ਸੜਤਾ ਹੀ ਨਾ ਘਰ ਦੇ ਮੂਹਰੇ ਸੂਦ ਸਾਹਿਬ ਦੇ, ਕਿ ਉੱਥੇ ਹੀ ਸੜਤਾ ਹੀ। ਜੇ ਸਾਡੇ ਵਾਲੇ ਪਾਸੇ ਗੋਹਾ ਲੈ ਕੇ ਆਏ ਤਾਂ ਮੰਜਾ ਤੇ ਚਿੱਟੀ ਚਾਦਰ ਲੈ ਕੇ, ਉੱਥੇ ਚਿੱਟੀ ਚਾਦਰ ਕਦੋਂ ਵਿਛਾਈ ਦੀ ਹੈ? ਯਾਨੀ ਚਿੱਟੀ ਚਾਦਰ ਇੱਕ ਚੁਣੌਤੀ ਹੁੰਦੀ ਹੈ। ਕਈ ਵਾਰੀ ਕਹਿ ਦਿੰਦੇ ਹੁੰਦੇ ਆਮ ਹੀ ਆਉਂਗਾ ਤਾਂ ਤੁਰ ਕੇ ਲੈ ਜਾਣਗੇ ਚੱਕ ਕੇ, ਆਨੇ ਉਹਨਾਂ ਕਿਹਾ ਵੀ ਉਸੇ ਮੰਜੇ ਤੇ ਪਾਕ ਕਰਨਾ। ਹੁਣ ਫਿਰ ਅਗਲੇ ਚਲ ਗਏ ਤੇ ਉਹਨਾਂ ਨੇ ਚਲਾ ਕੇ ਕਹਿੰਦੇ ਗੋਹਾ ਅੰਦਰ ਨੂੰ ਮਰਿਆ। ਅਸੀਂ ਇਸ ਗੱਲ ਦੀ ਹਮਾਇਤ ਨਹੀਂ ਕਰਦੇ,
ਕਿਉਂਕਿ ਉਹ ਬੰਦੇ ਨੇ ਕਿਹਾ ਹੋਊਗਾ, ਉਹਦੇ ਪਰਿਵਾਰ ਦੇ ਹੋਰ ਮੈਂਬਰ ਵੀ ਹੋਣੇ ਆ, ਹੋ ਸਕਦਾ ਕਿ ਉਹ ਕਹਿੰਦੇ ਵੀ ਹੁਣ ਰੋਟੀ ਦੇਣ ਲੱਗੇ ਨਾ ਬੋਲਣ ਲੱਗੇ ਪਹਿਲਾਂ ਦੇਖ ਲਈਦਾ ਹੁੰਦਾ, ਇਹਦਾ ਵੀ ਕੋਈ ਬੋਲਦਾ ਹੁੰਦਾ, ਸਿਆਣੀ ਬਣੀ ਉਮਰ ਹੋ ਗਈ ਆ, ਕੋਈ ਵੀ ਘਰ 'ਚ ਬੱਚੇ ਵੀ ਹੋ ਸਕਦੇ ਆ। ਅਸੀਂ ਨਹੀਂ ਚਾਹੁੰਦੇ ਕਿ ਇਦਾਂ ਹੋਵੇ, ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਕੋਈ ਇਦਾਂ ਬੋਲਣ। ਦੇਖੋ ਇੱਕ ਗੱਲ ਹੋਰ ਹੈ, ਹੋ ਸਕਦਾ ਵੀ ਕਈ ਬੰਦੇ ਇਸ ਚੀਜ਼ ਨੂੰ ਇਦਾਂ ਕਹਿਣ ਵੀ ਯਾਰ ਇਹ ਨਹੀਂ ਸੀ ਹੋਣਾ ਚਾਹੀਦਾ ਜੋ ਵੀ ਸੀ, ਪਰ ਜੇ ਇਹ ਨਹੀਂ ਸੀ ਹੋਣਾ ਚਾਹੀਦਾ ਤੇ ਮੇਰੇ ਖਿਆਲ ਨਾਲ ਇਦਾਂ ਕਿਹਾ ਵੀ ਨਹੀਂ ਸੀ ਜਾਣਾ ਚਾਹੀਦਾ। ਦੂਜੀ ਗੱਲ ਇਹ ਵੀ ਉਹਨਾਂ ਨੇ ਕਿਹਾ ਤੇ ਤਾਂ ਹੀ ਹੋਇਆ ਨਾ, ਨਹੀਂ ਤੇ ਉਹ ਜਿਹੜੀ ਇੱਕ ਟਰਾਲੀ ਉਦੋਂ ਸੁੱਟੀ ਸੀ ਉਹਦੇ ਤੇ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਪ੍ਰਗਟ ਕੀਤਾ ਵੀ ਇਦਾਂ ਨਹੀਂ ਹੋਣਾ ਚਾਹੀਦਾ, ਤੇ ਉਸ ਤੋਂ ਬਾਅਦ ਉਹੋ ਜਿਹੀ ਕੋਈ ਘਟਨਾ ਵਾਪਰੀ ਵੀ ਨਹੀਂ ਤੇ ਆਪਾਂ ਇਹ ਦੇਖਦੇ ਹੁੰਦੇ ਆ ਵੀ ਪਹਿਲਾਂ ਇੱਕ ਵਾਪਰਦੀ ਹੁੰਦੀ ਆ, ਫਿਰ ਉਹ ਥਾਂ ਵਾਪਰਦੀਆਂ ਹੁੰਦੀਆਂ, ਉਹ ਇੱਕੋ ਇੱਕ ਇਕਲੌਤੀ ਘਟਨਾ ਸੀ, ਉਸ ਤੋਂ ਬਾਅਦ ਕਿਤੇ ਕੁਛ ਇਹੋ ਜਿਹਾ ਨਹੀਂ ਵਾਪਰਿਆ। ਇਹਦਾ ਮਤਲਬ ਉਸ ਚੀਜ਼ ਨੂੰ ਦੁਬਾਰਾ ਯਾਦ ਕਰਾਇਆ ਗਿਆ, ਤੇ ਜਿਨ੍ਹਾਂ ਨੂੰ ਯਾਦ ਕਰਾਇਆ ਗਿਆ ਅਗਲੇ ਫਿਰ ਆ ਗਏ। ਨਹੀਂ, ਉਹਨਾਂ ਦਾ ਘਰ ਵੀ ਤਾਂ ਉੱਥੇ ਹੀ ਸੀ ਜਿੱਥੇ ਅੱਜ ਆ, ਰੋਜ਼ ਆਉਂਦੇ ਜਾਂਦੇ ਸੀ, ਪਾਰਟੀ ਸ਼ਾਮਲ ਹੋਣ ਵੀ ਚਿਰ ਹੋ ਗਿਆ, ਅੱਜ ਤੱਕ ਤਾਂ ਕਿਸੇ ਨੇ ਇਦਾਂ ਨਹੀਂ ਸੀ ਕੀਤਾ। ਇਹ ਕਿਰਿਆ ਦੀ ਪ੍ਰਤੀਕਿਰਿਆ, ਤੇ ਕਿਰਿਆ ਹੀ ਉਦਾਂ ਦੀ ਕਰਨੀ ਚਾਹੀਦੀ ਕਿ ਉੱਤੇ ਪ੍ਰਤੀਕਿਰਿਆ ਜਿਹੜੀ ਇਦਾਂ ਦੀ ਆਵੇ ਨਾ। ਤੇ ਬਾਕੀ ਸੰਧਾਲੀਆ ਸਾਹਿਬ ਕਿਸਾਨ ਜੈਪੁਰ ਗਏ ਸੀ, ਕਿਸਾਨਾਂ ਦੀ ਪਾਰਲੀਮੈਂਟ ਲੱਗੀ, ਰਾਜੇਵਾਲ ਸਾਹਿਬ, ਬਹੁਤ ਸਾਰੇ ਹੋਰ ਲੀਡਰ ਜਿਹੜੇ ਕਿਸਾਨਾਂ ਦੇ, ਮਨਜੀਸੂ ਰਾਏ ਗਏ, ਰਜਿੰਦਰ ਸਿੰਘ, ਦੀਪ ਸਿੰਘ ਵਾਲਾ, ਤੇ ਉੱਥੇ ਬਿਲਕੁਲ ਜਿੱਦਾਂ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਹੁੰਦਾ, ਬਿਲਡਿੰਗ ਦੇ ਅੰਦਰ ਇਦਾਂ ਸੈਂਕੜਿਆਂ ਦੀ ਗਿਣਤੀ 'ਚ ਇਕੱਠ ਹੋਇਆ, ਤੇ ਉੱਥੇ ਫਿਰ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਤੇ ਚਰਚਾ ਹੋਈ। ਤੇ ਉੱਥੇ ਫਿਰ ਕਿਸਾਨ ਆਗੂ ਨੇ ਕਹਿਤਾ, ਦੇਖੋ ਜੀ ਆ ਮੰਡੀਆਂ ਮੁੰਡੀਆਂ ਖਤਮ ਕਰਨ ਨੂੰ ਫਿਰਦੇ ਆ, ਭੋਗ ਪਾਉਣ ਨੂੰ ਫਿਰਦੇ ਆ, ਤੁਸੀਂ ਤਕੜੇ ਹੋ ਜਾਓ, ਇਕੱਠੇ ਹੋ ਜਾਓ। 27 ਤਰੀਕ ਨੂੰ ਜਿਹੜਾ ਭਾਰਤ ਬੰਦ ਹੈ, ਦਿਨ ਤਾਂ 10 ਰਹਿ ਗਿਆ, ਉਹਦੇ ਸਬੰਧ ਦੇ ਵਿੱਚ ਜਿਸ ਤਰੀਕੇ ਲਾਮਬੰਦੀ ਹੋ ਰਹੀ ਹੈ, ਤਾਮਿਲਨਾਡੂ 'ਚ ਵੱਡਾ ਇਕੱਠ ਹੋਇਆ, ਮੱਧ ਪ੍ਰਦੇਸ਼ ਹੋਇਆ, ਉਹਦੇ ਤੋਂ ਬਾਅਦ ਬਿਹਾਰ ਦੇ ਵਿੱਚ ਹੋਇਆ, ਯੂਪੀ ਦੇ ਵਿੱਚ ਤਾਂ ਕੰਮ ਚੱਲਦਾ, ਪੰਜਾਬ ਹਰਿਆਣਾ ਪਹਿਲਾਂ ਹੀ ਗੜੁੱਚ ਨੇ, ਰਾਜਸਥਾਨ ਦੇ ਵਿੱਚ ਵੀ ਹੁਣ ਜਦੋਂ ਕਿਸਾਨ ਲੀਡਰ ਗਏ ਤੇ ਜੈਪੁਰ ਵਾਲੀ ਕਿਸਾਨ ਪਾਰਲੀਮੈਂਟ ਕੀਤੀ, ਉਹਨਾਂ ਨੇ ਦਾਅਵਾ ਕੀਤਾ, ਉਹ ਕਹਿੰਦੇ ਕਿ ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ, ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅਸਰਦਾਰ ਪ੍ਰਭਾਵਸ਼ਾਲੀ ਭਾਰਤ ਬੰਦ ਹੋਏਗਾ, ਐਤਕੀ ਸਰਕਾਰ ਦੇਖਦੀ ਰਹਿ ਜੂ। ਇਹ ਤਾਂ ਹੈ। ਇਹਦੇ ਨਾਲ ਇਹ ਵੀ ਤੇ ਸੁਣਨ ਚ ਆਇਆ ਨਾ ਵੀ ਟਿਕਰੀ ਵਾਲੇ ਬਾਰਡਰ ਤੇ 22 ਤੇ 23 ਨੂੰ ਕਬੱਡੀ ਹੋਣੀ ਹੈ। ਤੁਸੀਂ ਦੇਖੋ ਕਿ ਪਹਿਲਾਂ ਵਾਲੀਬਾਲ ਦੇ ਮੈਚ ਹੋਏ, ਹਾਂ, ਚਿੜੀ ਛਿੱਕੇ ਦੇ ਹੋਏ, ਫੁੱਟਬਾਲ ਦੇ ਵੀ ਹੋਏ, ਹੁਣ ਅਗਲੇ ਕਹਿੰਦੇ ਕਬੱਡੀ ਲੀਗ ਕਰਾ ਦੇਣੀ, ਦੰਗਲ ਵੀ ਹੋਇਆ, ਕਿਉਂਕਿ ਹਰਿਆਣੇ 'ਚ ਕੁਸ਼ਤੀ ਦਾ ਬੜਾ ਸ਼ੌਕ ਹੈ, ਪੰਜਾਬ 'ਚ ਤਾਂ ਹੁਣ ਘਟ ਗਿਆ, ਤੇ ਉੱਥੇ ਦੰਗਲ ਵੀ ਹੋਇਆ, ਤੇ ਐਤਕੀ ਹੁਣ ਕਬੱਡੀ ਹੋਣੀ ਆ। ਤੇ 2 ਦਿਨ ਫਿਰ ਅਗਲੇ ਕਹਿਣਗੇ ਸਵੇਰੇ ਜਦੋਂ ਕਿਸਾਨ ਉੱਠੂਗਾ ਟਰਾਲੀ ਦੇ ਵਿੱਚੋਂ, ਉਹ ਛੇਤੀ ਕਰੋ, ਦਾਤਣ ਕਰ ਲਓ ਬਈ, ਨਹਾ ਲਓ, ਚਲੀ ਅੱਜ ਕਿੱਥੇ ਚੱਲੇ, ਕੌਡੀ ਦੇਖਣ ਚੱਲੇ ਆ। ਹਾਂ, ਸੋ ਕੌਡੀ 22 ਤੇ 23 ਨੂੰ ਟਿਕਰੀ ਵਾਲੇ ਬਾਰਡਰ ਤੇ ਹੋਣੀ ਹੈ। ਚਲੋ ਉਹਦਾ ਕਰਕੇ ਮੇਰੇ ਖਿਆਲ ਨਾਲ ਕਿਸਾਨਾਂ ਨੇ ਵੀਰਾਂ ਘੱਤ ਲੈਣੀਆਂ ਜੀ। ਇੱਕ ਆਪਾਂ OP ਧਨਖੜ ਸਾਹਿਬ ਦੀ ਗੱਲ ਕਰ ਲਈ ਯਾਰ, ਮੈਨੂੰ ਸਮਝ ਨਹੀਂ ਆਈ, ਬੰਦਾ ਹੈ ਤਾਂ BJP ਲੀਡਰ ਉਹ ਵੀ, ਹੁਣ ਉਹ ਬੰਦੇ ਨੇ ਜਿਹੜੀ ਇਹ ਗੱਲ ਕਹਿਤੀ ਵੀ ਇਹ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਜੀ, ਇਹਦਾ ਕਰਕੇ ਮੇਰੇ ਕੋਲ ਸ਼ਿਕਾਇਤਾਂ ਆ ਰਹੀਆਂ ਨੇ ਜੀ, ਪੰਜਾਬ ਦੇ ਵਿੱਚੋਂ ਇੱਥੇ ਚੱਲ ਕੇ ਨਸ਼ਾ ਆਉਣ ਲੱਗ ਪਿਆ ਹਰਿਆਣੇ ਦੇ ਵਿੱਚ। ਉਹ ਕਹਿੰਦੇ ਅਸੀਂ ਤੇ ਖੇਡਾਂ ਵਾਲਾ ਦੇਸ਼ ਸੀਗੇ, ਸਾਡੇ ਤੇ ਮੁੰਡੇ ਖੇਡਦੇ ਸੀ, ਪਲੇਅਰ ਬਣਦੇ ਸੀ, ਸਾਡੇ ਤੇ ਇੱਥੇ ਫਿਲਮਾਂ ਵੀ ਦੰਗਲ ਵਰਗੀਆਂ ਬਣਦੀਆਂ ਸੀ, ਹੈ ਨਾ। ਉਧਰ ਤਾਂ ਫਿਲਮਾਂ ਵੀ ਉੜਤਾ ਪੰਜਾਬ ਵਰਗੀਆਂ ਬਣਦੀਆਂ, ਉੜਤਾ ਪੰਜਾਬ ਕਹਿੰਦੇ ਹੁਣ ਹਰਿਆਣੇ 'ਚ ਲਈ ਜਾਂਦੇ। ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਇਹਦੇ ਤੋਂ ਪਹਿਲਾਂ ਕਿ ਉਹਨਾਂ ਦੇ ਬਿਆਨ ਦੇ ਉੱਤੇ ਪ੍ਰਤੀਕਿਰਿਆ ਆਪਾਂ ਪ੍ਰਗਟ ਕਰੀਏ, ਸਭ ਤੋਂ ਪਹਿਲਾਂ ਪੰਜਾਬ ਦੀ ਲੀਡਰਸ਼ਿਪ ਸੋਚੇ। ਅੱਜ ਸਾਰੇ ਕਹਿੰਦੇ ਨਾ ਅਸੀਂ ਪੰਜਾਬ ਹਤੈਸ਼ੀ ਹਾਂ, ਅਸੀਂ ਕਿਸਾਨ ਹਤੈਸ਼ੀ ਹਾਂ, ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਹਾਂ, ਭਾਜਪਾ ਨੂੰ ਛੱਡ ਕੇ। ਅੱਜ ਜਦੋਂ ਹਰਿਆਣਾ ਭਾਜਪਾ ਦਾ ਇੱਕ ਲੀਡਰ ਪ੍ਰਧਾਨ ਸਾਹਿਬ ਧਨਖੜ ਸਾਹਿਬ, ਉਹ ਕਹਿੰਦੇ ਆ ਕਿ ਭਾਈ ਦੇਖੋ ਪੰਜਾਬ ਦੇ ਵਿੱਚ ਇਦਾਂ ਦੀਆਂ ਫਿਲਮਾਂ ਬਣਦੀਆਂ, ਉੜਤਾ ਪੰਜਾਬ, ਨਸ਼ੇ ਵਾਲੀਆਂ, ਪੰਜਾਬ ਦੇ ਨਾਲ ਲੱਗਦੇ ਇਲਾਕੇ 'ਚ ਕਹਿੰਦੇ ਹਰਿਆਣੇ 'ਚ ਕਿਤੇ ਕਿਤੇ ਨਸ਼ਾ ਹੁੰਦਾ ਸੀ, ਬਾਕੀ ਤਾਂ ਹਰਿਆਣੇ 'ਚ ਦੁੱਧ ਘਿਓ, ਕੁਸ਼ਤੀਆਂ ਵਧੀਆ, ਸਾਰਾ ਕੁਝ, ਅਸੀਂ ਤਾਂ ਮੈਡਲ ਜਿੱਤਣ ਵਾਲੇ ਆ। ਇਹਦਾ ਮਤਲਬ ਕੀ ਕਿ ਸਿੱਧੇ ਤੌਰ ਤੇ ਪੰਜਾਬ ਦੀ ਲੀਡਰਸ਼ਿਪ ਨੂੰ ਚੁਣੌਤੀ ਵੀ ਆ ਕਿ ਤੁਹਾਡੇ ਪੰਜਾਬ 'ਚ ਨਸ਼ਾ ਹੈ ਜਿਹੜਾ ਇਹਨਾਂ ਤੋਂ ਅੱਜ ਤੱਕ ਰੁਕਿਆ ਨਹੀਂ। ਕੈਪਟਨ ਸਾਹਿਬ ਵੀ ਕਹਿੰਦੇ 40-45 ਹਜ਼ਾਰ ਬੰਦਾ ਅੰਦਰ ਦੇਤਾ, ਪਹਿਲਾਂ ਬਾਦਲ ਸਾਹਿਬ ਵੀ ਕਹਿੰਦੇ ਸੀ 40-45 ਹਜ਼ਾਰ ਬੰਦਾ ਦੇਤਾ। ਜੇ ਤੁਸੀਂ ਲੱਖ ਬੰਦਾ ਨਸ਼ੇ ਦੇ ਕੇਸ ਚੱਕ ਕੇ ਅੰਦਰ ਕਰ ਦਿੱਤਾ, ਤੇ ਅੱਜ ਹਰਿਆਣਾ ਭਾਜਪਾ ਦਾ ਕੋਈ ਲੀਡਰ ਐਡਾ ਵੱਡਾ ਇਲਜ਼ਾਮ ਕਿੱਦਾਂ ਲਾ ਦੇਵੇ? ਯਾਨੀ ਕੰਪੈਰੀਜ਼ਨ ਦੇਖੋ, ਉਹ ਕਹਿੰਦੇ ਸਾਡੇ ਕੁਸ਼ਤੀ ਦੇ ਫਿਲਮਾਂ ਬਣਦੀਆਂ, ਪੰਜਾਬ 'ਚ ਨਸ਼ੇ ਤੇ ਫਿਲਮਾਂ ਬਣਦੀਆਂ, ਹਰਿਆਣੇ 'ਚ ਕਹਿੰਦੇ ਨਸ਼ਾ ਹੈਗਾ, ਪਰ ਪੰਜਾਬ ਦੇ ਨਾਲ ਲੱਗਦੇ ਇਲਾਕੇ 'ਚ ਹੋਰ ਕਿਤੇ ਨਹੀਂ ਹੈਗਾ। ਇਹ ਇੱਕ ਬਹੁਤ ਵੱਡੀ ਸਾਡੇ ਲਈ ਸ਼ਰਮ ਵਾਲੀ ਗੱਲ ਹੈ। ਨਹੀਂ, ਉਹਦੀ ਪੂਰੀ ਸਟੇਟਮੈਂਟ ਦੇ ਨਾਲ ਕੋਈ ਬੰਦਾ ਵੀ ਸਹਿਮਤ ਨਹੀਂ, ਪਰ ਉਹਦੇ ਵਿੱਚ ਇੱਕ 80% ਕੌੜਾ ਸੱਚ ਤੇ ਹੈਗਾ ਨਾ। ਵੀ ਇੱਕ ਹੁੰਦਾ ਨਾ ਵੀ ਅਗਲੇ ਨੇ ਮਿਹਣਾ ਤੇ ਦਿੱਤਾ ਨਾ, ਵੀ ਉਹ ਜਿਹੜਾ ਮਿਹਣਾ ਹੈ, ਜੇ ਉਹ ਮਿਹਣਾ ਉਹਨੇ ਦਿੱਤਾ ਉਹ ਕਿਸੇ ਹੱਦ ਤੱਕ ਸੱਚ ਸੀਗਾ ਜਾਂ ਹੈਗਾ ਤਾਂ ਹੀ ਦਿੱਤਾ। ਸੰਧਾਲੀਆ ਸਾਹਿਬ ਕਹਿ ਕੇ ਦੇਖਿਆ ਅੱਜ ਪੰਜਾਬ ਦਾ ਕੋਈ ਲੀਡਰ ਕਿ ਨਸ਼ਿਆਂ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਉੱਤੇ ਜਿਹੜੇ ਦੋਸ਼ ਲਾਏ ਆ ਧਨਖੜ ਸਾਹਿਬ ਨੇ, ਭਾਜਪਾ ਦੇ ਲੀਡਰ ਹਰਿਆਣੇ ਦੇ, ਉਹ ਗਲਤ ਲਾਏ ਆ। ਅਗਲਾ ਅਖਬਾਰਾਂ ਦੀ ਕਟਿੰਗ ਕੱਢ ਕੇ ਦਿਖਾ ਲੂ, ਹੋ ਸਕਦਾ ਆਪਣਾ ਪ੍ਰੋਗਰਾਮ ਦਿਖਾ ਦੇ। ਉਹ ਦੇਖੋ ਜੀ, ਸ਼ੇਰਪੁਰ ਦੇ ਨੇੜੇ ਫਤਿਹਗੜ੍ਹ ਪੰਜਗਰਾਈਆਂ ਪਿੰਡ ਦੇ ਲੋਕਾਂ ਇਕੱਠ ਕੀਤਾ, ਥਾਣੇ ਜਾ ਕੇ ਮੰਗ ਪੱਤਰ ਦਿੱਤਾ, ਆ ਦੇਖੋ 4 ਬੰਦਿਆਂ ਦੇ ਨਾਂ ਵੀ ਦਿੱਤੇ, ਤੇ ਉਹ ਕਹਿੰਦੇ ਜੀ ਕਾਰਵਾਈ ਹੁੰਦੀ ਨਹੀਂ ਤਾਂ ਹੁਣ ਕਰੋ। ਸ਼ਾਇਦ ਉਹ ਦਿਖਾ ਦੇਣਗੇ ਰੋਜ਼ ਦੀਆਂ ਖਬਰਾਂ ਕਿ ਆ ਦੇਖੋ 50 ਕਿਲੋ ਆ ਫੜ ਹੋ ਗਿਆ, 60 ਕਿਲੋ ਆ ਫੜ ਹੋ ਗਿਆ, 70 ਕਿਲੋ ਆ ਫੜ ਹੋ ਗਿਆ।
ਗੱਲਾਂ 'ਚ ਤੱਥ ਹੈ। ਜਿੱਥੇ ਗਲਤ ਬੋਲਿਆ ਕਿ ਭਾਈ ਕਿਸਾਨ ਅੰਦੋਲਨ ਦੇ ਕਰਕੇ ਨਸ਼ਾ ਫੈਲ ਰਿਹਾ, ਉੱਥੇ ਆਲੋਚਨਾ ਠੋਕ ਕੇ ਹੋਣੀ ਚਾਹੀਦੀ ਹੈ। ਪਰ ਕਈ ਵਾਰੀ ਪੀੜ੍ਹੀ ਤੇ ਸੋਟਾ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦਾ। ਪੰਜਾਬ ਦੀ ਲੀਡਰਸ਼ਿਪ ਉਹ ਆਪਣੀ ਪੀੜ੍ਹੀ ਹੇਠ ਫੇਰੇ। ਨਹੀਂ ਬਿਲਕੁਲ ਫੇਰਨ ਦੀ ਲੋੜ ਹੈ। ਬਾਕੀ ਚਲੋ ਇਹ ਤਾਂ ਹੁਣ ਹੌਲੀ ਹੌਲੀ ਕਹਿੰਦੇ ਵੀ ਲੋਕ ਵੀ ਬਦਲ ਰਹੇ ਨੇ। ਹੁਣ ਗਾਂ ਵਾਲੀ ਜਿਹੜੀ ਪੀੜ੍ਹੀ ਹੈ ਜਿਨ੍ਹਾਂ ਨੇ ਉਹ ਸੇਕ ਲੱਗਾ ਦੇਖ ਲਿਆ, ਹੁਣ ਅਗਲੀ ਪੀੜ੍ਹੀ ਆਪ ਹੀ ਉਸ ਚੀਜ਼ ਤੋਂ ਤੌਬਾ ਕਰਨ ਲੱਗ ਪਈ ਵੀ ਨਹੀਂ ਵੀ ਯਾਰ ਇਹ ਚੀਜ਼ ਚੰਗੀ ਨਹੀਂ ਹੈਗੀ। ਦੂਜੀ ਚੀਜ਼ ਇਹ ਆ ਵੀ ਜੇ ਆਪਾਂ ਕਿਸਾਨੀ ਦੀ ਗੱਲ ਕਰੀਏ ਤੇ ਸਾਰੇ ਮਸਲੇ ਕਿਤੇ ਹੱਲ ਥੋੜ੍ਹਾ ਹੋ ਗਏ। ਹੁਣ ਦੇਖੋ ਬਾਰਡਰ ਵਾਲੇ ਜਿਹੜੇ ਵਿਚਾਰੇ ਕਿਸਾਨ ਨੇ ਜਿਹਨੇ ਤਾਰੋਂ ਪਾਰ ਜ਼ਮੀਨ ਆ, ਉਹ ਕਹਿੰਦੇ ਵੀ ਅਸੀਂ ਕਿੱਥੇ ਸੁਪਰੀਮ ਕੋਰਟ ਤੱਕ ਹਾਈ ਕੋਰਟਾਂ ਤੱਕ ਜਾ ਕੇ ਤੇ ਅਸੀਂ ਆਪਣੇ ਹੱਕ 'ਚ ਫੈਸਲੇ ਕਰਵਾ ਲਵੇ। ਸਰਕਾਰਾਂ ਮੰਨ ਵੀ ਗਈਆਂ ਵੀ ਠੀਕ ਹੈ ਵੀ 10,000 ਆਪਾਂ 1 ਸਾਲ ਦਾ ਜੁਰਮਾਨਾ ਕਹਿ ਲਓ, ਮੁਆਵਜ਼ਾ ਕਹਿ ਲਓ ਤੁਹਾਨੂੰ ਦਿਆਂਗੇ, ਜਾਂ ਮਦਦ ਕਹਿ ਲਓ ਵੀ ਕਿਉਂਕਿ ਤੁਹਾਡੀ ਤਾਰੋਂ ਪਾਰ ਜ਼ਮੀਨ ਹੈ ਇਸ ਕਰਕੇ ਪੂਰੀ ਖੇਤੀ ਤੁਸੀਂ ਕਰ ਨਹੀਂ ਪਾਉਂਦੇ ਤੇ ਆਪਾਂ ਤੁਹਾਨੂੰ 10,000 ਰੁਪਇਆ ਉੱਕਾ ਪੁੱਕਾ 1 ਏਕੜ ਦਾ ਮੁਆਵਜ਼ਾ ਦੇ ਦਿਆ ਕਰਾਂਗੇ। 2018 ਤੋਂ ਕਹਿੰਦੇ ਡੀਕਦੇ ਆ, ਰੁਪਈਆ ਨਹੀਂ ਮਿਲਿਆ। ਸੰਧਾਲੀਆ ਸਾਹਿਬ ਉਹਦੇ ਵਿੱਚ ਨਾ 2-3 ਗੱਲਾਂ ਕਲੀਅਰ ਕਰਨ ਵਾਲੀਆਂ। ਦੇਖੋ 6-7 ਜ਼ਿਲ੍ਹੇ ਪੰਜਾਬ ਦੇ ਜਿਹੜੇ ਬਾਰਡਰ ਨਾਲ ਲੱਗਦੇ 6 ਕਿਸਾਨ 6-7 ਨੇ, ਤੁਸੀਂ ਟਾਈਮ ਦਿਓ, ਆਪਾਂ ਦੇ 10-12 ਬਣਾ ਦੇਣੇ। ਮੈਨੂੰ ਬੜਾ ਇਤਰਾਜ਼ ਹੋਇਆ, ਤੁਸੀਂ ਕਿਹਾ ਪੰਜਾਬ ਅਜੇ ਨਿੱਕਾ ਜਿਹਾ। ਨਹੀਂ ਵੱਡਾ ਕਰਤਾ ਹੀ ਤੁਸੀਂ, ਇਹ ਤਾਂ 117 ਦਾ ਜ਼ਿਲ੍ਹੇ ਬਣ ਸਕਦੇ ਨਿੱਕਾ ਜਿਹਾ। ਸਭ ਤੋਂ ਵੱਧ ਦਿੱਕਤ ਪਤਾ ਕਿਹਨੂੰ ਆਉਣੀ ਹੈ? ਜਿਨ੍ਹਾਂ ਨੂੰ ਰੰਗ ਜਿਹੜੇ ਕਲਾਕਾਰ ਬੰਦੇ ਨੇ ਜਿਹੜੇ ਸਕੂਲ ਦੀ ਕੰਧ ਦੇ ਉੱਤੇ ਨਕਸ਼ਾ ਬਣਾ ਕੇ ਆਉਂਦੇ ਭਾਰਤ ਦਾ ਤੇ ਪੰਜਾਬ ਦਾ, ਉਹਨਾਂ ਦੇ ਲਈ ਜ਼ਿਲ੍ਹੇ ਬਣਾਉਣੇ ਔਖੇ ਹੋ ਜਾਣੇ। ਨਹੀਂ ਉਹਨਾਂ ਕਹਿਣਾ ਵੀ ਇਹ ਪੰਜਾਬ ਬਣਾ ਲਓ, 117 ਦੀ ਲਾਗੇ ਲਿਸਟ ਲਿਖਦੇ ਨੇ, ਲੱਭ ਤੁਸੀਂ ਆਪੇ ਜ਼ਿਲ੍ਹਾ ਕਿਹੜਾ। ਤੀਰ ਲਾਲਾ ਲਿਖਣੇ ਪੈਣੇ, ਇੱਥੇ ਕਿ ਜ਼ਿਲ੍ਹਾ ਜੀ, ਇੱਥੇ ਕਿ ਜ਼ਿਲ੍ਹਾ, ਕਿਉਂਕਿ ਵਿੱਚ ਤਾਂ ਬਣਨ ਨੂੰ ਤਾਂ ਨਹੀਂ ਰਹਿਣੀ। ਹੁਣ ਸੰਧਾਲੀਆ ਸਾਹਿਬ ਕਿਸਾਨ ਆਏ ਬਾਰਡਰ ਨੇੜਲੇ, ਪਹਿਲੀ ਗੱਲ ਕਿ ਉਹਨਾਂ ਦੀ ਦਿੱਕਤ ਕੀ ਹੈ ਕਿ ਤਾਰ ਲੱਗ ਗਈ, ਤਾਰ ਭਾਰਤ ਵਾਲਿਆਂ ਨੇ ਥੋੜੀ ਜਿਹੀ ਹਟਵੀਂ ਆਪਣੇ ਵਾਲੇ ਪਾਸੇ ਲਈ ਜ਼ਮੀਨਾਂ ਭਰੇ ਰਹਿ ਗਈਆਂ। ਸ਼ਰਤਾਂ ਲਾਤੀਆਂ ਕਿ ਤੁਸੀਂ ਲੰਮੀ ਫਸਲ ਚਰੀ ਨਹੀਂ ਬੀਜਣੀ, ਬਾਜਰਾ ਨਹੀਂ ਬੀਜਣਾ, ਗੰਨਾ ਨਹੀਂ ਬੀਜਣਾ, ਕਿਉਂਕਿ ਇਹਦੇ ਵਿੱਚ ਦੀ ਤਸਕਰ ਜਾਂ ਦੇਸ਼ ਵਿਰੋਧੀ ਅੰਸਰ ਗਤੀਵਿਧੀਆਂ ਕਰਦੇ ਆ। ਦੂਸਰਾ ਤਾਰ ਲੱਗ ਗਈ, ਪਰਲੇ ਪਾਸੇ ਨਹੀਂ ਜਾ ਸਕਦੇ, ਸਪੈਸ਼ਲ ਗੇਟ ਨੇ, ਰਾਤ ਨੂੰ ਨਹੀਂ ਤੁਸੀਂ ਜਾ ਸਕਦੇ, ਕਨੈਕਸ਼ਨ ਮਿਲਣ ਚ ਔਖ ਹੈ। ਜਦੋਂ ਦਿਨੇ ਵੀ ਜਾਣਾ, ਕੰਬਾਈਨ ਲੈ ਕੇ ਜਾਣਾ, ਦਿਹਾੜੀਦਾਰ ਬੰਦਾ ਨਾਲ ਲੈ ਕੇ ਜਾਣਾ, ਕਈ ਵਾਰੀ 2 ਬੰਦਿਆਂ ਦਾ ਕੰਮ ਹੁੰਦਾ, ਤਲਾਸ਼ੀ ਗੇਟ ਕਦੋਂ ਖੁੱਲਣਾ, ਹਫ਼ਤੇ 2-2 3-3 ਦਿਨ ਗੇਟ ਮਸੀਂ ਖੁੱਲਦਾ, ਔਕੜਾਂ ਬਹੁਤ ਨੇ। ਉਧਰਲੇ ਪਾਸੇ ਅਵਾਰਾ ਪਸ਼ੂ ਵੀ ਆਉਂਦੇ ਆ, ਆਣ ਕੇ ਫਸਲ ਚਟਮ ਕਰ ਜਾਂਦੇ ਆ, ਬੜੀ ਦਿੱਕਤ ਹੈ। ਅਦਾਲਤਾਂ 'ਚ ਕੇਸ ਗਏ ਤੇ ਅਦਾਲਤ ਨੇ ਫੈਸਲਾ ਕਰਤਾ ਸੀ ਕਿ ਭਾਈ 10,000 ਰੁਪਈਆ ਅੱਧਾ ਕੇਂਦਰ ਸਰਕਾਰ ਦੇ ਉੱਤੇ, ਅੱਧਾ ਪੰਜਾਬ ਵਾਲੇ। ਪਹਿਲਾ ਦੋਸ਼ ਉਹਨਾਂ ਨੇ ਇਹ ਲਾਇਆ, ਕਹਿੰਦੇ ਜੀ ਕੇਂਦਰ ਨੇ ਤਾਂ ਪੈਸੇ ਦਿੱਤੇ ਆਪਣੇ, ਪੰਜਾਬ ਨੇ ਨਹੀਂ ਦਿੱਤੇ, ਪਿਛਲੇ 2-3-4 ਸਾਲਾਂ ਤੋਂ ਨਹੀਂ ਦਿੱਤੇ, ਇੰਨੇ ਕਰੋੜ ਬਣਦਾ, ਅਸੀਂ ਜਾਈਏ ਕਿੱਥੇ? ਫਸਲਾਂ ਅਸੀਂ ਨਹੀਂ ਬੀਜ ਸਕਦੇ, ਪ੍ਰੋਪਰ ਕੇਅਰ ਉਹਨਾਂ ਦੀ ਜਾ ਕੇ ਅਸੀਂ ਨਹੀਂ ਕਰ ਸਕਦੇ, 20 ਤਰ੍ਹਾਂ ਦੀਆਂ ਬੰਦਿਸ਼ਾਂ, ਤੇ ਜੇ ਮੁਆਵਜ਼ੇ ਦੇ ਪੈਸੇ ਜਿਹੜੇ ਕੋਰਟ ਨੇ ਆਖਿਆ, ਅਦਾਲਤ ਨੇ ਆਖਿਆ ਜੋ ਵੀ ਨਹੀਂ ਦੇਣੇ, ਕੰਮ ਕਿੱਦਾਂ ਚੱਲੂ? ਤੁਸੀਂ ਹੋਰ ਦੇਖੋ, ਉਹਨਾਂ ਦੇ ਵਿੱਚੋਂ ਕਈਆਂ ਨੇ ਇੱਥੋਂ ਤੱਕ ਵੀ ਆਖ ਦਿੱਤਾ, ਉਹ ਕਹਿੰਦੇ ਜੀ ਗੱਲ ਇਹ ਹੈ ਕਿ ਅਸੀਂ ਜਾਈਏ ਕਿੱਥੇ? ਜ਼ਮੀਨ ਸਾਡੀ ਦਾ ਗਾਹਕ ਕੋਈ ਨਹੀਂ, ਉਧਰਲੇ ਪਾਸੇ ਗਾਹਕ ਪੈਂਦਾ ਕੋਈ ਨਹੀਂ, ਅਸੀਂ ਉੱਥੇ ਖੇਤੀ ਕਰਕੇ ਰੋਟੀ ਖਾਂਦੇ ਆ, ਤੇ ਜੇ ਉਹਦੇ ਵਿੱਚੋਂ ਫਸਲ ਚੋਂ ਪੈਸੇ ਨਹੀਂ ਮਿਲਦੇ, ਸਰਕਾਰ ਸਾਨੂੰ ਦੱਸੇ ਤਾਂ ਸਹੀ। ਇੱਕ ਪਾਸੇ ਕਹਿੰਦੇ ਅਸੀਂ ਕਰਜ਼ੇ ਮਾਫ ਕਰਤੇ ਆ, ਇੱਕ ਪਾਸੇ ਕਹਿੰਦੇ ਜੀ ਅਸੀਂ ਕਿਸਾਨਾਂ ਦੇ ਨਾਲ ਆ। ਹੁਣ ਉਹਨਾਂ ਦੇ ਨਾਲ ਤੁਸੀਂ ਕਿਉਂ ਨਹੀਂ? ਉਹ ਵੋਟਰ ਨਹੀਂ, ਉਹ ਸਾਹ ਨਹੀਂ ਲੈਂਦੇ, ਜਾਂ ਫਿਰ ਹੋਰ ਪਾਸੇ ਮੈਂ ਕਹਿੰਦਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਨੋਟਿਸ ਲੈ ਲੈ, ਇਹਨਾਂ ਨੇ ਦਿੱਲੀ ਵਾਲਾ ਲਿਆ, ਉਹਨਾਂ ਦੇ ਵੀ ਤਾਂ ਅਧਿਕਾਰ ਨੇ, ਜਿਨ੍ਹਾਂ ਨੂੰ ਕੰਡਿਆਲੀ ਤਾਰ ਤੋਂ ਪਾਰ ਨਹੀਂ, ਉਹਨਾਂ ਦਾ ਕਸੂਰ ਥੋੜੀ ਹੈ। ਉਹਨਾਂ ਨੂੰ ਨਹੀਂ ਸੀ ਪਤਾ 47 ਦੇ ਵਿੱਚ ਇੱਥੇ ਲੀਕ ਖਿੱਚੀ ਜਾਣੀ ਹੈ, ਉਹਨਾਂ ਨੂੰ ਨਹੀਂ ਸੀ ਪਤਾ। ਉਹ ਤਾਂ ਉਹਨਾਂ ਪਿੰਡਾਂ ਦੇ ਵਿੱਚ ਜੰਮੇ, ਉਹਨਾਂ ਪਿੰਡਾਂ ਦੇ ਵਿੱਚ ਵੱਡੇ ਹੋਏ, ਤੇ ਅੱਜ ਉੱਥੇ ਨਾ ਉਦਯੋਗ ਲੱਗਦਾ, ਨਾ ਉੱਥੇ ਵਧੀਆ ਕਾਲਜ ਆ, ਨਾ ਉੱਥੇ ਵਧੀਆ ਯੂਨੀਵਰਸਿਟੀ ਆ, ਤੇ ਜੇ ਖੇਤੀਬਾੜੀ ਦੇ ਵਿੱਚੋਂ ਵੀ ਪੈਸੇ ਨਹੀਂ ਮਿਲਣੇ, ਅੱਜ ਉਹ ਮੁਹਾਲੀ ਕੀ ਕਰਦੇ ਆ? ਕੈਪਟਨ ਸਾਹਿਬ ਦਾ ਘਰ ਘੇਰਨਾ ਸੀ, ਰੋਕਿਆ ਕਿਉਂ ਭਾਈ? ਬਾਹਰ ਨਿਕਲ ਕੇ ਮਿਲਣਾ ਚਾਹੀਦਾ ਤੇ ਤੁਰੰਤ ਉਹਨਾਂ ਦੀ ਮੰਗ ਪੂਰੀ ਕਰਨੀ ਚਾਹੀਦੀ ਹੈ। ਇਹ ਅਦਾਲਤ ਦੀ ਤੋਹੀਨ ਹੈ। ਇਹ ਦੇਖੋ ਵੈਸੇ ਜੇ ਉਹਨੂੰ ਇੱਕ ਡਿਫਰੈਂਟ ਐਂਗਲ ਤੋਂ ਸੋਚਿਆ ਜਾਵੇ ਤੇ ਉਹਨਾਂ ਚੋਂ ਕਿਸਾਨ ਨੇ ਜੀ, ਜਿਹੜੇ ਕਿਸਾਨ ਉਸ ਜਗ੍ਹਾ ਦੇ ਮਾਲਕ ਨੇ ਜਿਹੜੀ ਜਗ੍ਹਾ ਇੱਕ ਦੇਸ਼ ਦੀ ਹੱਦ ਆ ਜੀ, ਮਤਲਬ ਤਾਰ ਤਾਂ ਚਲੋ ਪਿੱਛੇ ਰਹਿ ਗਈ, ਅੱਗੇ ਜਾ ਕੇ ਇੱਕ ਵੱਟ ਆ। ਆਮ ਤੌਰ ਤੇ ਵੱਟਾਂ ਦੇ ਰੌਲੇ ਆਪਾਂ ਪੰਜਾਬ 'ਚ ਸੁਣਦੇ ਹੁੰਦੇ, ਤੇ ਇੱਕ ਐਸੀ ਵੱਟ ਆ ਜਿਹੜੀ ਮਤਲਬ ਕਿਸੇ ਦੇ ਨਾਲ ਨਹੀਂ ਲੱਗਦੀ, ਉਹ ਦੇਸ਼ ਦੇ ਨਾਲ ਲੱਗਦੀ ਹੈ, ਕਿਸੇ ਦੂਸਰੇ ਦੇਸ਼ ਦੇ ਨਾਲ। ਹੁਣ ਜੇ ਉਹੋ ਜਿਹੀ ਥਾਂ ਆ ਤੇ ਉਹਨੇ ਉਹ ਜਿਹੜਾ ਥਾਂ ਛੱਡਿਆ ਜਾਂ ਛਡਵਾਇਆ ਗਿਆ ਜਾਂ ਜੋ ਵੀ ਹੈਗਾ ਇੱਕੋ ਜ਼ਮੀਨ ਦਾ ਕਰਕੇ, ਉਹ ਇੱਕ ਜਗ੍ਹਾ ਤੇ ਹੈਗੀ ਜਿਹੜੀ ਇੱਕ ਸੁਰੱਖਿਆ ਛਤਰੀ ਪ੍ਰੋਵਾਈਡ ਕਰਦੀ ਏਡੇ ਵੱਡੇ ਦੇਸ਼ ਨੂੰ। ਆਹ ਦੇਖੋ ਜੀ ਅਸੀਂ ਪਿੱਛੇ ਤਾਰ ਲਾ ਲਈ, ਅੱਗੇ ਫਿਰ ਵੀ ਸਾਡੀ ਜ਼ਮੀਨ ਦਾ ਟੋਟਾ, ਉਹਨੂੰ ਕੋਈ ਵਾਹੁੰਦਾ ਕੋਈ ਬੀਜਦਾ। ਇਹਦਾ ਮਤਲਬ ਇਹ ਹੋ ਗਿਆ ਵੀ ਪੂਰੀ ਦੇਸ਼ ਦੀ ਆਬਾਦੀ ਇੱਕ ਪਾਸੇ, ਤੇ ਉਸ ਆਬਾਦੀ ਦੀ ਸੁਰੱਖਿਆ ਦਾ ਜਿੰਨਾ ਮਰਜ਼ੀ % ਲਾ ਲਓ, ਮੈਂ ਕਹਿੰਦਾ ਉਹ ਕਿਸੇ ਨਾ ਕਿਸੇ ਤਰ੍ਹਾਂ ਹਿੱਸਾ ਉਹਨਾਂ ਕਿਸਾਨਾਂ ਦਾ ਵੀ ਤੇ ਬਣਦਾ ਨਾ ਯਾਰ, ਜਿਨ੍ਹਾਂ ਨੇ ਆਪਣੀ ਜ਼ਮੀਨ ਦਿੱਤੀ ਹੈ। ਤੇ ਜੇ ਆਪਾਂ ਉਹਨਾਂ ਬੰਦਿਆਂ ਨੂੰ ਨਹੀਂ ਸਾਂਭ ਸਕਦੇ, ਕਹਿ ਕੇ ਫੈਸਲਾ ਹੋਣ ਦੇ ਬਾਵਜੂਦ, ਪੈਸੇ ਅੱਧੇ ਆਉਣ ਦੇ ਬਾਵਜੂਦ, ਵੀ ਕਿੱਡੀ ਕੁ ਗੱਲਾਂ 'ਚੋਂ ਗੱਲ ਵੀ ਕਿੱਲੇ ਦਾ 10,000 ਦੇਣਾ, ਅਗਲਾ ਕਿਹੜਾ ਆਉਂਦਾ ਵੀ ਭਾਈ ਸਾਹਿਬ ਮੇਰੀ ਜ਼ਮੀਨ ਖਰੀਦ ਲਓ, ਮੈਨੂੰ ਕਰੋੜਾਂ ਰੁਪਈਆ ਦੇ ਦਿਓ। ਇੱਕ ਪਾਸੇ ਤਾਂ ਆਪਾਂ NPA ਬਣਾ ਕੇ ਮਾਫ ਕਰ ਦਿੰਦੇ ਹਾਂ, ਤੇ ਦੂਜੇ ਪਾਸੇ ਆਪਾਂ ਬਣਦਾ 1 ਸਾਲ ਦਾ 10,000 ਮੁਆਵਜ਼ਾ ਨਹੀਂ ਦਿੰਦੇ। ਮੈਂ ਤਾਂ ਇਹ ਸੋਚਦਾ ਵੀ ਜੇ ਆਪਾਂ ਇਹਨੂੰ ਮਹੀਨਿਆਂ ਦੇ ਵੰਡਣ ਜਾਈਏ ਤੇ ਮਹੀਨੇ ਦਾ 1,000 ਦੇਣਾ ਹੋਵੇ ਤਾਂ ਵੀ 12,000 ਬਣਦਾ। ਹਾਂ 12 ਬਣਦਾ, 10 ਨਹੀਂ ਬਣਦਾ। ਹੁਣ ਸੰਧਾਲੀਆ ਸਾਹਿਬ ਗੱਲ ਤੁਹਾਡੀ, ਮੈਂ ਜਦੋਂ ਵੀਡੀਓ ਦੇਖਦਾ ਸੀ ਨਾ ਉਹਨਾਂ ਦੀ, ਉਹ ਆਏ ਉੱਥੇ,
ਪਸੀਨੇ ਨਾਲ ਗੁੜਚ ਜਿਹੜਾ ਬੰਦਾ ਫਾਜ਼ਿਲਕਾ ਤੋਂ ਆਇਆ, ਪਠਾਨਕੋਟ ਤੋਂ ਆਇਆ, ਜਾਂ ਇੱਧਰਲੇ ਪਾਸੇ ਗੁਰਦਾਸਪੁਰ ਅੰਮ੍ਰਿਤਸਰ ਤੋਂ ਆਇਆ, 5-6 ਘੰਟੇ ਤਾਂ ਲੱਗੇ ਹੋਣਗੇ। ਫਿਰ ਮੁੜ ਕੇ ਧੁੱਪ 'ਚ ਖੜਾ, ਮੁਰੇ ਪੁਲਿਸ ਖੜੀ ਹੈ, ਉਹਨਾਂ ਲਈ ਕਿਤੇ ਛਬੀਲਾਂ ਲੱਗੀਆਂ ਆ, ਉਹਨਾਂ ਦੇ ਕਿਤੇ ਲੰਗਰ ਲੱਗੇ ਹੋ ਆ, ਤੇ ਸਾਡੇ ਕੋਲੋਂ ਏਸੀ ਦਫ਼ਤਰਾਂ ਦੇ ਵਿੱਚ ਉੱਠ ਕੇ ਜਾ ਨਹੀਂ ਹੁੰਦਾ ਕਿ ਮੰਗ ਪੱਤਰ ਲਿਆਓ ਭਾਈ, ਇੱਥੇ ਬੈਠੋ, ਅੱਜ ਦੀ ਰਾਤ ਕੱਟੋ, ਗੁਰੂ ਘਰ ਚਲੇ ਜਾਓ, ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਹੈਗਾ ਉੱਥੇ, ਸਵੇਰ ਤੱਕ ਫੈਸਲਾ ਕਰਦੇ ਨੇ, ਕੋਈ ਨਹੀਂ ਆਇਆ। ਚਲੋ ਇਹੀ ਤੇ ਗੱਲ ਹੈ। ਗੁਰੂ ਘਰ ਦੀ ਤੁਸੀਂ ਗੱਲ ਕੀਤੀ, ਉਹ ਕੇਸਗੜ੍ਹ ਸਾਹਿਬ ਵਾਲਾ ਮਸਲਾ ਕਾਫੀ ਕਹਿੰਦੇ ਵੀ ਭਖ ਗਿਆ, ਕਿਉਂਕਿ ਹੁਣ ਜਿਹੜੀ ਤਾਰ ਹੈ ਉਹ ਘੁੰਮਦੀ ਘਮਾਉਂਦੀ ਕਹਿੰਦੇ ਆ ਵੀ ਸਿਰਸੇ ਵਾਲੇ ਡੇਰੇ ਨਾਲ ਜਾ ਜੁੜੀ, ਕਿਉਂਕਿ ਜਿਹੜਾ ਬੰਦਾ ਸੀ ਜਿਹਨੇ ਕਿ ਉੱਥੇ ਕਹਿੰਦੇ ਪਹਿਲਾਂ ਸਿਗਰਟ ਬਾਲੀ, ਉਸ ਤੋਂ ਬਾਅਦ ਉਹ ਸੁੱਟੀ ਵੀ ਉੱਧਰ ਸਿਗਰਟ। ਹੁਣ ਪਹਿਲੀ ਗੱਲ ਤੇ ਵੀ ਉਹ ਜਿਹੜਾ ਬੰਦਾ ਅੰਦਰ ਗਿਆ, ਹੁਣ ਜਿੰਨੀ ਕਿ ਇਨਫੋਰਮੇਸ਼ਨ ਬਾਹਰ ਆਈ ਇਹ ਕਹਿੰਦੇ, ਪਹਿਲਾਂ ਕਹਿੰਦੇ ਨਾ ਵੀ ਸ਼ਾਇਦ ਉਹ ਕਮਲਾ ਜੀ ਕਮਲਾ, ਹੁਣ ਕਹਿੰਦੇ ਕਮਲਾ ਕੋਈ ਨਹੀਂ, ਅਗਲੇ ਕੋਲੇ ਚੰਗੀ ਭਲੀ ਕਾਰ ਵੀ ਸੀ, ਕਾਰ ਵੀ ਉੱਥੇ ਲੱਗੀ ਸੀ, ਕਾਰ ਵੀ ਮੁੜ ਕੇ ਕਾਬੂ ਆ ਗਈ। ਫਿਰ ਜੋ ਕਹਿੰਦਾ ਵੀ ਨਹੀਂ ਜੀ ਵੈਸੇ ਹੀ ਆ ਬੰਦਾ, ਵੈਸੇ ਹੀ ਕਿੱਦਾਂ ਬੰਦਾ ਉਹਦਾ ਰਹਿੰਦਾ, ਕਹਿੰਦੇ ਲੁਧਿਆਣੇ ਆ, ਬਾਪੂ ਕਹਿੰਦੇ ਸਿਰਸੇ ਵਾਲੀ 7 ਮੈਂਬਰੀ ਕਮੇਟੀ 'ਚ ਹੁੰਦਾ ਸੀ, ਵਿਆਹ ਵੀ ਸ਼ਾਇਦ ਡੇਰੇ ਵਾਲਿਆਂ ਕੀਤਾ, ਤੇ ਘਰ ਦੀ ਵੀ ਅਜੇ ਸ਼ਾਇਦ ਉਹ ਕਹਿੰਦੇ ਵੀ ਡੇਰੇ ਜਾਂਦੀ ਆਉਂਦੀ ਹੈ। ਸੰਧਾਲੀਆ ਸਾਹਿਬ ਦੇਖੋ, ਜੇ ਬਾਰ-ਬਾਰ ਜਾ ਕੇ ਡੇਰੇ ਦੀ ਕੰਧ ਦੇ ਨਾਲੇ ਖਬਰਾਂ ਵੱਜਦੀਆਂ, ਕਈ ਵੱਜਦੀਆਂ ਵੈਸੇ, ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਸੰਜੀਦਾ ਜੀ ਗੱਲ ਹੈ ਕਿ ਕਿੱਧਰ ਨੂੰ ਜਾਊਗੀ ਕਹਾਣੀ, ਕਿਉਂਕਿ ਪਹਿਲਾਂ ਵੀ ਆਪਾਂ ਡੇਰਾ ਪ੍ਰੇਮੀਆਂ ਤੇ ਸਿੱਖ ਜਥੇਬੰਦੀਆਂ 'ਚ ਟਕਰਾਅ ਬਹੁਤ ਦੇਖਿਆ। ਪਹਿਲਾਂ ਤੇ ਇਹ ਨਹੀਂ ਸਮਝ ਆਉਂਦੀ ਕਿ ਕੋਈ ਬੰਦਾ ਇੰਨਾ ਨਿਕੰਮਾ ਕਿੱਦਾਂ ਹੋ ਸਕਦਾ, ਕੋਈ ਵੀ ਬੰਦਾ ਮਾਨਸਿਕ ਤੌਰ ਦੇ ਉੱਤੇ ਇੰਨਾ ਕਮਜ਼ੋਰ, ਇੰਨਾ ਤੰਗ ਦਿਲ ਕਿੱਦਾਂ ਹੋ ਸਕਦਾ ਕਿ ਭਾਈ ਗੁਰੂ ਘਰ ਦੇ ਅੰਦਰ ਜਾ ਕੇ ਤੂੰ ਸਿਗਰਟ ਲਾ ਲੈ, ਕੀਰਤਨ ਕਰਨ ਵਾਲਿਆਂ ਵੱਲ ਸੁੱਟੇ। ਉਹਦੇ ਤੋਂ ਬਾਅਦ ਜਦੋਂ ਆ ਸਾਰੀਆਂ ਚੀਜ਼ਾਂ ਆ ਗਈਆਂ, ਕੀ ਸਾਡੀ ਪੜ੍ਹਾਈ ਲਿਖਾਈ ਦੇ ਵਿੱਚ ਕੋਈ ਦਿੱਕਤ ਹੈ ਕਿ ਜਿਹੜਾ ਬੰਦਾ ਕਿਸੇ ਹੋਰ ਦੇ ਹੱਥੇ ਚੜ ਜਾਂਦਾ? ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਬਹੁਤ ਚਿਰ ਪਹਿਲਾਂ ਸਵਾਂਗ ਰਚਿਆ ਸੀ ਕਿਸੇ ਵੇਲੇ, ਉਹਦੇ ਤੋਂ ਬਾਅਦ ਅੱਜ ਤੱਕ ਆਪਾਂ ਕਿੰਨਾ ਕੁਝ ਦੇਖਿਆ, ਕਿੰਨਾ ਕੁਝ ਘਟਿਆ ਵਾਪਰਿਆ। ਜਿਹੜੇ ਤੇ ਕਿਸੇ ਪਾਸੇ ਤਾਰਾਂ ਜੁੜਦੀਆਂ, ਸੰਗਤ ਨੂੰ, ਲੋਕਾਂ ਨੂੰ ਪਤਾ ਲੱਗੇ, ਅੱਗੋਂ ਤੋਂ ਚੰਗੇ ਤਰੀਕੇ ਆਪਾਂ ਪ੍ਰਬੰਧ ਕਰਕੇ ਰੱਖੀਏ। ਹਾਂ, ਸੱਚ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ। ਜੇ ਉਹ ਬੰਦਾ ਕਾਰ 'ਚ ਆਇਆ ਸੀ ਕਮਲਾ ਨਹੀਂ, ਫਿਰ ਕਮਲਾ ਹੋਣ ਦਾ ਬਹਾਨਾ ਕਰਦਾ ਹੋ ਸਕਦਾ, ਪਰ ਬਾਰ-ਬਾਰ ਇਹ ਜਿਹੜੀਆਂ ਘਟਨਾਵਾਂ ਘਟਦੀਆਂ, ਇਹਦਾ ਮਤਲਬ ਹੈ ਕਿ ਜੇ ਵੇਲੇ ਸਿਰ ਦੋਸ਼ੀਆਂ ਨੂੰ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰ ਲਿਆ ਗਿਆ, ਪੋਸਟਰ ਲਾਤੇ ਗਏ, ਅੰਗ ਪਾੜ ਕੇ ਬੇਅਦਬੀ ਕੀਤੀ ਗਈ, ਜੇ ਕਿਤੇ ਸਜ਼ਾਵਾਂ ਠੋਕ ਵਜਾ ਕੇ ਮਿਲੀਆਂ ਹੁੰਦੀਆਂ ਤਾਂ ਹੱਥ ਕੰਬਣੇ ਸੀ ਅੰਦਰਲੇ ਪਾਸੇ ਨੂੰ ਜਾਂਦੇ ਆ, ਲੱਤਾਂ ਕੰਬਣੀਆਂ ਸੀ। ਐਵੇਂ ਨਹੀਂ, ਆ ਜਿਹੜੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਤੇ ਉਹਦੇ ਤੋਂ ਬਾਅਦ ਗੋਲੀਆਂ ਚੱਲੀਆਂ, ਪੀੜਤ ਪਰਿਵਾਰ ਜਿਹੜੇ ਆ, ਕ੍ਰਿਸ਼ਨ ਭਗਵੰਤ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਕੱਠੇ ਹੋ ਕੇ ਕਿਹਾ ਨਾ, ਉਹ ਕਹਿੰਦੇ ਦੋਸ਼ੀ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ, ਲੱਗਦਾ ਕਿ ਸਰਕਾਰਾਂ ਰਲੀਆਂ ਮਿਲੀਆਂ ਨੇ। ਇਹ ਰਲੀਆਂ ਮਿਲੀਆਂ ਵਾਲੀ ਜਦੋਂ ਦੋਸ਼ ਲੱਗਦੇ ਆ ਪੀੜਤ ਪਰਿਵਾਰਾਂ ਵੱਲੋਂ, ਇਹ ਬਹੁਤ ਸਾਰਿਆਂ ਦੇ ਹੌਸਲੇ ਵਧਾਉਂਦੇ, ਤਾਂ ਇਦਾਂ ਦੇ ਬੰਦੇ ਵੀ ਹੋ ਸਕਦੇ ਆ। ਹੋ ਸਕਦਾ ਕੋਈ ਬੰਦਾ ਇਹਨੂੰ 1 2 3 4 5 7 ਜਿੱਦਾਂ ਦੀਆਂ ਪਹਿਲਾਂ ਬੇਅਦਬੀ ਦੀਆਂ ਘਟਨਾਵਾਂ ਨੇ ਉਦਾਂ ਹੀ ਗਿਣਦਾ ਹੋਵੇ, ਪਰ ਮੈਂ ਇਹਨੂੰ ਇਹਦੀ ਇੰਟੈਂਸਿਟੀ ਦੇਖਦਾ ਸੀ। ਪਹਿਲਾਂ ਆਮ ਪਿੰਡਾਂ ਥਾਵਾਂ ਦੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਹੁੰਦਾ ਸੀ। ਜੇ ਆਪਾਂ ਇਸ ਘਟਨਾ ਦੀ ਗੱਲ ਕਰੀ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਘਟਨਾ ਸਿਰੇ ਦੀ ਗੱਲ ਹੈ। ਹੁਣ ਜੇ ਇੱਥੋਂ ਤੱਕ ਇਹ ਗੱਲ ਅੱਪੜਦੀ ਆ, ਉਹ ਵੀ ਉਦੋਂ ਅੱਪੜਦੀ ਜਦੋਂ ਫੇਰ ਇਲੈਕਸ਼ਨਾਂ ਸਿਰ ਤੇ ਨੇ। ਹੁਣ ਇਹਦੇ 'ਚ ਜੋ ਵੀ ਕਹਾਣੀ ਜਿੱਧਰ ਨੂੰ ਵੀ ਜਾ ਕੇ ਜੁੜਦੀ ਆ, ਆਪਾਂ ਤਾਂ ਇਹੋ ਬੇਨਤੀ ਕਰਦੇ ਹਾਂ ਭਾਈ ਸਾਹਿਬ ਇਹਦੀ ਜਾਂਚ ਜ਼ਰੂਰ ਕਰ ਲਓ, ਲੋਕਾਂ ਦਾ ਨੁਕਸਾਨ ਨਾ ਹੋਵੇ। ਬਿਲਕੁਲ ਭਾਈਚਾਰਕ ਸਾਂਝ ਕਾਇਮ ਰਹਿਣੀ ਚਾਹੀਦੀ। ਆਮ ਲੋਕ ਬਹੁਤ ਜ਼ਿਆਦਾ ਸੰਜਮ ਤੋਂ ਕੰਮ ਲੈਣ, ਕਿਉਂਕਿ ਆਮ ਲੋਕਾਂ ਦਾ ਕਸੂਰ ਨਹੀਂ ਉਹਦੇ ਵਿੱਚ ਹੁੰਦਾ, ਭਾਵੇਂ ਉਹ ਕਿਸੇ ਦੇ ਵੀ ਨਾਲ ਸੰਬੰਧ ਰੱਖਦੇ ਹੋਣ, ਕਸੂਰ ਤਾਰਾਂ ਉੱਪਰੋਂ ਹੀ ਹਿਲਦੀਆਂ ਹੁੰਦੀਆਂ, ਕਿਤੇ ਨਾ ਕਿਤੇ ਭਾਈਚਾਰਕ ਸਾਂਝ ਨਾ ਟੁੱਟੇ। ਚਲਿਏ, ਬਹੁਤ ਸ਼ੁਕਰੀਆ ਜੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।